ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਲੋਹੜੀ ਮੰਗਣ ਤਾਂ ਜਾਂਦੇ ਹੋਗੇ ਨਿੱਕੇ ਜੀ। ਹੁੰਦੇ, ਮੈਂ ਵੀ ਜਾਂਦਾ ਹੁੰਦਾ ਸੀ। ਹਾਂ, ਮੈਂ ਵੀ ਨਿੱਕਾ ਹੁੰਦਾ ਜਾਂਦਾ। ਸੁੰਦਰ ਮੁੰਦਰੀਏ, ਤੇਰਾ ਕੌਣ ਉਹ ਵਿਚਾਰਾ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ, ਦੁੱਲਾ ਪੱਟੀ ਵਾਲਾ। ਹਾਂ। ਸੋ ਉਹ ਮਾਤਾਵਾਂ, ਉਹ ਬਜ਼ੁਰਗ ਪੈਸੇ ਵੀ ਦਿੰਦੇ ਸੀ, ਨਾਲ ਮੂੰਗਫਲੀਆਂ, ਰਿਓੜੀਆਂ, ਇਹ ਸਭ ਸਾਨੂੰ ਖਾਣ ਪੀਣ ਨੂੰ ਮਿਲਦੀਆਂ ਸੀ ਜੀ। ਹੁਣ ਰਿਓੜੀ ਸ਼ਬਦ ਜਿਹੜਾ ਹੈ ਨਾ, ਖਾਸ ਕਰਕੇ ਪੰਜਾਬ ਦਾ, ਬਲਕਿ ਰੇਵੜੀ ਤਾਂ ਹਰ ਜਗ੍ਹਾ ਚੱਲਦਾ ਨਾ ਜੀ। ਤੇ ਅੰਨਾ ਵੰਡੇ ਰਿਓੜੀਆਂ ਤੇ ਮੁੜ ਮੁੜ ਆਪਣਿਆਂ ਨੂੰ ਦਵੇ। ਪੰਜਾਬ ਦੇ ਵਿੱਚ ਵੀ ਇਹ ਕਹਾਵਤਾਂ ਚੱਲਦੀਆਂ ਨੇ ਤੇ ਬਾਹਰ ਵੀ ਚੱਲਦੀ ਹੈ, ਹਿੰਦੀ ਵਿੱਚ ਵੀ ਚੱਲਦੀ ਹੈ, ਅੰਧਾ ਬਾਟੇ ਰੇਵੜੀ। ਸੋ ਇਹ ਰਿਓੜੀਆਂ ਦਾ ਬੜਾ ਅੱਜ ਕੱਲ੍ਹ ਖੱਪ ਪਈ ਹੋਈ ਹੈ ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਸਾਡੇ ਭਾਰਤ ਦੇ ਵਿੱਚ ਇਹ ਰਿਓੜੀ ਕਲਚਰ ਬਹੁਤ ਚੱਲਦਾ। ਇੱਕ ਤਾਂ ਸ਼ਬਦ ਬੜੇ ਨਵੇਂ ਲੈ ਕੇ ਆਉਂਦੇ ਨੇ, ਕਿਸੇ ਡਿਕਸ਼ਨਰੀ 'ਚ ਨਹੀਂ ਮਿਲਣਗੇ ਨਵੇਂ ਸ਼ਬਦ। ਇੱਕ ਨਵੀਂ ਡਿਕਸ਼ਨਰੀ ਹੈ ਇਹਨਾਂ ਕੋਲ ਸ਼ਾਇਦ। ਵੈਰੀ ਕ੍ਰੀਏਟਿਵ ਮੈਨ, ਵੈਰੀ ਕ੍ਰੀਏਟਿਵ ਮੈਨ। ਯੈਸ। ਤੇ ਇਹ ਰਿਓੜੀ ਕਲਚਰ ਦਾ ਅੱਜ ਕੱਲ੍ਹ ਬੜਾ ਕਰ ਰਹੇ ਨੇ ਕਿ ਭਾਰਤ ਦੇ ਵਿੱਚ ਨਾ ਇਹ ਰਿਓੜੀ ਕਲਚਰ ਬੜਾ ਫੈਲਦਾ ਪਿਆ। ਹੁਣੇ ਆਪਾਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰਨਾ ਕਿ ਇਹ ਰਿਓੜੀ ਕਲਚਰ ਹੁੰਦਾ ਕੀ ਹੈ। ਹਾਂ, ਇਹ ਬਿਲਕੁਲ ਲੋਕਾਂ ਨੂੰ ਚੰਗਾ ਵੀ ਲੱਗਿਆ ਔਰ ਇਹ ਸ਼ਬਦ ਨਵਾਂ ਤਾਂ ਨਹੀਂ ਹੈਗਾ, ਸ਼ਬਦ ਤਾਂ ਪ੍ਰਚਲਿਤ ਹੀ ਹੈਗਾ, ਬਹੁਤ ਪ੍ਰਚਲਿਤ ਹੈ ਸੱਭਿਆਚਾਰ 'ਚ ਵੀ। ਤੁਸੀਂ ਇਹਨੂੰ ਜਿਹੜਾ ਪੇਸ਼ ਕੀਤਾ ਵਧੀਆ ਤਰੀਕੇ ਨਾਲ, ਕਿਉਂਕਿ ਪੰਜਾਬੀ ਜਾਣਦੇ ਆ। ਯਾ ਰਿਓੜੀ ਕਲਚਰ ਨਵਾਂ ਸ਼ਬਦ ਹੈ। ਰਿਓੜੀ, ਹਾਂ। ਰਿਓੜੀ ਜਿਹੜੀ ਹੈਗੀ ਹੈ, ਗੁੜ ਦੇ ਨਾਲ, ਗੁੜ ਨੂੰ ਗਰਮ ਕਰਕੇ ਤੇ ਇੱਕ ਗੋਲ ਜਾਂਦਾ ਤਾਂ ਉਹਨੂੰ ਤਿਲਾਂ ਦੇ ਵਿੱਚ ਦੀ ਘੁਮਾਉਂਦੇ ਆ, ਤੇ ਉਹ ਤਿਲਾਂ ਦੇ ਵਿੱਚ ਗੋਲ ਹੋ ਕੇ ਤੇ ਰਿਓੜੀ ਬਣ ਜਾਂਦੀ ਹੈ। ਇੱਕ ਖੰਡ ਦੀ ਰਿਓੜੀ ਹੁੰਦੀ ਹੈ, ਇੱਕ ਗੁੜ ਦੀ ਰਿਓੜੀ, ਦੋ ਤਰ੍ਹਾਂ ਦੀ ਰਿਓੜੀਆਂ। ਚੱਲ ਅਸੀਂ ਇਹ ਕਲਚਰ ਨਾਲ ਸੰਬੰਧਿਤ ਗੱਲ ਨਹੀਂ ਕਰਾਂਗੇ, ਅਸੀਂ ਰਾਜਨੀਤੀ ਨਾਲ ਜੁੜਦੇ ਹਾਂ ਕਿ ਮੋਦੀ ਸਾਹਿਬ ਨੇ ਗੱਲ ਕੀਤੀ ਹੈ, ਉਹਨਾਂ ਨੇ ਇਹ ਫੈਸਲਾ ਵਰਤਿਆ ਕਿ ਜਿਹੜਾ ਰਿਓੜੀ ਹੈ ਕਲਚਰ ਹੈ ਪੰਜਾਬ 'ਚ ਤਾਂ ਨਹੀਂ, ਹਿੰਦੁਸਤਾਨ 'ਚ ਹੀ ਪ੍ਰਚਲਿਤ ਹੋ ਗਿਆ। ਔਰ ਇਹਦੇ ਪਿੱਛੇ ਇੱਕ ਬੜਾ ਵੱਡਾ ਇਹ ਭੇਦ ਹੈਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਹੈ ਨੇ ਉਹ ਆਪਣਾ ਪਰਿਵਾਰ, ਆਪਣਾ ਆਪ ਨੂੰ ਅੱਗੇ ਪੇਸ਼ ਕਰਨ ਲਈ ਲਿਆਉਂਦੇ, ਲੋਕਾਂ ਦੀ ਜਿਹੜੀ ਉਹ ਜ਼ਿਆਦਾ ਪੁੱਛ ਦੱਸ ਨਹੀਂ ਕਰਦੇ। ਇਹ ਪੰਜਾਬੀ 'ਚ ਸ਼ਬਦ ਹੈਗਾ ਕਿ ਉਹ ਜਿਹੜਾ ਨਹੀਂ ਅੰਨਾ ਵੰਡੇ ਰਿਓੜੀਆਂ ਤੇ ਮੁੜ ਕੁੜ ਆਪਣਿਆਂ ਨੂੰ ਹੀ ਦੇ। ਵਾਰ ਉਹਨਾਂ ਦੇ ਹੱਥ 'ਚ ਤੇ ਹੈ ਅੰਨਾ ਬੰਦਾ, ਪਰ ਉਹਨੂੰ ਬੰਦਿਆਂ ਦੇ ਆਪਣੀ ਜਿੱਦਾਂ ਖੁਸ਼ਬੂ ਆ ਰਹੀ ਆ। ਅੰਨਾ ਹੀ ਬੰਦੇ ਦਾ ਜੱਫਾ ਬੜਾ ਜ਼ਬਰਦਸਤ ਹੁੰਦਾ, ਇਹਦੀ ਪਛਾਣ ਬੜੀ ਜ਼ਬਰਦਸਤ ਹੁੰਦੀ ਹੈ, ਇਹਦੀ ਟੋ ਜਿਹੜੀ ਹੁੰਦੀ ਟਚਿੰਗ ਬਹੁਤ ਅੱਛੀ ਹੁੰਦੀ ਹੈ। ਜਿਹੜੇ ਅੰਨੇ ਹੈ ਗਾਉਂਦੇ ਬਹੁਤ ਅੱਛਾ ਹੈ ਨਾ, ਔਰ ਉਹਨਾਂ 'ਚ ਸੂਰਦਾਸ ਇਹਨਾਂ ਨੂੰ ਕਹਿੰਦੇ ਆ, ਅੰਨੇ ਗਾਉਂਦੇ। ਵੈਸੇ ਇੱਕ ਸ਼ਬਦ ਦਿਵਿਆਂਗ ਯੈਸ, ਭਾਰਤ ਸਰਕਾਰ ਨੇ ਵੱਲੋਂ, ਪਰ ਜਿਹੜੀ ਆਮ ਬੋਲ ਚਾਲ ਦੀ ਪ੍ਰਚਲਿਤ ਭਾਸ਼ਾ, ਮੁਹਾਵਰੇ ਦੇ ਮੁਤਾਬਿਕ ਜਿਹੜਾ ਤੁਸੀਂ ਗੱਲ ਕਰਦੇ ਪਏ ਹੋ, ਜਿਹੜਾ ਇਹ ਕਲਚਰ ਦੀ ਗੱਲ ਹੋ ਰਹੀ ਹੈ, ਮਤਲਬ ਜਿਹੜਾ ਮੋਹ ਦੇ ਵਿੱਚ ਇਹ ਨਹੀਂ ਪਛਾਣ ਸਕਦਾ ਕਿ ਕਿਹਨੂੰ ਯੋਗ ਸਮਝਿਆ ਜਾਵੇ, ਕਿਹਨੂੰ ਯੋਗ ਨਾ ਸਮਝਿਆ ਜਾਵੇ। ਉਹ ਸਿਰਫ ਆਪਣਿਆਂ ਨੂੰ ਯੋਗ ਸਮਝਦਾ। ਉਹ ਮੋਹ ਦੇ ਵਿੱਚ ਉਹਦੀ ਅੱਖਾਂ ਦੇ ਉੱਤੇ ਉਹ ਮੋਹ ਚੜਿਆ ਹੋਇਆ, ਇਸ ਕਰਕੇ ਉਹਨੂੰ ਦਿਖਾਈ ਨਹੀਂ ਦੇ ਰਿਹਾ ਕਿ ਯੋਗਤਾ ਕਿੱਥੇ ਹੈਗੀ ਹੈ, ਤੇ ਆਪਣੇ ਅਯੋਗ ਬੰਦਿਆਂ ਨੂੰ ਵੀ ਉਹ ਰਿਓੜੀਆਂ ਦੇਈ ਜਾਏਗਾ। ਹਾਂ, ਇਹਨਾਂ ਨੇ ਇੱਕ ਸਮਾਗਮ 'ਚ ਬੋਲੇ ਆ, ਜਿਹੜਾ ਸਮਾਗਮ ਹੋ ਰਿਹਾ ਸੀ ਜਿਹਦੇ ਵਿੱਚ ਇਹਨਾਂ ਦੀ ਪਾਰਟੀ ਬੈਠੀ ਸੀ, ਇਹਨਾਂ ਦੇ ਸਾਰੇ ਨੇਤਾ ਬੈਠੇ ਸੀ, ਉਹ 'ਚ ਹੋਮ ਮਿਨਿਸਟਰ ਸੀ, ਗ੍ਰਹਿ ਮੰਤਰੀ ਸੀਗੇ, ਡਿਫੈਂਸ ਮਿਨਿਸਟਰ ਸਾਰੇ ਬੈਠੇ ਸੀਗੇ। ਉਹਦੇ 'ਚ ਇਹਨਾਂ ਨੇ ਬੋਲਿਆ ਕਿ ਵੇਖੋ, ਪਤਾ ਨਹੀਂ ਹੁਣ ਉਹਨਾਂ ਨੂੰ ਕਿਹਾ ਜਾਂ ਆਪੋਜੀਸ਼ਨ ਨੂੰ ਕਿਹਾ, ਪਰ ਇਹਨਾਂ ਨੇ ਓਵਰਆਲ ਪੂਰੇ ਹਿੰਦੁਸਤਾਨ ਨੂੰ ਮੁਖਾਤਬ ਹੋਏ ਆ ਔਰ ਕਿਹਾ ਸੰਬੋਧਨ ਕਰਕੇ ਕਿ ਇਹਦੇ ਵਿੱਚ ਜਿਹੜਾ ਰਿਓੜੀ ਕਲਚਰ ਹੈ ਬਹੁਤ ਹੈ, ਪਰ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਵੀ ਨਹੀਂ ਹੈਗੀ, ਸੱਚ ਵੀ ਹੈ ਜੇ ਅਸੀਂ ਕਹੀਏ, ਕਿਉਂਕਿ ਨੇਤਾ ਨੇ ਔਰ ਪੰਜਾਬ ਦੇ ਨੇ, ਹਿੰਦੁਸਤਾਨ ਦੇ ਰਾਜਾ ਨੇ ਬੈਠੇ ਨੇ, ਜਿਨ੍ਹਾਂ ਦੀ ਜਨਤਾ ਹੁਕਮ ਮੰਨਦੀ ਹੈ। ਉਹਨਾਂ ਨੇ ਕਿਹਾ ਕਿ ਰਿਓੜੀ ਕਲਚਰ ਚੱਲ ਰਿਹਾ, ਇਸ ਕਰਕੇ ਚੱਲ ਰਿਹਾ ਕਿ ਇਹਦੇ ਵਿੱਚ ਸਾਰੇ ਲੋਕ ਜਿਹੜੇ ਆ ਨੇਤਾ ਨੇ, ਉਹ ਆਪਣੇ ਘਰਦਿਆਂ ਨੂੰ ਅੱਗੇ ਲੈ ਕੇ ਆਉਂਦੇ ਆ, ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਉਂਦੇ ਆ, ਉਹਨਾਂ ਨੂੰ ਨੇਤਾ ਬਣਾਉਂਦੇ ਆ, ਉਹਨਾਂ 'ਚ ਸਾਰਾ ਕੁਝ ਕਰਦੇ ਆ। ਹੁਣ ਤੁਸੀਂ ਪੰਜਾਬ 'ਚ ਗੱਲ ਕਰ ਰਹੇ ਹੋ, ਅਕਾਲੀ ਦਲ 'ਚ ਕੀ ਹੋ ਰਿਹਾ? ਅਕਾਲੀ ਦਲ ਦੇ ਵਿੱਚ ਜੇ ਅਸੀਂ ਉਦਾਹਰਣ ਦੇਈਏ, ਜਿਹੜੇ ਪੰਜਾਬ ਦੇ ਮੰਨੇ ਪ੍ਰਮੰਨੇ ਬਜ਼ੁਰਗ ਲੋਕ ਨੇ, ਵਿੱਚੋਂ ਛੱਡ ਕੇ ਬੈਠਣ ਲੋਕ ਨੇ, ਉਹ ਛੱਡ ਕੇ ਦੂਜੇ ਪਾਸੇ ਹੋ ਗਏ, ਜਿਸ 'ਚ ਬ੍ਰਹਮਪੁਰਾ ਸਾਹਿਬ ਨੇ, ਸੇਵਾ ਸਿੰਘ ਸੇਖਵਾਂ ਸਾਡੇ ਵਿੱਚ ਨਹੀਂ ਹੈਗੇ, ਢੀਂਡਸਾ ਸਾਹਿਬ ਨੇ, ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਜਿਹੜੇ ਪੁਰਾਣੇ ਬਰਾਬਰ ਦੇ ਬੰਦੇ ਸੀ। ਔਰ ਉਹਦੇ ਵਿੱਚ ਕੁਲਦੀਪ ਸਿੰਘ ਵਡਾਲਾ ਦੀ ਡੈਥ ਹੋ ਗਈ, ਉਹ ਇੱਕ ਹੈ ਨਹੀਂ, ਇਹਨਾਂ ਦੇ ਬਰਾਬਰ ਦੇ ਸੀਗੇ, ਉਹ ਸਾਰੇ ਲੋਕ ਸੀਗੇ। ਉਹਦੇ ਵਿੱਚ ਕੌਣ ਨੇ? ਅੱਜ ਕੱਲ੍ਹ ਸੁਖਬੀਰ ਬਾਦਲ ਜੀ ਨੇ ਅੱਗੇ ਨੇ, ਅਕਾਲੀ ਦਲ ਦੇ ਨੇਤਾ ਨੇ। ਅਸੀਂ ਤਾਂ ਆਪ ਕਹਿੰਦੇ ਇਹ ਉਦਾਹਰਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਾਹਮਣੇ ਆਮਣੇ ਗੱਲ ਹੈਗੀ ਆ। ਰਹੀ ਗੱਲ ਜਿਹੜੀ ਆ ਕਾਂਗਰਸ ਦੀ, ਇਹ ਵੀ ਇਹਦੇ 'ਚ ਵੀ ਇੱਦਾਂ ਚੱਲਦਾ ਰਿਹਾ। ਕਾਂਗਰਸ ਰਾਹੁਲ ਗਾਂਧੀ ਤੋਂ ਦੇਖ ਲਓ, ਇੰਦਰਾ ਗਾਂਧੀ ਤੋਂ ਪਹਿਲੋਂ ਜਵਾਹਰ ਲਾਲ ਨਹਿਰੂ, ਫਿਰ ਮੋਤੀ ਲਾਲ ਨਹਿਰੂ, ਸਾਰੇ ਜਿਹੜੇ ਇਹਦੇ ਵਿੱਚ ਆਉਂਦੇ ਰਹੇ। ਹੁਣ ਉਹ ਹੈ ਕਸ਼ਮੀਰ ਦੇ ਪੰਡਤ ਨੇ ਔਰ ਸਾਰਾ ਕੁਝ ਕਰਦੇ ਕਾਂਗਰਸ ਨੈਸ਼ਨਲ ਪਾਰਟੀ ਹੈ, ਉਹਨਾਂ ਦੂਜਾ ਵਾੜਨ ਨਹੀਂ ਦਿੱਤਾ ਉਹ 'ਚ। ਹਾਲਾਂਕਿ ਇਹਨੂੰ ਪੱਪੂ ਆਉਂਦੇ ਨੇ, ਜਿਹੜਾ ਰਾਹੁਲ ਗਾਂਧੀ ਆ, ਉਹ ਇੰਨਾ ਪੂਰਾ ਯੋਗ ਨਹੀਂ ਗਏ ਕਿ ਉਹ ਸਾਰੇ ਵਾਤਾਵਰਨ ਨੂੰ ਸੰਭਾਲ ਸਕੇ। ਪ੍ਰਿਯੰਕਾ ਗਾਂਧੀ ਹੈ ਜੀ ਇੰਟੈਲੀਜੈਂਟ, ਹਿੰਦੁਸਤਾਨ ਦੀ ਸਿਆਸਤ ਨੂੰ ਸਮਝਣਾ, ਕਰਨਾ, ਚਲਾਉਣਾ ਬੜੀ ਵੱਡੀ ਗੱਲ ਹੈ।
ਇਹ ਇੱਕ ਏਡੀ ਵੱਡੀ ਗੱਡੀ ਆ ਜਿਹਦੇ ਇੰਨੇ ਡੱਬੇ ਨੇ, ਕਈ ਡੱਬੇ ਟਰੈਕ ਤੋਂ ਇੱਧਰ ਉੱਧਰ ਹੋ ਕੇ ਤੇ ਡਿੱਗ ਪੈਂਦੇ ਆ ਔਰ ਸਾਰਾ ਮਹਾਨ ਟੁੱਟ ਜਾਂਦਾ। ਇਹ ਇਦਾਂ ਦੀ ਕਿਸ਼ਤੀ ਆ ਜਿਹਨੂੰ ਮਹਾਰ ਨੇ ਚਲਾ ਕੇ ਕੰਢੇ ਤੇ ਲਿਆਉਣਾ ਬੜਾ ਔਖਾ ਹੈ। ਇਹੀ ਗੱਲ ਮੈਂ ਗੱਲ ਕਰ ਰਿਹਾ ਐਨਡੀਏ ਦੀ। ਐਨਡੀਏ ਦੇ ਵਿੱਚ ਵੀ ਜੇ ਨੈਸ਼ਨਲ ਪਾਰਟੀ ਜਿਹੜੀ ਉਹਦੇ ਚੋਂ ਜਿਹੜੇ ਅਡਵਾਨੀ ਵਰਗੇ ਨੇਤਾ ਚਲੇ ਗਏ ਹੈ ਨਾ, ਅਟਲ ਬਿਹਾਰੀ ਵਾਜਪਾਈ ਵਰਗੇ ਜਿਹੜੇ ਮਹਾਨ ਨੇਤਾ ਸੀ, ਉਹਨਾਂ ਦੀ ਡੈਥ ਹੋ ਗਈ। ਔਰ ਸਾਰੇ ਅੱਜ ਕੱਲ੍ਹ ਜਿਹੜੇ ਰਾਸ਼ਟਰਪਤੀ ਦੀ ਚੋਣਾਂ 'ਚ ਆ ਰਹੇ ਸਿਨਹਾ ਜੀ, ਜਸਵੰਤ ਸਿਨਹਾ ਜੀ ਆ ਰਹੇ ਆ। ਮੈਂ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਪੁਰਾਣੇ ਸਮਾਨੇ। ਗੱਲ ਇਹ ਹੈ ਨਾ ਸਰ ਕਿ ਬਲਕਾਰ ਜੀ ਜੀ ਕਿ ਹਰ ਪਾਰਟੀ ਦੇ ਵਿੱਚ ਰਿਓੜੀ ਕਲਚਰ ਹੈ, ਬੀਜੇਪੀ ਦੇ ਵਿੱਚ ਨਹੀਂ ਆ। ਉੱਥੇ ਵੀ ਤਾਂ ਖਾਸਮ ਖਾਸ ਲੋਕ ਹੈਗੇ ਨੇ ਜਿਨ੍ਹਾਂ ਨੂੰ ਚਾਂਸ ਮਿਲਦਾ, ਬਾਕੀਆਂ ਨੂੰ ਨਹੀਂ ਮਿਲਦਾ। ਰਿਓੜੀ ਕਲਚਰ ਹਰ ਥਾਂ, ਕਿਉਂਕਿ ਇਹ ਇਨਸਾਨ ਦਾ ਸੁਭਾਅ ਹੈ। ਔਰ ਦੂਜੀ ਤੁਸੀਂ ਗੱਲ ਕੀਤੀ ਰਾਹੁਲ ਗਾਂਧੀ ਦੀ, ਅਸੀਂ ਕਿਸੇ ਦੇ ਵਿਰੋਧ ਜਾਂ ਸਮਰਥਨ 'ਚ ਗੱਲ ਨਹੀਂ ਕਰਦੇ। ਕਈ ਵਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਰਾਹੁਲ ਗਾਂਧੀ ਇੱਕ ਇੰਟੈਲੀਜੈਂਟ ਪਰਸਨ ਨੇ, ਲੇਕਿਨ ਮਾਰਕੀਟਿੰਗ ਇਦਾਂ ਦੀ ਕੀਤੀ ਗਈ ਹੈ, ਪਬਲਿਸਿਟੀ ਇਦਾਂ ਦੀ ਕੀਤੀ ਗਈ ਹੈ ਕਿ ਪ੍ਰੂਵ ਕੀਤਾ ਕਿ ਉਹ ਪੱਪੂ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਰਾਜਨੀਤੀ ਦੀ, ਉਹਨਾਂ ਨੂੰ ਸਮਝ ਬੂਝ ਉਨੀ ਨਹੀਂ ਹੈ ਰਾਜਨੀਤੀ ਦੀ ਜਿੰਨੀ ਹੋਣੀ ਚਾਹੀਦੀ ਹੈ। ਇੱਕ ਮਾਰਕੀਟਿੰਗ ਹੈ, ਸਹੀ ਗੱਲ, ਇੱਕ ਐਡਵਰਟਾਈਜ਼ਮੈਂਟ। ਇਹ ਪਤਾ ਕੀ ਹੈ, ਇਸੇ ਕਰਕੇ ਕਿਸਮਤ ਪੂਰੀ ਕਿਹਨਾਂ ਦੀ ਖੁੱਲੀ? ਡਾਕਟਰ ਮਨਮੋਹਨ ਸਿੰਘ ਹੋਰਾਂ ਦੀ। ਉਹ ਵੇਖੋ 2 ਟਰਮਸ ਬਣ ਗਏ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ। ਜੇ ਇਹਦੇ 'ਚ ਮਾਦਾ ਹੁੰਦਾ, ਜਿਹਦੇ 'ਚ ਕੰਮ ਕਰਨ ਦੀ ਸਮਰੱਥਾ ਹੁੰਦੀ, ਜੇ ਇਹਨਾਂ ਨੂੰ ਸਮਝ ਹੁੰਦੀ ਹਿੰਦੁਸਤਾਨ ਕਿੱਥੇ ਬੈਠਾ, ਕਿੰਨੇ ਸੂਬੇ ਆ, ਕਿੰਨੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੈਲਕਮ ਕਰਦੇ ਆ ਹੈ ਨਾ ਜਦੋਂ ਆਉਂਦੇ ਆ। ਔਰ ਬਿਹਾਰ, ਯੂਪੀ, ਜਿੱਥੇ ਆ ਕੇ ਜਿੱਥੇ ਵਿੱਚ ਦੇਖੋ ਯੂਪੀ 'ਚ ਜਾ ਕੇ ਮੋਦੀ ਸਾਹਿਬ ਯੂਪੀ 'ਚੋਂ ਬਨਾਰਸ ਦੇ ਏਰੀਏ ਨੂੰ ਆਪਣੇ ਆਪ ਗ੍ਰਿਫਟ 'ਚ ਲਿਆ ਬਣ ਗਿਆ ਹੈਗਾ ਸਾਰਾ ਕੁਝ। ਪਰ ਇਸ ਮੁੰਡੇ 'ਚ, ਮੁੰਡਾ ਹੀ ਕਹਾਂਗੇ, ਇਸ ਮੁੰਡੇ 'ਚ ਉਹ ਲਿਆਕਤ ਨਹੀਂ ਹੈਗੀ ਜੋ ਮੋਦੀ ਸਾਹਿਬ ਕੋਲ ਹੈਗੀ ਆ। ਵੇਖੋ ਬਣ ਕੇ ਬਹਿ ਗਏ ਐਨਡੀਏ। ਇਸ ਵੇਲੇ ਹਿੰਦੁਸਤਾਨ ਦੀ ਸੁਪਰ ਤੇ ਡੁਪਰ ਜਿਹੜੀ ਆ ਬਣ ਗਈ ਆ ਪਾਰਟੀ। ਇਸ ਵੇਲੇ ਬਾਕੀ ਸਟੇਟਾਂ 'ਚ ਵੀ ਇਹਨਾਂ ਨੇ ਕਰ ਲਿਆ ਆਪਣਾ ਜਮਾ। ਬਿਲਕੁਲ ਹੈ। ਕਾਂਗਰਸ ਵੈਸੇ ਪਾਰਟੀ ਬਹੁਤ ਪੁਰਾਣੀ ਹੈ, 1985 ਦੀ 1850 137 ਸਾਲ ਹੋ ਗਏ। ਹਾਂ, ਬੰਬੇ 'ਚ ਹੋਈ ਸੀ ਨਿਯੁਕਤ। ਔਰ ਉਸ ਤੋਂ ਬਾਅਦ ਦੇਖ ਲਓ ਇਹ ਥੱਲੇ ਗਈ। ਦੇਖੋ ਗੱਲ ਇਹ ਹੈ ਕਿ ਕਿਸੇ ਵੀ ਪਾਰਟੀ ਦੇ ਵਿੱਚ ਅਸੀਂ ਦੇਖ ਲਈਏ ਲੋਕਤੰਤਰ ਨਹੀਂ ਹੈਗਾ। ਜੀ ਜੋ ਡੈਮੋਕ੍ਰੇਸੀ ਸਾਡੇ ਦੇਸ਼ ਦਾ, ਸਾਡੇ ਸੰਵਿਧਾਨ ਦਾ ਅਕੀਦਾ ਹੈ, ਜੋ ਬੇਸ ਆ, ਉਹ ਕਿਸੇ ਵੀ ਪਾਰਟੀ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ। ਭ੍ਰਸ਼ਟਾਚਾਰ ਵੇਖਣ ਨੂੰ ਜ਼ਰੂਰ ਮਿਲੇਗਾ। ਸੋ ਰਿਓੜੀ ਕਲਚਰ ਦੀ ਜੋ ਸਾਡੇ ਮਾਨਯੋਗ ਪੀਐਮ ਸਾਹਿਬ ਗੱਲ ਕਰ ਰਹੇ ਨੇ, ਉਹ ਹਰ ਥਾਂ ਦੇ ਉੱਤੇ ਹੈ। ਔਰ ਉਹਨਾਂ ਦੀ ਆਪਣੀ ਬੀਜੇਪੀ ਦੇ ਵਿੱਚ ਵੀ ਰਿਓੜੀ ਕਲਚਰ ਮੌਜੂਦ ਹੈ, ਉਸ ਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ। ਇਹ ਇਨਸਾਨ ਦੀ ਫਿਤਰਤ ਆ, ਉਹ ਬਾਰ-ਬਾਰ ਉਹਨਾਂ ਲੋਕਾਂ ਨੂੰ ਸਪੋਰਟ ਕਰੇਗਾ ਜਿਹੜੇ ਉਹ ਲੋਕ ਉਹਦਾ ਸਾਥ ਦਿੰਦੇ ਨੇ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿੱਥੇ ਗਵਰਨਮੈਂਟ ਤੋੜਨੀ ਹੈ, ਕਿੱਥੇ ਪਾਰਟੀ ਤੋੜਨੀ ਹੈ, ਕਿੱਥੇ ਗਵਰਨਮੈਂਟ ਖੜੀ ਕਰਨੀ ਹੈ, ਕਿੱਥੇ ਗਵਰਨਮੈਂਟ ਬਣਾਉਣੀ ਹੈ, ਉਹ ਵੀ ਤਾਂ ਰਿਓੜੀ ਕਲਚਰ ਹੈ। ਜਦੋਂ ਬਜਟ ਪਾਸ ਕਰਨੇ ਨੇ ਤਾਂ ਬਜਟ ਦੇ ਵਿੱਚ ਪਾਲਿਸੀ ਕਿਹੜੀ ਹੋਏਗੀ, ਕਿਹੜੇ ਕਾਰਪੋਰੇਟ ਸੈਕਟਰ ਨੂੰ ਕਿਹੜਾ ਫਾਇਦਾ ਦੇਣਾ ਹੈ, ਪ੍ਰਾਈਵੇਟਾਈਜ਼ ਦੇ ਵਿੱਚ ਕਿਹੜੇ ਕਾਰਪੋਰੇਟ ਸੈਕਟਰ ਨੂੰ ਕਿੰਨਾ ਦੇਣਾ, ਜਿਹੜੇ ਉਹਨਾਂ ਦੀ ਪਾਰਟੀ ਨੂੰ ਫੰਡ ਦਿੰਦੇ ਨੇ, ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਨੇ, ਉਹਨਾਂ ਕਾਰਪੋਰੇਟ ਸੈਕਟਰਸ ਨੂੰ ਗਵਰਨਮੈਂਟਸ ਬਜਟ ਦੇ ਥਰੂ, ਪਾਲਿਸੀਜ਼ ਦੇ ਥਰੂ ਫਾਇਦਾ ਪਹੁੰਚਾਉਂਦੀਆਂ ਨੇ ਤਾਂ ਕਿ ਉਹਨਾਂ ਨੂੰ ਪ੍ਰੋਫਿਟ ਹੋਵੇ। ਉਸ ਪ੍ਰੋਫਿਟ 'ਚ ਉਹ ਪੈਸਾ ਦੇਣ, ਇਹਨਾਂ ਦਾ ਪਾਰਟੀ ਫੰਡ ਆਵੇ, ਇਹ ਪਾਰਟੀ ਫਿਰ ਅੱਗੇ ਕੰਮ ਕਰੇ। ਦੇਖਿਆ ਜਾਵੇ ਤਾਂ ਬਜਟ ਵਿੱਚ ਆਮ ਲੋਕਾਂ ਵਾਸਤੇ ਸਭ ਕੁਝ ਨਹੀਂ ਹੁੰਦਾ, ਗੱਲਾਂ ਜ਼ਿਆਦਾ ਹੁੰਦੀਆਂ ਨੇ। ਹੁੰਦਾ ਕਿੰਨਾ ਵਾਸਤੇ ਹੈ? ਇਹ ਸਾਰੇ ਜਿਹੜੀ ਉੱਪਰਲੀ ਧਿਰ ਬੈਠੀ ਹੈ ਨਾ, ਜਿਹੜੇ ਪੂਰੀ ਗਵਰਨਮੈਂਟ ਨੂੰ ਕੰਟਰੋਲ ਕਰਦੇ ਨੇ, ਬਿਜ਼ਨਸ ਨੂੰ ਕੰਟਰੋਲ ਕਰਦੇ ਨੇ, ਇਹ ਉੱਪਰ ਬੈਠੇ ਲੋਕਾਂ ਦੇ ਵਾਸਤੇ ਬਜਟ ਹੁੰਦਾ। ਬਾਕੀ ਜਿਹੜੇ ਥੱਲੇ ਵਾਸਤੇ ਹੁੰਦੇ ਉਹ ਫਿਲਟਰ ਹੋ ਕੇ ਜਿੰਨਾ ਆ ਸਕਦਾ, ਬਾਕੀ ਤੇ ਗੱਲਾਂ ਨੇ। ਮੈਨੂੰ ਇੱਕ ਗੱਲ ਯਾਦ ਆਈ, ਇਹ ਵੀ ਰਿਓੜੀ ਕਲਚਰ ਹੈ। ਮੈਨੂੰ ਗੱਲ ਯਾਦ ਆਈ ਹੈ ਕਿ ਦੇਖੋ ਕਾਂਗਰਸ ਦੀ ਆਪਾਂ ਗੱਲ ਕਰ ਰਹੇ ਹਾਂ ਔਰ ਜਿਹਦੇ ਰਿਓੜੀ ਕਲਚਰ ਦੀ ਗੱਲ ਕਰ ਰਹੇ ਹਾਂ, ਔਰ ਇਹਦੇ ਵਿੱਚ ਕਹਿੰਦੇ ਪਿਆ ਆਪਾਂ ਅੱਗੇ ਆਉਂਦਾ। ਪਰ ਜਿੰਨੇ 10 ਸਾਲ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਰਹੇ ਨੇ ਹਿੰਦੁਸਤਾਨ ਦੇ, ਔਰ ਉਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ, ਪਰ ਪੜ੍ਹੇ ਪਾਕਿਸਤਾਨ 'ਚ, ਜੜ੍ਹਾਂਵਾਲਾ ਏਰੀਆ ਪਾਕਿਸਤਾਨ 'ਚ ਪੜ੍ਹੇ ਆ, ਔਰ ਫਸਟ ਕਲਾਸ ਹੀ ਆਉਂਦੇ ਰਹੇ। ਉਹਨਾਂ ਦਾ ਜੋ ਵੀ ਰਿਜ਼ਲਟ ਕਢਾ ਕੇ ਦੇਖੋ, ਇੰਟੈਲੀਜੈਂਟ ਸੀਗੇ, ਇਕਨੋਮਿਕਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਅਰਥ ਸ਼ਾਸਤਰੀ ਵੀ ਹੈਗੇ ਆ, ਔਰ ਉਹਨਾਂ ਦੇ ਨੋਟਾਂ 'ਤੇ ਸਾਈਨ ਵੀ ਹੁੰਦੇ ਰਹੇ ਆ, ਔਰ ਗਵਰਨਰ ਵੀ ਰਹੇ ਆ ਜਿਹੜੀ ਰਿਜ਼ਰਵ ਬੈਂਕ ਇੰਡੀਆ ਦੇ। ਪਰ ਉਹਨਾਂ ਦੇਖੋ ਉਹਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਪ੍ਰੈਫਰ ਨਹੀਂ ਕੀਤਾ। ਜਦੋਂ ਤੱਕ ਹਿਸਟਰੀ ਦੇਖ ਲਓ ਜਿਹਦੇ ਵਿੱਚ ਪੰਜਾਬ ਦਾ ਕਰਜ਼ਾ ਉਤਰਨਾ ਫਲਾਣਾ, ਨੋ, ਉਹਨਾਂ ਕਿਹਾ ਮੈਂ ਪ੍ਰਾਈਮ ਮਿਨਿਸਟਰ ਆਫ ਇੰਡੀਆ, ਮੈਂ ਪੰਜਾਬ ਦਾ ਨਹੀਂ ਹੈਗਾ। ਦੈਨ ਉਹਨਾਂ ਇੱਕ ਕੋਲੀ ਬ੍ਰਦਰ ਇਹਨਾਂ ਦੇ ਇੱਥੇ ਆ, ਡਰਾਈ ਫਰੂਟ ਦਾ ਕੰਮ ਕਰਦੇ ਆ ਅੰਮ੍ਰਿਤਸਰ 'ਚ। ਇਹ ਰਿਐਲਿਟੀ ਹੈ। ਉਹਨਾਂ ਨੇ ਉਹਨਾਂ ਨੂੰ 2 ਰੁਪਏ ਦਾ ਕੋਈ ਫਾਇਦਾ ਨਹੀਂ ਦਿੱਤਾ। ਇੱਥੇ ਕੋਈ ਰਿਓੜੀ ਕਲਚਰ ਨਹੀਂ ਚੱਲਿਆ। ਇਹ ਉਹਨਾਂ ਦੀ ਇਹ ਗੱਲ ਇੱਥੇ ਆ ਕੇ ਤੁੱਛ ਹੋ ਜਾਂਦੀ ਆ, ਜ਼ੀਰੋ ਹੋ ਜਾਂਦੀ ਆ। 10 ਸਾਲ ਤੱਕ ਕੋਈ ਵੀ ਕਾਂਗਰਸ ਦਾ ਹਿਸਟਰੀ ਕੱਢ ਕੇ ਵੇਖੋ, ਕੋਈ ਇਹਨਾਂ ਨੇ ਛੋਟੀ ਮੋਟੀ ਗੱਲ 'ਤੇ ਮੂੰਹ ਕਾਲਾ ਨਹੀਂ ਕਰਵਾਇਆ। ਹਾਲਾਂਕਿ ਐਨਡੀਏ ਦੇ ਨਾਂ 'ਤੇ ਗੱਲਾਂ ਲੱਗਦੀਆਂ ਰਹੀਆਂ, ਉਹਦੇ ਵਿੱਚ ਕਈ ਕੁਝ ਹੋਇਆ। ਜੇ ਉਹਨਾਂ ਨੇ ਕੰਮ ਕੀਤਾ ਤੇ ਮੰਤਰੀ ਭਾਵੇਂ ਕਰ ਜਾਣ, ਪਰ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਕੋਈ ਇਦਾਂ ਦੀ ਗੱਲ ਨਹੀਂ ਗਈ। ਨਾ ਰਾਹੁਲ ਗਾਂਧੀ ਦੇ ਅਗੇਂਸਟ ਉਦੋਂ ਤੱਕ ਗਈ ਕੋਈ ਗੱਲ, ਨਾ ਸੋਨੀਆ ਗਾਂਧੀ ਦੇ। ਜਦੋਂ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਪੋਲੀਟੀਕਲ ਇਕਨੋਮੀ, ਜਦੋਂ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਕ੍ਰੋਨੀ ਕੈਪੀਟਲਿਜ਼ਮ, ਉਹ ਰਿਓੜੀ ਕਲਚਰ ਹੀ ਹੈ। ਜਦੋਂ ਅਸੀਂ
ਉਹਨਾਂ ਲੋਕਾਂ ਨੂੰ ਹੀ ਫਾਇਦਾ ਦੇਣਾ ਹੈ ਜਿਨ੍ਹਾਂ ਨੇ ਸਾਨੂੰ ਫਾਇਦਾ ਦੇਣਾ ਹੈ, ਤਾਂ ਕਿ ਸਾਡੀ ਗਵਰਨਮੈਂਟ ਬਣੀ ਰਵੇ, ਸਾਡੀ ਪਾਰਟੀ ਨੂੰ ਫੰਡ ਮਿਲਦਾ ਰਵੇ, ਸਾਨੂੰ ਸਪੋਰਟ ਮਿਲਦੀ ਰਵੇ, ਅਸੀਂ ਸੱਤਾ ਦੇ ਵਿੱਚ ਬਣੇ ਰਹੀਏ। ਉਹ ਸਾਰੇ ਵੱਡੇ ਵੱਡੇ ਘਰਾਣੇ ਜਿਹੜੇ ਸਪੋਰਟ ਕਰਦੇ ਨੇ, ਤੁਸੀਂ ਸਾਰਾ ਬਜਟ ਉੱਦਾਂ ਡਿਜ਼ਾਈਨ ਕਰਦੇ ਹੋ ਕਿ ਉਹਨਾਂ ਨੂੰ ਫਾਇਦਾ ਮਿਲੇ, ਤਾਂ ਇਹ ਰਿਓੜੀ ਕਲਚਰ ਨਹੀਂ ਹੈ। ਆਹ ਗੱਲ ਬੜੀ ਨੁਕਤੇ ਦੀ ਕੀਤੀ, ਕਿਉਂਕਿ 4 ਬੰਦੇ ਨੇ ਜਿਸ 'ਚ ਅਡਾਨੀ, ਅੰਬਾਨੀ, ਜਿਹਦੇ 'ਚ ਮਹਿੰਦਰਾ, ਉਹਦੇ 'ਚ ਜੋ 4 ਬੰਦੇ ਨੇ ਜਿਹੜੇ ਸਰਕਾਰ ਨੂੰ ਪੈਸਾ ਦੇ ਰਹੇ ਆ, ਸਰਕਾਰ ਦੀ ਪਾਲਿਸੀ ਆਪ ਬਣਾਉਂਦੇ ਆ, ਬੈਂਕਾਂ ਦੇ ਜੋ ਪੈਸੇ ਨੇ ਉਹਨਾਂ ਨੂੰ ਜਾ ਰਹੇ ਆ, ਔਰ ਜਿਹਦੇ ਵਿੱਚ ਸਾਰੇ ਬੰਦੇ ਆਪਣਾ ਫਾਇਦਾ ਉਠਾ ਰਹੇ ਆ। ਕਿਹਨਾਂ ਦੇ ਰਾਹੀਂ? ਇਹ ਸਰਕਾਰ ਰਾਹੀਂ। ਸਰਕਾਰ ਇਹਨਾਂ ਦੀ ਗੱਲ ਮੰਨਦੀ ਹੈ, ਜੁਡੀਸ਼ਰੀ ਉਹਨਾਂ ਦੀ ਗੱਲ ਮੰਨਦੀ ਹੈ, ਜਿੱਥੇ ਵੀ ਗੱਲ ਜਾਂਦੀ ਹੈ। ਜਿਹੜੇ ਵੀ ਬੈਂਕ ਹੈਗੀ ਆ, ਕਰਜ਼ਾਈ ਹੋ ਗਈ ਬੈਂਕਾਂ, ਉਹਨਾਂ ਨੇ ਆਪੋ 'ਚ ਮਰਜ ਕਰਤੀਆਂ, ਸਾਰਾ ਕੁਝ ਕੀਤਾ। ਪਰ ਅੱਜ ਤੱਕ ਜਿਹੜਾ ਲੋਨ ਲੈ ਕੇ ਇਹ ਲੋਕ ਬੈਠੇ ਨੇ, ਤੁਸੀਂ ਅਸੀਂ ਜਾਓਗੇ, ਮੇਰੇ ਨਾਲ ਦੇ ਕੋਈ ਕਾਮਨ ਬੰਦੇ ਜਾਣਗੇ, ਸਾਡੇ ਦਰਸ਼ਕਾਂ 'ਚ ਕੋਈ ਬੰਦਾ ਜਾਊਗਾ, ਚਾਹੇ ਅਮਰੀਕਾ ਬੈਠਾ, ਇੰਗਲੈਂਡ ਬੈਠਾ, ਨਿਊਜ਼ੀਲੈਂਡ ਬੈਠਾ, ਹੈ ਨਾ, ਕਿਤੇ ਵੀ ਬੈਠਾ, ਕੈਨੇਡਾ ਬੈਠਾ, ਜਦੋਂ ਬੈਂਕ ਜਾਣਗੇ ਜਾਂ ਇੱਥੇ ਆਉਣਗੇ, ਉਹਨਾਂ ਨੂੰ ਆਈਡੀ ਮੰਗਣਗੇ, ਆਈਡੀ ਤੋਂ ਬਾਅਦ ਉਹਨਾਂ ਦੇ ਡਾਕੂਮੈਂਟਸ ਮੰਗਣਗੇ, ਉਹਨਾਂ ਨੂੰ ਸਾਰਾ ਬਹੁਤ ਪ੍ਰੋਸੈਸ ਲੰਬਾ ਮੰਗਣਗੇ, ਅਕਾਊਂਟਸ ਤੋਂ ਬਾਅਦ ਪੈਸੇ ਕਿੰਨੇ ਜਮ੍ਹਾਂ ਕਰਾਓਗੇ ਉਹ ਮੰਗਣਗੇ। ਫਿਰ ਜੇ ਉਹਨਾਂ ਨੇ ਲੋਕਰ ਲੈਣਾ, ਲੋਕਰ ਦੇ ਵਿੱਚ ਕਹਿਣਗੇ ਤੁਹਾਨੂੰ ਇੰਨੀ ਐਫਡੀ ਕਰਾਉਣੀ ਚਾਹੀਦੀ ਹੈ, ਇਹ ਉਹਨਾਂ ਲਈ। ਪਰ ਦੂਜੇ ਬੰਦਿਆਂ ਨੇ ਕੀ ਹੈਗਾ, ਇਹ ਅਸੀਂ ਉਹਨਾਂ ਨਾਲ ਗੁੱਸੇ ਨਾਲ ਗੱਲ ਨਹੀਂ ਕਰਦੇ। ਜਿਹੜੇ ਉਹ ਬੰਦੇ ਆ, ਉਹ ਲੋਕਰ ਉਹਨਾਂ ਦੇ ਆ, ਪੈਸਾ ਉਹਨਾਂ ਦੇ ਆ, 9-9 10-10 ਲੋਕਰ ਉਹਨਾਂ ਦੇ ਆ, ਜਿਹਨਾਂ 'ਚ ਸੋਨਾ ਪਿਆ, ਜਿਹਨਾਂ 'ਚ ਪੈਸਾ ਪਿਆ, ਜਿਹਨਾਂ 'ਚ CID ਨੂੰ ਪਤਾ, ਜਿਹਦੇ ਸਾਰਿਆਂ ਨੂੰ ਪਤਾ, ਕੋਈ ਰੇਡ ਨਹੀਂ ਹੁੰਦਾ। ਰੇਡ ਕਿਹਨਾਂ ਦੇ? ਤੁਹਾਡੇ ਹੋਊਗਾ, ਮੇਰੇ ਹੋਊਗਾ, ਨਾਲ ਦੇ ਗੁਆਂਢੀਆਂ ਦੇ ਹੋਊਗਾ। ਇਹ ਹੈ ਸਾਡੀ ਸਿਸਟਮ, ਤੇ ਇਹ ਹੈਗਾ ਆਪਣਾਵਾਦ, ਇਹੀ ਹੈਗਾ ਰਿਓੜੀ ਕਲਚਰ। ਬਿਲਕੁਲ ਜੀ, ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਹੈ। ਅਸੀਂ ਤਾਂ ਰਿਓੜੀ ਕਲਚਰ ਦੀ ਪਰਿਭਾਸ਼ਾ ਦੱਸਦੇ ਪਏ ਹਾਂ ਕਿ ਰਿਓੜੀ ਕਲਚਰ ਹਰ ਥਾਂ ਤੇ ਹੈ, ਜੋ ਮਰਜ਼ੀ ਉਹਦਾ ਨਾਂ ਰੱਖੀ ਜਾਓ, ਪਰ ਇਹ ਹੈ ਕਿ ਫੇਵਰਿਟਿਜ਼ਮ, ਪਰ ਰੇੜੀਆਂ ਮਿੱਠੀਆਂ, ਪਾਰਸ਼ੈਲਿਟੀ। ਰਿਓੜੀਆਂ ਮਿੱਠੀਆਂ ਹੁੰਦੀਆਂ ਨੇ, ਕੌੜੀਆਂ ਨਹੀਂ ਹੁੰਦੀਆਂ। ਚਲੋ ਆਪਾਂ ਅੱਗੇ ਚੱਲਦੇ ਆ। ਮਿੱਠੀਆਂ ਰਿਓੜੀਆਂ ਖਾ ਲਈਆਂ, ਕਾਫੀ ਆਪਾਂ ਗੱਲ ਕੀਤੀ ਇਹਦੇ ਉੱਤੇ। ਇਹ ਵਿਸ਼ਾ ਥੋੜਾ ਜਿਹਾ ਬ੍ਰੌਡ ਵਿਸ਼ਾ ਹੈ, ਕਿਉਂਕਿ PM ਸਾਹਿਬ ਨੇ ਗੱਲ ਕੀਤੀ ਹੈ ਤਾਂ ਫਿਰ ਗੱਲ ਵੀ ਉਸੇ ਸਿਲਸਿਲੇ 'ਚ ਹੋਣੀ ਚਾਹੀਦੀ ਹੈ। ਕੁਝ ਨਹੀਂ, ਪਰ ਅਸੀਂ ਉਹਦਾ ਕੱਢ ਦਿੱਤਾ, ਸਾਰਾ ਸਿੱਟਾ ਕੱਢ ਦਿੱਤਾ। ਹੁਣ ਅੱਗੇ ਰਾਸ਼ਟਰਪਤੀ ਦੀਆਂ ਚੋਣਾਂ ਦਾ ਸਿੱਟਾ ਕੀ ਨਿਕਲਣਾ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਰਾਸ਼ਟਰਪਤੀ ਦੀਆਂ ਚੋਣਾਂ ਹੋ ਰਹੀਆਂ ਨੇ, ਔਰ ਉਸ ਤੋਂ ਬਾਅਦ ਜਿਹੜੀ ਸਾਰੀ ਰਿਜ਼ਲਟ ਦੀ ਘੋਸ਼ਣਾ ਹੋਣੀ, ਕਿਉਂਕਿ ਇਸ ਵਕਤ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਹਾਂ, ਇਹ ਪ੍ਰੋਸੈਸ ਚੱਲਦਾ ਪਿਆ। ਹੁਣ ਇਹ ਪ੍ਰੋਸੈਸ ਅੱਗੇ ਜਾ ਕੇ ਕਿਸ ਨਤੀਜੇ ਤੇ ਪਹੁੰਚਦਾ ਹੈ ਜਦੋਂ ਕਾਊਂਟਿੰਗ ਹੋਣੀ ਹੈ, ਲੇਕਿਨ ਚਾਂਸਸ ਤਾਂ ਇਹੀ ਨੇ ਕਿ ਦ੍ਰੋਪਦੀ ਜੀ ਨੇ ਹੀ ਅਗਲੀ ਪ੍ਰੈਜ਼ੀਡੈਂਟ ਬਣਨਾ ਹੈ। ਜੇ ਤੁਹਾਡੀ ਭਿੱਖਬਾਣੀ ਆ, ਇਹ ਭਵਿੱਖਬਾਣੀ ਸਭ ਜਾਣਦੇ ਨੇ। ਤੁਸੀਂ ਕਹਤਾ ਕਿਉਂਕਿ ਭਿੱਖਬਾਣੀ ਤਾਂ ਹੈਗਾ ਕਿ ਰੂਲਿੰਗ ਪਾਰਟੀ ਦੇ ਕੈਂਡੀਡੇਟ ਨੇ ਉਹ द्रौपदी मुर्मू जी, और ਜਿਹਦੇ ਵਿੱਚ ਜਸਵੰਤ ਸਿਨਹਾ ਜੀ ਵੈਸੇ ਸੀਨੀਅਰ ਉਹਨਾਂ ਤੋਂ, ਇਹ ਗਵਰਨਰ ਨੇ ਸਾਬਕਾ ਝਾਰਖੰਡ ਦੇ ਜਿਹੜੇ ਮੈਡਮ ਨੇ, ਔਰ ਜਿਹੜੇ ਇਹ NDA ਦੇ ਹੈਗੇ ਕੈਂਡੀਡੇਟ ਜੀ। ਤੇ ਜਿਹੜੇ ਮੈਂ ਤੁਹਾਡੀ ਗੱਲ ਵਿੱਚੋਂ ਕੱਟੀ ਹੈ, ਕੋਈ ਗੱਲ ਨਹੀਂ, ਮੈਂ ਇਸ ਕਰਕੇ ਕੱਟ ਰਿਹਾ ਨਹੀਂ, ਤੁਸੀਂ ਬਹੁਤ ਵਧੀਆ ਪੁਆਇੰਟ ਚੁੱਕਿਆ। ਜਸਵੰਤ ਸਿਨਹਾ ਜੀ ਜਿਹੜੇ ਆ, ਇਹ ਜਿਹੜੀਆਂ ਬਾਕੀ ਆਪੋਜੀਸ਼ਨ ਪਾਰਟੀਆਂ ਉਹਨਾਂ ਦੇ ਕੈਂਡੀਡੇਟ ਆ। ਆਪੋਜੀਸ਼ਨ ਦੀ ਪਾਰਟੀਆਂ ਵਿੱਚੋਂ ਇਹ ਕਦੀ ਵੀ ਕੋਈ ਅਜੇ ਤੱਕ ਨਹੀਂ ਜਿੱਤਿਆ। ਉਪ ਰਾਸ਼ਟਰਪਤੀ ਦੀ ਵੀ ਚੱਲ ਰਹੀ ਹੈ, ਉਹ 'ਚ ਵੀ ਉਹ ਚੱਲ ਰਿਹਾ ਗੇਮ, ਉਹ ਵੀ ਸ਼ੁਰੂ ਹੋ ਰਹੀ ਹੈ। ਉਹਦੇ ਵਿੱਚ ਵੀ ਤਾਂ ਆਪਾਂ ਬਾਅਦ ਡਿਸਕਸ ਕਰਦੇ ਹਾਂ। ਉਹਦੇ 'ਚ ਵੀ ਰਾਜਪਾਲ ਨੇ ਹੈਗੇ ਨਵੇਂ। ਔਰ ਦੂਸਰੀ ਗੱਲ ਇਹ ਰਹੀ ਕਿ ਇਹ ਜਿਹੜੇ ਹੁਣ ਅੱਜ ਕੱਲ੍ਹ ਜਿਹੜੇ NDA ਦੇ ਕੈਂਡੀਡੇਟ ਨੇ, ਇਹਨਾਂ ਨੂੰ ਇਹ ਰਾਜਪਾਲ ਰਹੇ ਨੇ, ਝਾਰਖੰਡ ਦੇ ਆ, ਪਰ ਜਿਹੜੇ ਇਸ ਵੇਲੇ ਸੂਝਵਾਨ ਨੇ ਸੀ, ਉਹ ਸੂਝਵਾਨ ਇੰਟੈਲੀਜੈਂਟ ਹੈ, ਉਹ ਜਸਵੰਤ ਸਿਨਹਾ ਜੀ ਹੈ। ਜਸਵੰਤ ਸਿਨਹਾ ਜੀ ਮੋਦੀ ਸਾਹਿਬ ਦੇ ਉਸ ਟਾਈਮ ਦੇ ਬੰਦੇ ਨੇ, ਉਦੋਂ ਦਾ ਤੋਂ ਪੁਰਾਣੇ ਨੇ, ਜਿਸ 'ਚ ਅਡਵਾਨੀ ਸਾਹਿਬ ਉਸ ਟਾਈਮ ਦੇ, ਪਰ ਫਾਈਨਾਂਸ ਮਿਨਿਸਟਰ ਵੀ ਰਹੇ ਆ, ਸਾਰਾ ਕੁਝ ਜਾਣਦੇ ਆ। ਪਰ ਤੁਹਾਡੀ ਗੱਲ ਭਿੱਖਬਾਣੀ ਤੇ ਇਹੀ ਹੋ ਗਈ। ਪਰ ਇਹਦੇ 'ਚ ਦੇਖੋ, ਭਿੱਖਬਾਣੀ ਇਹਦੇ ਸਾਰੇ ਜਾਣਦੇ ਨੇ। ਇਹਦੇ 'ਚ ਪਤਾ ਕਿ ਸੰਸਦ ਮੈਂਬਰ ਹੋਣਗੇ, ਵਿਧਾਇਕ ਹੋਣਗੇ, ਉਹਨਾਂ ਨੇ ਵੋਟਿੰਗ ਕਰਨੀ ਹੈ। ਉਹ ਕੌਣ ਨੇ ਇਸ ਵੇਲੇ? ਮੈਜੋਰਟੀ ਕਿੱਥੇ ਆ? ਪਾਰਲੀਮੈਂਟ 'ਚ ਇਸ ਵੇਲੇ ਲੋਕ ਸਭਾ 'ਚ ਸਾਰੇ ਮੈਂਬਰ ਕਿਹਦੇ ਨੇ? ਰੂਲਿੰਗ ਪਾਰਟੀ NDA ਦੇ, ਭਾਜਪਾ ਦੇ। ਦੂਜੀ ਰਹੀ ਵਿਧਾਇਕ, ਜਿੱਥੇ ਹੈਗੇ ਪੰਜਾਬ ਨੂੰ ਛੱਡ ਕੇ ਬਾਕੀ ਕਿੱਥੇ ਹੈਗੇ? ਸਾਰੇ ਇਹਨਾਂ ਦੇ ਲੋਕ ਨੇ। ਮੈਜੋਰਟੀ ਆ ਕੇ ਕੁਝ ਨਹੀਂ, ਕੁਝ ਗਿਣਤੀ ਦੀਆਂ ਵੋਟਾਂ ਤੇ ਨਹੀਂ ਜਿੱਤਣਗੇ, ਇਹ ਮੈਜੋਰਟੀ ਤੇ ਬਹੁਮਤ ਲੈ ਕੇ ਜਿੱਤਣਗੇ। ਅੱਛੀ ਗੱਲ ਹੈ, ਵਧਾਈਆਂ ਸਾਨੂੰ NDA ਵੱਲੋਂ ਦੇ ਲਈ। ਬਟ ਇਹ ਹੈ ਕਿ ਸਾਡੇ ਪੰਜਾਬ ਦਾ ਵੀ ਉਹਦੇ ਵਿੱਚ ਜ਼ਿਕਰ ਕਰਨਾ ਬਣਦਾ, ਕਿਉਂਕਿ ਸੁਖਬੀਰ ਬਾਦਲ ਜੀ ਨੇ ਕਾਫੀ ਦੇਰ ਪਹਿਲਾਂ, ਕੁਝ ਦਿਨ ਪਹਿਲਾਂ ਇਹ ਗੱਲ ਅਨਾਉਂਸ ਕੀਤੀ ਸੀ ਕਿ ਉਹਨਾਂ ਨੂੰ ਵੀ ਆਪਣੇ ਕੌਨਫੀਡੈਂਸ 'ਚ ਲਿੱਤਾ ਗਿਆ ਹੈ ਰੂਲਿੰਗ ਪਾਰਟੀ ਵੱਲੋਂ, ਜੋ ਸੈਂਟਰ ਵਿੱਚ ਬੈਠੀ ਆ, ਤੇ ਇਹਨਾਂ ਨੇ ਸਪੋਰਟ ਕੀਤਾ ਹੈ। ਦ੍ਰੌਪਦੀ ਮੈਡਮ ਨੂੰ ਜੀ, ਠੀਕ ਹੈ ਨਾ। ਹੁਣ ਇਹਨਾਂ ਦੇ ਹਰਸਿਮਰਤ ਕੌਰ ਵੀ ਉੱਥੇ ਗਏ ਨੇ ਜੀ, ਆਲ ਪਾਰਟੀ ਮੀਟਿੰਗ ਹੈਗੀ, ਉੱਥੇ ਹੈਗੇ। ਪਰ ਜਦੋਂ ਕਿਸਾਨ ਦਾ ਮੁੱਦਾ ਆਉਂਦਾ ਸੀਗਾ, ਜਦੋਂ ਕਾਨੂੰਨ ਆ ਗਿਆ ਰੱਦ ਕਰਨੇ, ਉਹਦੇ ਦੌੜ ਆਏ ਇੱਥੋਂ, ਪਾਰਲੀਮੈਂਟ ਛੱਡ ਆਏ। ਇਹ ਦੇਖੋ ਕਿਸ ਤਰ੍ਹਾਂ ਦੀ ਗੱਲ ਹੈਗਾ। ਇੰਟੈਲੀਜੈਂਟ ਲੋਕਾਂ ਨੂੰ ਪਤਾ, ਪੜ੍ਹੇ ਲਿਖੇ ਲੋਕਾਂ ਨੂੰ ਪਤਾ। ਉਦੋਂ ਕਹਿੰਦੇ ਪਾਰਲੀਮੈਂਟ ਨਾਲ ਸਾਡਾ ਕੋਈ ਵਾਸਤਾ ਨਹੀਂਗਾ। ਬਾਦਲ ਸਾਹਿਬ ਨੇ ਆਪ ਖੁਦ ਜਾ ਕੇ ਮੋਦੀ ਸਾਹਿਬ ਨੂੰ ਮਿਲ ਕੇ ਕਿਹਾ ਕਿ ਮੇਰੀ ਇਹ ਡਾਟਰ ਲਾ, ਇਹਨੂੰ ਮੰਤਰੀ ਬਣਾਇਆ ਜਾਵੇ। ਇਹ ਗੱਲਾਂ ਵੀ ਹੈਗੀਆਂ, ਕਿਉਂਕਿ ਸਾਨੂੰ ਤਾਂ ਪਤਾ ਹੈਗਾ, ਮੀਡੀਆ ਨੂੰ ਪਤਾ ਹੈਗਾ। ਦੇਖੋ ਹੁਣ ਫਿਰ ਇਹ ਦੁਬਾਰਾ ਉਸ ਦੌੜ 'ਚ ਸ਼ਾਮਲ ਹੋ ਗਏ। ਕਿਸ ਦੌੜ 'ਚ? ਰਾਸ਼ਟਰਪਤੀ ਵਾਲੀ ਦੌੜ 'ਚ।
ਜੇ ਹਾਂ ਕਰ ਦਿੱਤੀ ਹੈ ਤਾਂ ਕੱਲ੍ਹ ਨੂੰ 100 ਕੰਮ ਇਹਨਾਂ ਦੇ ਹੈਗੇ ਆ। ਪੰਜਾਬ ਦੇ ਵਿੱਚ ਵਜ਼ਾਰਤ ਬਣਾਉਣ ਦੇ ਕੰਮ ਹੈਗੇ ਆ, ਬਾਹਰਲੇ ਸੂਬਿਆਂ 'ਚ ਵਜ਼ਾਰਤ ਬਣਾਉਣੀ ਹੁੰਦੀ ਆ ਔਰ ਬੜਾ ਕੁਝ ਕਰਨਾ ਦਾ। ਅਕਾਲੀ ਦਲ ਤੇ ਖੇਤਰੀ ਪਾਰਟੀ, ਰੀਜਨਲ ਪਾਰਟੀ ਹੈ, ਨੈਸ਼ਨਲ ਪਾਰਟੀ ਨਹੀਂ। ਤੇ ਨਾ ਹੀ ਸਾਡੀ ਆਪ ਪਾਰਟੀ ਨੈਸ਼ਨਲ ਪਾਰਟੀ ਬਣੀ ਹੈ। ਪਾਰਟੀ ਕਿਹੜੀ ਨੈਸ਼ਨਲ ਹੈਗੀ? ਐਨਡੀਏ। ਉਹਨਾਂ ਦੇ ਬੋਲਬਾਲਾ, ਉਹਨਾਂ ਨੇ ਰਾਸ਼ਟਰਪਤੀ ਚੁਣਨਾ, ਉਹਨਾਂ ਨੇ ਉਪ ਰਾਸ਼ਟਰਪਤੀ ਬਣਾਉਣਾ ਔਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ। ਤਰੀਕੇ ਨਾਲ ਸਾਰਾ ਕੁਝ ਹੋ ਗਿਆ। ਅਗਲੇ ਆਪਾਂ ਦੇਖਾਂਗੇ ਅਗਲੇ ਪੰਨੇ ਦਿਨਾਂ ਦਾ ਕੀ ਇਤਿਹਾਸ ਹੈ। ਬਿਲਕੁਲ ਠੀਕ ਹੈ, ਬਟ ਇੱਕ ਗੱਲ ਹੈ ਕਿ ਅੱਜ ਤੱਕ ਕਿਹਾ ਜਾਂਦਾ ਸੀਗਾ ਕਿ ਜੋ ਰਾਸ਼ਟਰਪਤੀ ਨੇ ਉਹ ਇੱਕ ਰਬੜ ਸਟੈਂਪ ਵਾਕਨ ਹੁੰਦੇ ਨੇ, ਕਹਿੰਦੇ ਸੀ। ਪਰ ਇਸ ਵਕਤ ਆਈ ਹੋਪ ਆਪਾਂ ਸਾਰੇ ਹੀ ਉਮੀਦ ਕਰਦੇ ਹਾਂ, ਸਿਰਫ ਮੈਂ ਨਹੀਂ, ਕਿ ਜੋ ਆਪਣੇ ਨਵੇਂ ਰਾਸ਼ਟਰਪਤੀ ਹੋਣਗੇ, ਕਿਉਂਕਿ ਨਾਰੀ ਸਸ਼ਕਤੀਕਰਨ ਦਾ ਸਮਾਂ ਹੈ ਨਾ, ਵੂਮਨ ਐਮਪਾਵਰਮੈਂਟ ਦਾ ਸਮਾਂ ਹੈ। ਔਰ ਦ੍ਰੋਪਦੀ ਜੀ ਆ ਰਹੇ ਨੇ, ਮਾਨਯੋਗ ਦ੍ਰੋਪਦੀ ਜੀ ਸਾਡੇ ਪ੍ਰੈਜ਼ੀਡੈਂਟ ਬਣ ਰਹੇ ਨੇ, ਤਾਂ ਉਹ ਰਬੜ ਸਟੈਂਪ ਨਹੀਂ ਹੋਣਗੇ, ਉਹ ਵਾਕਈ ਫੈਸਲੇ ਲੈਣਗੇ। ਰਬੜ ਸਟੈਂਪ ਪਤਾ ਕਿਉਂ ਹੈਗਾ? ਇਹ 'ਚ ਵੀ ਇੱਕ ਹੈਗਾ, ਜੇ ਆਪਾਂ ਸਿਵਿਕਸ ਪੜ੍ਹੀ ਹੋਏ, ਪੋਲੀਟੀਕਲ ਸਾਇੰਸ ਪੜ੍ਹੀ ਹੋਈ ਤਾਂ ਪਤਾ ਹੈ, ਤੁਸੀਂ ਪੜ੍ਹੇ ਜੇ, ਤੁਹਾਨੂੰ ਪਤਾ ਹੈਗਾ। ਉਹਦੇ 'ਚ ਇਹ ਹੈਗਾ ਕਿ ਹੈਗੀ ਆ ਡੈਮੋਕ੍ਰੇਸੀ, ਲੋਕਤੰਤਰ ਹੈਗਾ, ਜਿੱਥੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਆ। ਅਮਰੀਕਾ ਦੀ ਜਿਹੜੀ ਗੌਰਮੈਂਟ ਆ, ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਆ, ਉੱਥੇ ਕਿਹਦਾ ਚੱਲਦਾ ਸਿੱਕਾ? ਪ੍ਰੈਜ਼ੀਡੈਂਟ ਦਾ। ਜਿਹੜਾ ਬਾਈਡਨ ਸਾਹਿਬ ਨੇ ਉੱਥੇ ਬੈਠੇ ਅੱਜ ਕੱਲ੍ਹ, ਤਾਂ ਉਹਦੇ ਵਿੱਚ ਆਪਾਂ ਕਰਾਂਗੇ ਗੱਲ, ਆਪਣੇ ਇੰਡੀਅਨ ਜਿਹੜੇ ਮੂਲ ਭਾਰਤੀ ਆ ਰਹੇ ਨੇ ਔਰ ਰਿਸ਼ੀ ਜੀ ਹੈ ਨਾ, ਉਹਦੇ 'ਚ ਉਹਨਾਂ ਦਾ ਸਿੱਕਾ ਚੱਲੂਗਾ। ਪਰ ਦੇਖੋ ਉੱਥੇ ਜਿਹੜਾ ਕੁਇਕ ਡਿਸੀਜਨ ਹੁੰਦਾ ਪ੍ਰੈਜ਼ੀਡੈਂਟ ਗੌਰਮੈਂਟ ਕੋਲ ਹੁੰਦਾ। ਔਰ ਪਾਕਿਸਤਾਨ ਕੋ ਵੀ ਪ੍ਰਧਾਨ ਮੰਤਰੀ ਹੈ, ਪ੍ਰੈਜ਼ੀਡੈਂਟ ਕਈ ਵਾਰੀ ਜਦੋਂ ਪ੍ਰੈਜ਼ੀਡੈਂਟ ਜਿਹੜੇ ਕਰਦੇ ਆ ਨਾ, ਉਹ ਤਾਨਾਸ਼ਾਹੀ ਹੁੰਦੇ ਆ, ਜਿਹਦੇ 'ਚ ਜਿਹੜਾ ਉਹਨਾਂ ਨੇ ਆਪਣੀ ਆਰਮੀ ਪਿੱਛੇ ਲਾ ਕੇ ਤੇ ਆਰਮੀ ਨਾਲ ਚੱਲ ਕੇ ਉਹਨਾਂ ਨੇ ਟੇਕ ਓਵਰ ਕਰ ਲੈਂਦੇ ਆ। ਇਸ ਕਰਕੇ ਇੱਥੇ ਵਾਰੀਅਰ ਕੌਮ ਦਾ ਬੰਦਾ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਕਦੀ ਜਿਹੜਾ ਉਹ ਨਹੀਂ ਬਣਾਉਂਦੇ ਆਰਮੀ ਦਾ ਹੈੱਡ। ਵੈਸੇ ਇਹ ਚੀਜ਼ ਨਾ ਹਮੇਸ਼ਾ ਡਿਬੇਟ 'ਚ ਰਹਿੰਦੀ ਹੈ ਕਿ ਸਾਡਾ ਜੋ ਫੈਡਰਲ ਸਟਰਕਚਰ ਹੈ, ਸਾਡਾ ਜੋ ਕਨਸਟੀਟਿਊਸ਼ਨ ਹੈ, ਉਹਦਾ ਡਿਜ਼ਾਈਨ ਇਹ ਕਹਿੰਦਾ ਹੈ ਕਿ ਉਹਦੇ 'ਚ ਇਹ ਆਉਂਦਾ ਕਿ ਪ੍ਰੈਜ਼ੀਡੈਂਟ ਕੀ ਕਰਨਗੇ ਔਰ ਗਵਰਨਰ ਜੋ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਹਰ ਸਟੇਟ ਦੇ ਵਿੱਚ, ਉਹ ਕੀ ਕਰਨਗੇ। ਬਟ ਇਹ ਹਮੇਸ਼ਾ ਡਿਬੇਟ 'ਚ ਰਹਿੰਦਾ ਕਿ ਉਹਨਾਂ ਨੂੰ ਬਹੁਤ ਅੱਛੀਆਂ ਸੈਲਰੀਜ਼ ਮਿਲਦੀਆਂ ਨੇ, ਕਿਉਂਕਿ ਡੈਮੋਕ੍ਰੇਸੀ ਆ ਤੇ ਟੈਕਸ ਪੇਅਰਸ ਦੀ ਮਨੀ 'ਚੋਂ ਵੀ ਸੈਲਰੀਜ਼ ਜਾਂਦੀਆਂ ਨੇ। ਉਹਨਾਂ ਦੀਆਂ ਬੜੀਆਂ ਵਧੀਆ ਸੈਲਰੀਜ਼ ਮਿਲਦੀਆਂ ਨੇ ਪ੍ਰੈਜ਼ੀਡੈਂਟ ਸਾਹਿਬ ਨੂੰ, ਔਰ ਬਹੁਤ ਸਹੂਲਤਾਂ ਵੀ ਨੇ। ਈਵਨ ਜੋ ਸਾਡੇ ਹੁਣ ਐਕਸ ਬਣ ਜਾਣਗੇ, ਕੋਵਿੰਦ ਜੀ ਜੋ ਸਾਡੇ ਰਾਸ਼ਟਰਪਤੀ ਦੇ ਮਾਨਯੋਗ ਇਸ ਵਕਤ, ਉਹ ਜਦੋਂ ਐਕਸ ਬਣ ਜਾਣਗੇ ਉਹਨਾਂ ਨੂੰ ਕਿੰਨੀਆਂ ਫੈਸਿਲਿਟੀਆਂ ਉਦੋਂ ਵੀ ਰਹਿਣੀਆਂ ਨੇ। ਸੋ ਹਮੇਸ਼ਾ ਇਹ ਡਿਬੇਟ ਰਹਿੰਦਾ ਕਿ ਇਹ ਵੀ ਕੁਝ ਐਸਾ ਚੇਂਜਸ ਹੋਣੀਆਂ ਚਾਹੀਦੀਆਂ ਨੇ ਸਾਡੇ ਕਨਸਟੀਟਿਊਸ਼ਨ ਦੇ ਵਿੱਚ, ਸਾਡੇ ਫੈਡਰਲ ਸਟਰਕਚਰ ਦੇ ਵਿੱਚ, ਰੂਲਸ ਦੇ ਵਿੱਚ, ਕਿ ਇਹ ਸਭ ਵੀ ਜੋ ਪ੍ਰੈਜ਼ੀਡੈਂਟ ਆਫ ਇੰਡੀਆ ਨੇ, ਜੋ ਗਵਰਨਰਸ ਨੇ, ਇਹ ਵੀ ਸਭ ਕੰਮ ਕਰਨ ਨਾਲ ਮਿਲ ਕੇ ਇਹਨਾਂ ਦਾ ਵੀ ਦਖਲ ਹੋਣਾ ਚਾਹੀਦਾ ਹੈ ਪਾਲਿਸੀਜ਼ ਦੇ ਵਿੱਚ, ਤਾਂ ਕਿ ਇਹ ਵੀ ਐਕਟਿਵ ਰਹਿਣ। ਹਾਲਾਂਕਿ ਪੰਜਾਬ ਦੇ ਗਵਰਨਰ ਕਾਫੀ ਐਕਟਿਵ ਹੋਏ, ਪਿਛਲੇ ਦਿਨੀ ਆਪਣੀ ਨਿਊਜ਼ ਕਾਫੀ ਰਹੀ ਹੈ। ਖੈਰ ਇਹ ਹਮੇਸ਼ਾ ਡਿਬੇਟ ਦਾ ਵਿਸ਼ਾ ਰਹਿੰਦਾ ਹੈ। ਚਲੋ ਆਲ ਦਾ ਬੈਸਟ। ਫੈਡਰਲ ਢਾਂਚੇ ਤੇ ਬਾਅਦ ਚ ਗੱਲ ਕਰਾਂਗੇ। ਕਿਤੇ ਪਤਾ ਕਿ ਇਹ ਸਲੋ ਬਹੁਤ ਹੁੰਦਾ, ਸਲੋ ਬਹੁਤ ਫੈਸਲਾ ਜਿਹੜਾ ਪ੍ਰੈਜ਼ੀਡੈਂਟ ਦਾ ਨਾਲ ਹੁੰਦਾ। ਅਮਰੀਕਾ 'ਚ 2 ਮਿੰਟ ਲੱਗਦਾ, 2 ਮਿੰਟ 'ਚ ਡਿਸੀਜਨ ਓਵਰ, ਸਾਰਾ ਕੁਝ ਹੁੰਦਾ। ਜਿੱਥੇ ਇੱਥੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਆ, ਪ੍ਰਧਾਨਾਤਮਕ ਸਰਕਾਰ ਕਹਿੰਦੇ ਆ, ਬਹੁਤ ਜਲਦੀ ਹੁੰਦਾ। ਜਿਹੜੇ ਪ੍ਰਧਾਨ ਮੰਤਰੀ ਕੋਲ ਡਿਸੀਜਨ ਹੁੰਦੇ ਆ, ਜੁਡੀਸ਼ਰੀ ਜੇ ਉੱਧਰ ਜਾ ਕੇ ਬਿੱਲ ਵੀ ਜਿਹੜੇ ਪਾਸ ਹੋਣੇ ਆ, ਬਹੁਤ ਸਲੋ। ਉਦੋਂ ਤੱਕ ਮਹਿੰਗਾਈ ਕਿਤੇ ਵੱਧ ਜਾਂਦੀ ਹੈ, ਅਜੇ ਤੱਕ ਉਹ ਪਾਸ ਨਹੀਂ ਹੁੰਦਾ, ਬਜਟ ਕਿਤੇ ਦਾ ਕਿਤੇ ਪਹੁੰਚ ਜਾਂਦਾ। ਸਾਡੀ ਜੁਡੀਸ਼ਰੀ ਦੇਖ ਲਓ ਕੀ ਕਰਦੀ। ਹੁਣ ਡਿਸੀਜਨ ਹੋਇਆ 10 ਸਾਲ ਪੁਰਾਣੇ, ਕਿੰਨੀ ਦੇਰ ਬਾਅਦ ਅੰਦਰ ਹੋਇਆ। ਜਿਹੜਾ ਨਵਜੋਤ ਸਿੱਧੂ ਕਿੰਨੀ ਦੇਰ ਬਾਅਦ ਅੰਦਰ ਕੀਤਾ ਹੈ ਨਾ, ਮਜੀਠੀਆ ਜੀ ਵੀ, ਵਿਕਰਮ ਮਜੀਠੀਆ ਦੇਖੋ, ਉਹਦੇ ਤੇ ਜਲਦੀ ਐਕਸ਼ਨ ਹੋ ਗਿਆ। ਔਰ ਇਸ ਤਰ੍ਹਾਂ ਦੇ ਇਹ ਹਾਦਸਾ ਵੀ ਆਉਂਦੇ ਨੇ ਤੇ ਅਫਸੋਸ ਵੀ ਆਉਂਦਾ। ਪੁਰਾਣੀ ਕਹਾਵਤ ਹੈ ਨਾ ਕਿ ਪਰਮਾਤਮਾ ਦੀ ਚੱਕੀ ਚੱਲਦੀ ਹੈ ਪਰ ਹੌਲੀ ਹੌਲੀ ਚੱਲਦੀ ਹੈ। ਇਹ ਕਹਾਵਤ ਹੈ। ਬਾਬਰ ਨੇ ਚੱਕੀਆਂ ਚਲਾਈਆਂ, ਤੇ ਬਾਬਰ ਨੇ ਚੱਕੀਆਂ ਚਲਾਈਆਂ ਹੱਥ 'ਚ। ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਨਾਲ ਕਿਹਾ ਜਾਂਦਾ ਹੈ ਕਿ ਜਸਟਿਸ ਹਰਿਡ ਇਜ਼ ਜਸਟਿਸ ਬਰਿਡ। ਨਾ ਛੇਤੀ ਹੋਵੇ ਨਾ ਦੇਰ ਨਾਲ ਹੋਵੇ, ਇੱਕ ਸੰਤੁਲਨ ਬੈਲੈਂਸ ਚਾਹੀਦਾ। ਕੰਟਰੀ 'ਚ ਬਹੁਤ ਜਲਦੀ ਹੁੰਦਾ ਬੈਲੈਂਸ ਚਾਹੀਦਾ ਸਾਰਾ ਕੁਝ। ਜਦੋਂ ਧਰਤੀ ਜੀ ਦੱਬ ਦਿੰਦੇ, ਸਾਜ਼ਿਸ਼ ਜਿਹਨੇ ਕੀਤੀ, ਜਿਹਨੇ ਕੀਤਾ, ਹੱਥ ਪੈਰ ਕੱਟਦੇ ਆ ਪੂਰੀ। ਉਹ ਇੱਕ ਅਲੱਗ ਹੈ ਨਾ, ਉਹ ਸ਼ਰੀਅਤ ਦੇ ਮੁਤਾਬਿਕ ਹੈ, ਪਰ ਆਪਾਂ ਇੱਥੇ ਕਨਸਟੀਟਿਊਸ਼ਨ ਦੇ ਮੁਤਾਬਿਕ ਚੱਲਦੇ ਆ। ਖੈਰ ਆਪਾਂ ਹੁਣ ਅੱਗੇ ਵਧੀਏ ਕਿ ਲੋਕ ਸਭਾ ਦਾ ਸੈਸ਼ਨ, ਜੋ ਨਵਾਂ ਮੌਨਸੂਨ ਸੈਸ਼ਨ ਹੈ ਜੀ, ਉਹ ਸ਼ੁਰੂ ਹੋ ਗਿਆ ਔਰ ਉਹਦੇ ਵਿੱਚ ਆਲ ਪਾਰਟੀ ਮੀਟਿੰਗ ਹੈ। ਮਹਿੰਗਾਈ ਦੇ ਉੱਤੇ ਗੱਲਬਾਤ ਹੋਏਗੀ। ਅਗਨੀਪਥ ਸਕੀਮ ਜੋ ਆਰਮਡ ਫੋਰਸਿਸ ਨੂੰ ਲੈ ਕੇ ਪਿਛਲੇ ਦਿਨੀ ਕਾਫੀ ਚਰਚਾ 'ਚ ਰਹੀ ਹੈ, ਉਹਦੇ ਬਾਰੇ ਵੀ ਬਹਿਸ ਹੋਏਗੀ। ਵਿਰੋਧੀ ਧਿਰਾਂ ਵੀ ਹੋਣਗੀਆਂ। ਹੁਣ ਇਹ ਬਹਿਸ ਤਾਂ ਬਹਿਸ ਹੀ ਹੈ। ਅਸੀਂ ਦੇਖਦੇ ਕਿ ਕਈ ਵਾਰ ਬਹਿਸ ਬਹੁਤ ਗਰਮਾ ਜਾਂਦੀ ਹੈ। ਕਈ ਥਾਵਾਂ 'ਤੇ ਤਾਂ ਉਹ ਕਾਗਜ਼ ਵੀ ਫਾੜ ਦਿੰਦੇ ਨੇ, ਬਿਲਸ ਵੀ ਫਾੜ ਦਿੰਦੇ ਨੇ, ਇੱਕ ਦੂਜੇ ਦੇ ਉੱਤੇ ਵੀ ਸੁੱਟ ਦਿੰਦੇ ਨੇ ਫਾੜ ਕੇ। ਔਰ ਕਈ ਥਾਂ 'ਤੇ ਤਾਂ ਮੈਂ ਇਹ ਵੀ ਦੇਖਿਆ, ਗਮਲੇ ਵੀ ਚੁੱਕ ਕੇ ਬਾਹਰ, ਜਦੋਂ ਗੈਲਰੀ ਦੇ ਵਿੱਚ ਆਏ, ਗਮਲੇ ਤੋੜ ਦਿੱਤੇ ਉਹਨਾਂ ਨੇ ਫੜ ਕੇ। ਸੋ ਇਹ ਗੁੱਸੇ, ਮਾਈਕ ਵੀ ਤੋੜ ਦਿੰਦੇ ਨੇ, ਇੱਕ ਦੂਜੇ ਦੇ ਉੱਤੇ ਸੁੱਟ ਦਿੰਦੇ ਨੇ। ਸੋ ਇਹ ਤਮਾਸ਼ੇ ਅਸੀਂ ਦੇਖਦੇ ਰਹਿੰਦੇ ਹਾਂ, ਪਰ ਹੋਪਫੁਲੀ ਇਹ ਤਾਂ ਸਭ ਸਹੀ ਰਹੇਗਾ। ਕਿ ਤੁਹਾਡਾ ਕੀ ਖਿਆਲ ਹੈ ਕਿ ਅਗਨੀਪਥ 'ਤੇ ਸਾਰੇ ਜਿਹੜੇ ਬੜੇ ਗਰਮ ਜੋਸ਼ੀ 'ਚ, ਹਾਲਾਂਕਿ ਪੰਜਾਬ ਗੌਰਮੈਂਟ ਦੇਖੋ ਪਹਿਲਾਂ ਉਹਦੇ ਖਿਲਾਫ ਤੇ ਬਾਅਦ ਵਿੱਚ ਬੈਕਡੋਰ ਤੋਂ ਉਹਦੀ ਤਾਰੀਫ, ਇਹ ਦੇਖੋ ਦੋਗਲਾਪਨ।
ਸੋ ਇਹ ਵੀ ਠੀਕ ਨਹੀਂ ਰਿਹਾ। ਔਰ ਮਹਿੰਗਾਈ ਤਾਂ ਇੱਕ ਮਜ਼ਾਕ ਬਣਿਆ ਹੋਇਆ ਕਿ ਜੇ ਕਿਸੇ ਦਾ ਕੱਦ ਨਹੀਂ ਵੱਧਦਾ ਤੇ ਉਹਦਾ ਨਾਮ ਮਹਿੰਗਾਈ ਰੱਖਦੇ, ਉਹਦਾ ਕੱਦ ਵਧਣਾ ਸ਼ੁਰੂ ਹੋ ਜਾਊਗਾ। ਹੁਣ ਮਹਿੰਗਾਈ ਨੂੰ ਕਿੱਦਾਂ ਨਕੇਲ ਪਾਉਣੀ ਹੈ ਤਾਂ ਕਿਸੇ ਨੂੰ ਅੱਜ ਤੱਕ ਸਮਝ ਨਹੀਂ ਆਈ। ਇਹ ਗੱਲ ਠੀਕ ਹੈ, ਮੌਨਸੂਨ ਪਾਉਣਾ ਜਿਹੜੀਆਂ ਆ ਰਹੀਆਂ ਉਹਦਾ ਤੇ ਉਹਦੇ ਅਕੋਰਡਿੰਗ ਜਿਹੜਾ ਹੁੰਦਾ ਹੈ ਕਿ ਮੌਨਸੂਨ ਸੈਸ਼ਨ ਹੁੰਦਾ ਪਾਰਲੀਮੈਂਟ ਦਾ, ਔਰ ਇਹਦੇ 'ਚ ਵੈਸੇ ਮੈਜੋਰਟੀ ਬਹੁਤ ਮਾਤਰਾ ਉੱਥੇ ਐਨਡੀਏ ਦਾ ਹੈਗਾ, ਉਹ ਤਾਂ ਹੈ ਹੀ ਹੈ, ਭਾਜਪਾ ਦਾ ਹੈਗਾ। ਪਰ ਇਸ ਵੇਲੇ ਜਿਹੜੇ ਮੁੱਦੇ ਲਏ ਜਾ ਰਹੇ ਆ, ਅਗਨੀਪਥ ਦਾ ਮੁੱਦਾ ਤਾਂ ਇਹਨਾਂ ਦਾ ਹੈਗਾ, ਮਹਿੰਗਾਈ ਦਾ ਮੁੱਦਾ ਹੈਗਾ, ਔਰ ਉਹਦੇ 'ਚ ਹੋਰ ਮੁੱਦੇ ਜਿਹੜੇ ਬੇਰੁਜ਼ਗਾਰੀ ਦਾ ਵੀ ਹੈਗਾ, ਬੜੇ ਮੁੱਦੇ ਲੈ ਕੇ ਡਿਸਕਸ ਹੋਊਗਾ। ਪਰ ਉਹਦੇ 'ਚ ਦੇਖੋ ਜਿਹੜੀਆਂ ਪਾਰਟੀਆਂ ਆਪੋਜੀਸ਼ਨ ਹੈਗੀਆਂ ਉਹਦੇ 'ਚ ਕਾਂਗਰਸ ਦੇ ਜਿਹੜੇ ਹੈਗੇ ਉਹਨਾਂ ਦੇ ਅਣਸੁਣੀ ਰਹਿ ਜਾਂਦੀ ਆ। ਉਹ ਨਾ ਤਾਂ ਕੋਈ ਬੋਲਣ ਵਾਲੇ ਬੰਦੇ ਉੱਥੇ ਬੈਠੇ ਆ, ਨਾ ਕੋਈ ਬਹੁਤੇ ਅੱਛੇ ਬੁਲਾਰੇ ਆ। ਜਿਸ ਤਰ੍ਹਾਂ ਹੁਣ ਆਪਣੇ ਸਿਮਰਨਜੀਤ ਮਾਨ ਜੀ ਗਏ ਆ, ਇੰਗਲਿਸ਼ ਜਾਣਦੇ ਆ, ਹਿੰਦੀ ਬੋਲ ਸਕਦੇ ਆ, ਪੰਜਾਬੀ ਤਾਂ ਬੋਲਦੇ ਆ। ਇਸ ਤਰ੍ਹਾਂ ਦਾ ਲੋਕ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ। ਰਾਜ ਸਭਾ 'ਚੋਂ ਜਿਹੜੇ ਗਏ ਨੇ ਸਾਡੇ ਜਿਹੜੇ 4 ਉੱਧਰੋਂ ਪਹਿਲੋਂ ਭੇਜੇ ਆ, 2 ਮੁੜ ਕੇ ਭੇਜੇ ਆ ਜਿਹਦੇ 'ਚ ਹੈ ਨਾ, ਉਹ ਵੀ ਹੁਣ ਇੰਨਾ ਕੁਝ ਨਹੀਂ ਬੋਲ ਸਕਣਗੇ। ਹੁਣ ਹਰਭਜਨ ਭੱਜੀ ਜਿਹੜੇ ਹੈਗੇ ਉਹ ਤਾਂ ਜੇ ਬੋਲੇ ਤਾਂ ਸਿਰਫ ਇਹਦੇ 'ਤੇ ਬੋਲਣਗੇ, ਪੋਲੀਟਿਕਸ ਤਾਂ ਨਹੀਂ ਗੱਲ ਕਰਨਗੇ, ਜਿਹੜੀ ਕਰਨਗੇ ਖੇਡਾਂ ਦੇ ਬਾਰੇ ਗੱਲ ਕਰ ਸਕਦੇ, ਸਪੋਰਟਸ ਦੀ ਗੱਲ ਹੋ ਸਕਦੀ ਹੈ, ਉਹਦੇ ਬਾਰੇ ਨਹੀਂ ਪਤਾ ਹੋਗਾ। ਉਹਦੇ ਹੁਣ ਇਹ ਨਹੀਂ ਪਤਾ ਹੋਗਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਨੇ, ਹੈ ਨਾ, ਪੰਜਾਬ 'ਚ ਕੀ ਕੁਛ ਹੈਗਾ। ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ, ਪੰਜਾਬ ਦੀਆਂ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਉਜਾਗਰ ਕਰਨਾ। ਉਹ ਜਿਹੜਾ ਯੂਪੀ 'ਚੋਂ ਆ ਰਿਹਾ, ਯੂਪੀ ਦੇ ਜਿਹੜੇ ਜਿੰਨੇ ਬੁਲਾਰੇ ਬਹੁਤ ਅੱਛੇ ਆ। ਰੇਲਵੇ ਅੱਜ ਤੱਕ ਰਹੀ ਆ, ਤੇ ਬਿਹਾਰ ਦੇ 13 ਮੰਤਰੀ ਰਹੇ ਆ, 13 ਦੇ 13 ਮੰਤਰੀ ਰੇਲਵੇ ਮਿਨਿਸਟਰ ਰਹੇ ਆ, ਜਿੱਥੇ ਲਾਲੂ ਯਾਦਵ ਕੋਲ ਆਪਣੇ ਕੋਲ ਰਹੀ ਆ, ਨਿਤਿਸ਼ ਜੀ ਰਹੇ ਆ ਜਿਹੜੇ ਇਸ ਵੇਲੇ ਉੱਥੋਂ ਦੇ ਮੁੱਖ ਮੰਤਰੀ ਆ। ਔਰ ਉਹ ਯੂਪੀ ਬਿਹਾਰ ਹਮੇਸ਼ਾ ਅੱਗੇ ਰਹਿੰਦਾ। ਸਾਡੇ ਪੰਜਾਬ ਦੇ ਬੰਦੇ ਜਿਹੜੇ ਆ ਉੱਥੇ ਪਾਰਲੀਮੈਂਟ 'ਚ ਬੋਲਣ ਦੀ ਮੁਸ਼ਕਿਲ ਆ ਜਾਂਦੀ ਆ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਸ ਵੇਲੇ ਤਾਂ ਸੈਸ਼ਨ ਸ਼ੁਰੂ ਹੋ ਗਿਆ, ਪਰ ਪੰਜਾਬ ਦੀਆਂ ਸਮੱਸਿਆਵਾਂ ਨੂੰ ਅੱਗੇ ਕਿਵੇਂ ਲਿਆਉਣਾ। ਬਾਦਲ ਸਾਹਿਬ ਵੀ ਐਗਰੀਕਲਚਰ ਮਿਨਿਸਟਰ ਰਹੇ ਆ, ਪਰ ਇਹਨਾਂ ਨੇ ਕੋਈ ਕਿੰਤੂ ਪਰੰਤੂ ਨਹੀਂ ਪਤਾ ਕੀਤਾ। ਇਹਨਾਂ ਨੇ ਬਾਕਾਇਦਾ ਤੌਰ 'ਤੇ ਬਰਨਾਲਾ ਸਾਹਿਬ ਨੂੰ, ਸਰਜੀਤ ਸਿੰਘ ਬਰਨਾਲਾ ਸਾਹਿਬ ਨੂੰ ਬਣਾ ਕੇ ਮੁੜ ਕੇ ਉੱਥੇ ਉਹਨਾਂ ਨਾਲ ਗੱਲ ਕਰਕੇ ਫਿਰ ਗਏ ਆ। ਇਹ ਆਪ ਇਹਨਾਂ ਨਹੀਂ ਬੋਲ ਸਕਦੇ। ਇੱਥੇ ਪੰਜਾਬ 'ਚ ਤਾਂ ਇਹਨਾਂ ਨੇ ਚਲੋ ਬਹੁਤ ਕੁਝ ਕੀਤਾ, ਕਰਨਾ ਬਣਦਾ ਸੀ ਇਹਨਾਂ ਦਾ, ਔਰ ਇਹ ਗਈ ਹਿਸਟਰੀ ਪੰਜਾਬ ਦੀ। ਇਸੇ ਕਰਕੇ ਪੰਜਾਬ ਜੇ ਰਿਹਾ ਅੱਗੇ, ਗ੍ਰੀਨ ਰੈਵੋਲੂਸ਼ਨ ਆ ਗਿਆ, ਵਾਈਟ ਰੈਵੋਲੂਸ਼ਨ ਆ ਗਿਆ, ਹੈ ਨਾ, ਉਹ 'ਚ ਸਵੀਟ ਰੈਵੋਲੂਸ਼ਨ ਵੀ ਆਉਂਦੇ ਆਉਣੀ ਆ, ਬੜਾ ਕੁਛ ਹੈਗਾ। ਪਰ ਦੂਜੀ ਰੈਵੋਲੂਸ਼ਨ ਜਿਹੜੀ ਆ ਗਈ ਉਹਦੇ 'ਚ ਹੈਗੀ ਆ ਜਿਹੜੀ ਨਸ਼ਿਆਂ ਦੀ ਰੈਵੋਲੂਸ਼ਨ। ਇਸ ਵੇਲੇ 5 ਦਰਿਆ ਨਸ਼ਿਆਂ 'ਚ ਡੁੱਬ ਗਏ ਫਿਰ ਦੁਬਾਰਾ। ਇਹਨੂੰ ਕੰਟਰੋਲ ਕਰਨ ਵਾਲੀ ਕੋਈ ਪਾਰਟੀ ਨਹੀਂ ਅਜੇ ਤੱਕ ਜੰਮੀ, ਨਾ ਕੋਈ ਅੱਗੇ ਆਈ ਆ। ਅਜੇ ਤੱਕ ਆਪ ਵੀ ਅਜੇ ਹਥਿਆਰ ਸਿੱਧੀਆਂ ਦੇ ਸਾਹਮਣੇ। ਹੁਣ ਮੈਂ ਇਹ ਗੱਲ ਕਹਿਣੀ ਤੋਂ ਸੰਕੋਚ ਨਹੀਂ ਕਰੂੰਗਾ। ਹੁਣ ਤੱਕ ਜਦੋਂ ਇਹਨਾਂ DGP ਬਣਾ ਦਿੱਤੇ ਆ, DGP ਬਣਾ ਕੇ ਜਿਹੜੇ ਰਾਹੁਲ ਯਾਦਵ ਜੀ ਆ ਗਏ ਆ ਇਸ ਫਰੰਟ 'ਤੇ, ਉਹਨਾਂ ਨੇ ਤਲਾਸ਼ੀਆਂ ਲਈਆਂ, ਬੜਾ ਕੁਝ ਕੀਤਾ, ਪਰ ਕੀ ਨਸ਼ਾ ਰੁਕ ਗਿਆ? ਕਿੱਥੇ ਰੁਕ ਗਿਆ? ਕੌਣ ਰੁਕ ਗਿਆ? ਕਿੱਥੇ ਓਟ ਕਲੀਨਿਕ ਕਿੱਥੇ ਗਏ? ਕਿੱਥੇ ਜਿਹੜੇ ਉਹਨਾਂ ਨੇ ਸ਼ੁਰੂ ਕਰਨੇ ਅਗਸਤ ਨੂੰ ਹੋਰ ਬਣਾ ਰਹੇ ਆ। ਇਹ ਗੱਲ ਕਹਿਣੀ ਬੜੀ ਔਖੀ ਵੀ ਲੱਗਦੀ ਹੈ ਤੇ ਕਹਿ ਕੇ ਨਿਭਾਉਣੀ ਵੀ ਔਖੀ ਲੱਗਦੀ ਹੈ ਗਵਰਨਮੈਂਟ ਕੋਲ। ਇਹ ਹੈ ਜਦੋਂ ਇੱਕ ਨਾ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਨੇ ਕਿ ਜੇ ਨੀਅਤ ਠੀਕ ਨਹੀਂ ਨਾ ਤਾਂ ਨੀਤੀ ਵੀ ਠੀਕ ਨਹੀਂ ਬਣੇਗੀ। ਬਿਲਕੁਲ ਸਹੀ ਗੱਲ। ਨੀਅਤ ਹੀ ਖੋਟੀ ਹੈ ਤੇ ਨੀਤੀ ਕਿੱਥੋਂ ਸਹੀ ਬਣ ਜਾਣੀ? ਪ੍ਰਚਾਰ। ਹੁਣ ਇਹ ਜਿਹੜਾ ਇਹ ਬਾਕੀ ਪ੍ਰਚਾਰ ਹੈ, ਪ੍ਰਚਾਰ ਕਿਸੇ ਦਾ ਭੰਡੀ ਪ੍ਰਚਾਰ ਹੈ ਤੇ ਕਿਸੇ ਦੇ ਹੱਕ ਦੇ ਵਿੱਚ ਪ੍ਰਚਾਰ ਹੈ, ਬਾਕੀ ਤਾਂ ਹੋਰ ਕੁਝ ਨਹੀਂ ਹੈਗਾ। ਤਮਾਸ਼ੇਬਾਜ਼ੀਆਂ ਨੇ ਚੱਲਦੀਆਂ ਪਈਆਂ ਨੇ ਕਿ ਅੱਖਾਂ 'ਚ ਘੱਟਾ ਪਾਈ ਜੋ ਪਬਲਿਕ ਦੇ। ਪਬਲਿਕ ਵੀ ਸਿਆਣੀ ਹੈ, ਕਿੰਨਾ ਘੱਟਾ ਪਵਾ ਲੂਗੀ, ਆਫਟਰ ਆਲ ਖੜੀ ਹੋ ਜਾਂਦੀ ਹੈ। ਸੋ ਗੱਲ ਇਹ ਆ, ਹੁਣ ਜਿਹੜੀ ਆਲ ਪਾਰਟੀ ਮੀਟਿੰਗ, ਇਹ ਮਹਿੰਗਾਈ ਦੇ ਉੱਤੇ ਜੀ ਬਹਿਸ ਹੋਣੀ ਹੈ, ਅਗਨੀਪਥ ਦੇ ਉੱਤੇ ਬਹਿਸ ਹੋਣੀ, ਕੀ ਬਹਿਸ ਹੋਣੀ ਹੈ? ਤੁਸੀਂ ਜੋ ਕਰਨਾ ਉਹਦਾ ਤੁਸੀਂ ਆਲਰੇਡੀ ਫਿਕਸ ਕੀਤਾ ਹੀ ਹੋਇਆ। ਇਹ ਤਾਂ ਹੋ ਗਿਆ, ਤੁਸੀਂ ਉੱਥੋਂ ਹਿੱਲਣਾ ਨਹੀਂ, ਟਸ ਤੋਂ ਮਸ ਨਹੀਂ ਹੋਣਾ। ਨੋਟੀਫਿਕੇਸ਼ਨ ਅਗਰ ਬਹਿਸ ਕਾਦੀ ਹੋਣੀ ਹੈ? ਤੁਸੀਂ ਪਹਿਲਾਂ ਕਿਹਾ ਕਿ ਬਹਿਸ ਕਰਨੀ ਆ, ਉਹਦਾ ਨੋਟੀਫਿਕੇਸ਼ਨ ਹੋ ਗਿਆ, ਰਿਕਰੂਟਮੈਂਟ ਆ ਰਹੀ ਆ, ਉਹ 'ਚ ਜਿਹੜੀਆਂ ਐਡਵਰਟਾਈਜ਼ਮੈਂਟ ਆ ਰਹੀਆਂ, ਉਹਦੇ 'ਚ ਮੀਡੀਆ ਨੂੰ, ਜਿਹੜੇ ਗਵਰਨਮੈਂਟ ਦੇ ਮੀਡੀਆ 'ਚ ਜਾ ਰਹੇ ਆ ਸਾਰਾ ਕੁਝ ਐਡ, ਵੀ ਇਹ ਬਹੁਤ ਵਧੀਆ ਪਾਲਿਸੀ ਹੈ, ਇਹਨੂੰ ਅਪਲਾਈ ਕਰੋ, ਇਹਦੇ 'ਚ ਦੇਖੋ ਬੈਠੋ ਔਰ ਤੁਹਾਨੂੰ ਇੰਨੀ ਬੈਨੀਫਿਟ ਮਿਲੂਗਾ। ਤੁਸੀਂ ਯਾਦ ਰੱਖੋਗੇ ਕੀ ਬੈਨੀਫਿਟ ਹੋਗਾ। ਦੇਖੋ ਗੱਲ ਇਹ ਹੈ, ਬੱਚਿਆਂ ਨੂੰ ਪਤਾ, ਸਭ ਨੂੰ ਪਤਾ ਹੈ। ਹੁਣ ਦੇਖੋ ਇੱਕ ਗੱਲ ਹੈ, ਮੈਂ ਭਗਤ ਸਿੰਘ ਜੀ ਨੂੰ ਕੋਟ ਕਰਦਾ ਇਹਦੇ 'ਚ। ਭਗਤ ਸਿੰਘ ਜੀ ਦੀਆਂ ਜੋ ਗੱਲਾਂ ਨੇ ਕਿ ਅੰਗਰੇਜ਼ ਸਰਕਾਰ ਨੇ ਫਾਂਸੀ ਦੇਣੀ ਉਹ ਦੇਣੀ ਹੈ, ਇਹ ਫਾਈਨਲ ਹੈ। ਬਾਕੀ ਤੇ ਤਮਾਸ਼ਾ ਚੱਲਣ ਡਿਆ, 1 ਸਾਲ 2 ਸਾਲ ਜਿਹੜਾ ਕੇਸ ਚੱਲਦਾ ਪਿਆ ਉਹ ਚੱਲਦਾ ਪਿਆ। ਉਹਨਾਂ ਨੇ ਕਰਨਾ ਕੀ ਹੈ? ਸਾਰੇ ਗਵਾਹਾਂ ਨੂੰ, ਸਾਰੇ ਸਬੂਤਾਂ ਨੂੰ ਉਸੇ ਦਿਸ਼ਾ 'ਚ ਲੈ ਕੇ ਜਾਣਾ ਜਿਹੜਾ ਇਹ ਸਾਬਿਤ ਕਰ ਦਵੇ ਕਿ ਇਸ ਬੰਦੇ ਨੂੰ ਫਾਂਸੀ ਦੇਣੀ ਹੈ। ਕਿਉਂਕਿ ਜਦੋਂ ਤੁਸੀਂ ਫੈਸਲਾ ਪਹਿਲਾਂ ਹੀ ਆਪਣੇ ਮਨ 'ਚ ਬਿਠਾਇਆ ਹੋਇਆ ਕਿ ਇਹ ਮੈਂ ਕਰਨਾ ਹੀ ਕਰਨਾ ਹੈ, ਤਾਂ ਤੁਸੀਂ ਸਾਰੇ ਹਾਲਾਤਾਂ ਨੂੰ ਉੱਧਰ ਹੀ ਲੈ ਕੇ ਜਾਓਗੇ, ਸਾਰੇ ਗਵਾਹਾਂ ਨੂੰ, ਸਾਰੇ ਸਬੂਤਾਂ ਨੂੰ ਫਾਂਸੀ ਵੱਲ ਹੀ ਲੈ ਕੇ ਜਾਓਗੇ। ਠੀਕ ਉਸੇ ਤਰ੍ਹਾਂ ਜਦੋਂ ਤੁਸੀਂ ਕੋਈ ਪਾਲਿਸੀ ਬਣਾਉਂਦੇ ਹੋ, ਕੁਝ ਵੀ ਕਰਦੇ ਹੋ, ਤੁਸੀਂ ਆਲਰੇਡੀ ਆਪਣੇ ਮਾਈਂਡ 'ਚ ਫਿਕਸ ਕੀਤਾ ਹੋਇਆ ਕਿ ਮੈਂ ਇਹੀਓ ਕਰਨਾ। ਹੁਣ ਜਦੋਂ ਤੁਸੀਂ ਉਹੀਓ ਕਰਨਾ ਹੈ ਤਾਂ ਫਿਰ ਉੱਧਰ ਹੀ ਸਭ ਕੁਝ ਲੈ ਕੇ ਜਾਓਗੇ, ਤੁਸੀਂ ਕਿਸੇ ਹੋਰ ਪਾਸੇ ਲੈ ਕੇ ਨਹੀਂ ਜਾਓਗੇ। ਉੱਥੇ ਬਹਿਸ ਦੀ, ਉੱਥੇ ਡਿਬੇਟ ਦੀ, ਡਿਸਕਸ਼ਨ ਦੀ ਗੁੰਜਾਇਸ਼ ਕਿੱਥੇ ਹੈ? ਤੁਸੀਂ ਕਿਸੇ ਨੂੰ ਕੋਈ ਸਪੇਸ ਹੀ ਨਹੀਂ ਦੇਣਾ ਚਾਹੁੰਦੇ। ਆਲਰੇਡੀ ਜੋ ਕਰਨਾ ਚਾਹੁੰਦੇ ਹੋ ਫਿਕਸ ਕੀਤਾ ਹੋਇਆ ਕਿ ਮੈਂ ਇਹੀਓ ਕਰਨਾ, ਇਸ ਤੋਂ ਇਲਾਵਾ ਮੈਂ ਕੁਝ ਕਰਨਾ ਨਹੀਂ, ਮੈਂ ਟਸ ਤੋਂ ਮਸ ਨਹੀਂ ਹੋਣਾ। ਹੁਣ ਦੱਸੋ ਫਿਰ ਉੱਥੇ ਬਹਿਸ, ਡਿਸਕਸ਼ਨਸ,
ਜਿਵੇਂ ਸਾਡੇ ਬਾਬਾ ਨਾਨਕ ਕਹਿੰਦੇ ਨੇ ਕਿ ਬਹਿ ਕੇ ਤੁਸੀਂ ਡਾਇਲੋਗ ਕਰੋ, ਬਹਿ ਕੇ ਤੁਸੀਂ ਗੱਲਬਾਤ ਕਰੋ, ਠੀਕ ਹੈ ਨਾ। ਵਿਦਿਆ ਵਿਚਾਰਿਤਾ ਪਰਉਪਕਾਰੀ ਜਿਹੜੀ ਅਸੀਂ ਗੱਲ ਕਰਦੇ ਹਾਂ, ਉੱਥੇ ਵਿਚਾਰ ਦੀ ਤੇ ਤੁਸੀਂ ਕੋਈ ਗੁੰਜਾਇਸ਼ ਹੀ ਨਹੀਂ ਰੱਖੀ, ਸਪੇਸ ਤਾਂ ਦਿੰਦੇ ਹੀ ਨਹੀਂ ਪਏ ਦੂਜੇ ਨੂੰ, ਤੇ ਫਿਰ ਗੱਲ ਕੀ ਹੋਣੀ ਹੈ? ਜਿੱਥੇ ਡਿਬੇਟ, ਕਿਹੜੀ ਡਿਸਕਸ਼ਨ, ਕੁਝ ਵੀ ਨਹੀਂ ਹੋਣਾ, ਤਮਾਸ਼ਾ ਹੋਣਾ। ਉਹ ਹਮੇਸ਼ਾ ਤੋਂ ਦੇਖਦੇ ਆ ਰਹੇ, ਹੁਣ ਵੀ ਦੇਖ ਲਵਾਂਗੇ ਕਿ ਕੀ ਨਿਕਲਦਾ ਵਿੱਚੋਂ, ਕੱਖ ਨਹੀਂ ਨਿਕਲਣਾ। ਮਹਿੰਗਾਈ ਵੀ ਉੱਥੇ ਖੜੀ ਹੈ, ਅਗਨੀਪਥ ਵੀ ਉੱਥੇ ਖੜੀ ਹੈ, ਤੁਸੀਂ ਦੇਖ ਲੈਣਾ ਜੋ ਨਤੀਜੇ ਨਿਕਲਣੇ। ਇਹ ਗੱਲ ਪਤਾ ਕਿ ਜਿਹੜੀ ਪਾਲਿਸੀ ਬਣ ਜਾਂਦੀ ਹੈ, ਰੂਲਿੰਗ ਪਾਰਟੀ ਕੋ ਇੰਨਾ ਅਖਤਿਆਰ ਹੁੰਦਾ, ਕਿਉਂਕਿ ਇਹਨਾਂ ਦੇ ਆਪੋਜੀਸ਼ਨ ਨੇ ਕੁਝ ਕਰਨਾ ਹੀ ਹੋਏ। ਜਦੋਂ ਇਹਨਾਂ ਨੇ ਕਾਨੂੰਨ ਬਣਾ ਦਿੱਤਾ, ਜੋ ਹੋ ਗਿਆ, ਤੇ ਰਾਸ਼ਟਰਪਤੀ ਨੇ ਸਾਈਨ ਕਰਨੇ ਆ। ਜਿਹੜੀ ਆਪਾਂ ਅੱਗੇ ਗੱਲ ਕੀਤੀ ਹੈ, ਰਾਸ਼ਟਰਪਤੀ ਨਵੇਂ ਆ ਰਹੇ ਵੀ ਇਹਨਾਂ ਦੇ ਆਪੇ, ਜਿਹੜਾ ਵੀ ਜੋ ਪ੍ਰਧਾਨ ਮੰਤਰੀ ਨੇ ਬੋਲਿਆ ਉਹ ਲਾਅ ਵਾ, ਉਹਨੇ ਜੋ ਬੋਲਤਾ ਉਹ ਕਾਨੂੰਨ ਆ। ਜਿੱਦਾਂ ਹੁਣ ਡੈਮੋਕ੍ਰੇਸੀ 'ਚ ਨਹੀਂ ਹੁੰਦਾ, ਪਰ ਇਸ ਵਕਤ ਹੋ ਰਿਹਾ। ਰਿਓੜੀ ਕਲਚਰ ਦੀ ਗੱਲ ਕੀਤੀ ਹੈ ਤੇ ਪ੍ਰਧਾਨ ਮੰਤਰੀ ਦੀ ਗੱਲ ਹੋ ਗਈ। ਰਾਸ਼ਟਰਪਤੀ ਨੇ ਜਿਹੜੀ ਵੀ ਗੱਲ, ਜਿਹੜੀ ਪਾਲਿਸੀ ਆ ਗਈ, ਉੱਥੋਂ ਸਾਈਨ ਕਰਨੇ ਪੈਣਗੇ, ਕਿਉਂਕਿ ਰਾਜ ਸਭਾ 'ਚ ਪਾਸ, ਲੋਕ ਸਭਾ 'ਚ ਪਾਸ, ਸਾਰਾ ਕੁਝ ਪਾਸ ਹੋ ਕੇ ਉਹ ਮੈਮੋਰੈਂਡਮ ਬਣ ਕੇ, ਉਹ ਸਾਰਾ ਕਾਨੂੰਨ ਬਣ ਕੇ ਰਾਸ਼ਟਰਪਤੀ ਦੇ ਸਾਈਨ ਨਾਲ ਉਹ ਕਾਨੂੰਨ ਬਣ ਜਾਂਦਾ। ਇਸੇ ਤਰ੍ਹਾਂ ਹੀ ਹੁਣ ਅਗਨੀਪਥ ਦੀ ਜਿਹੜੀ ਬਹਿਸ ਹੀ ਹੈ, ਇਕੱਲੀ ਬਹਿਸ ਰਹਿ ਜਾਣੀ ਹੈ, ਕਾਨੂੰਨ ਬਣ ਚੁੱਕਿਆ ਵਾ। ਉਹਦੇ 'ਚ ਅਗਨੀਵੀਰ ਨਾਮ ਦੇਖੋ ਕਿਦਾਂ ਦੇ ਵੇਖੇ, ਅਗਨੀਵੀਰ ਜਿਹੜਾ ਅੱਗ ਦਾ ਚੱਲ ਰਿਹਾ। ਬਿਲਕੁਲ ਠੀਕ ਆ। ਗੱਲ ਇਹ ਹੈ ਘੱਟੋ ਘੱਟ ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਆ, ਘੱਟੋ ਘੱਟ ਮੈਂ ਕਈ ਵਾਰੀ ਇਹਨਾਂ ਤੇ ਨਵਾਂ ਤੇ ਕੀਤਾ, ਜਿਹੜੇ ਆ ਅਗਨੀਪਥ, ਰਾਹ ਅੱਗ ਦਾ ਰਾਹ, ਪਥ ਰਾਹ, ਅਗਨੀ ਅੱਗ। ਹੁਣ ਇਹ ਪਤਾ ਨਹੀਂ ਨਾਂ ਕੌਣ ਰੱਖਦਾ, ਕਿਸ ਤਰ੍ਹਾਂ ਰੱਖਦਾ, ਜਿਹੜੇ ਦੇਸ਼ ਦੀ ਸੇਵਾ ਕਰ ਰਹੇ ਆ, ਦੇਸ਼ ਦੇ ਲਈ ਆ ਕੇ ਮਰ ਮਿਟ ਰਹੇ ਆ, ਉਹਨਾਂ ਦਾ ਇਦਾਂ ਦਾ ਨਾਂ ਤਾਂ ਨਹੀਂ ਹੋਣਾ ਚਾਹੀਦਾ। ਪਹਿਲਾਂ ਵੀ ਨਾਂ ਆਇਆ ਸੀ ਨਾ, ਅੱਗ 'ਚ ਜਲਣ ਵਾਲਾ, ਨਵੇਂ ਸ਼ਬਦ। ਇਹ ਕੌਣ ਹੁੰਦਾ? ਅੱਗ 'ਚ ਜਲਣ ਵਾਲੇ ਤਾਂ ਜਿਹੜੇ ਆ ਜਦ ਪਰਿੰਦੇ ਜਾਂ ਜਿਹੜੇ ਅੱਗ ਦੇ ਵਿੱਚ ਭੰਬੱਕੜ ਅੱਗ 'ਚ ਜਿਹੜੇ ਜਿਹਨੂੰ ਆਪਾਂ ਅੱਗ ਬਾਲਦੇ ਹਾਂ, ਇਹਨਾਂ ਨੂੰ ਇਦਾਂ ਦਾ ਨਾਂ ਨਹੀਂ ਹੋਣਾ ਚਾਹੀਦਾ। ਇਹ ਤੇ ਵਿਚਾਰੇ ਜਿਹੜੇ ਕੁਰਬਾਨੀ ਦੇਣ ਵਾਲੇ ਬੱਚੇ ਆ। ਪਹਿਲਾਂ ਵੀ ਇੱਕ ਸ਼ਬਦ ਨਹੀਂ ਆਇਆ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਅੰਦੋਲਨ ਜੀਵੀ। ਹਾਂ, ਇਹ ਵੀ ਇੱਕ ਸ਼ਬਦ ਆਇਆ। ਇਹੀ ਗੱਲ ਹੁਣ ਆਪਣੇ ਜਲਿਆਂਵਾਲਾ ਰਿਓੜੀ ਕਲਚਰ ਵੀ ਹੋਈ। ਜਲਿਆਂਵਾਲੇ ਬਾਗ ਦੇ ਵਿੱਚ ਵੀ ਇਹ ਦੇਖੋ, ਮੈਂ ਇੱਕ ਗੱਲ ਇਹਦੇ 'ਚ ਐਡ ਕਰਨਾ ਚਾਹੁੰਦਾ, ਜਿਹੜੀ ਇਹ ਹੁਣ ਡਿਸਕਸ਼ਨਸ ਹੋਣੀਆਂ ਨੇ, ਜੋ ਸਾਡੇ ਕਲਚਰ ਦਾ ਹਿੱਸਾ, ਜੋ ਡੈਮੋਕ੍ਰੇਸੀ ਦਾ ਹਿੱਸਾ ਹੈ। ਅਸੀਂ ਹਮੇਸ਼ਾ ਬਾਬਾ ਨਾਨਕ ਨੂੰ ਕੋਟ ਕਰਦੇ ਕਿਉਂਕਿ ਉਹ ਸੰਵਾਦ ਦੀ ਗੱਲ ਕਰਦੇ ਨੇ, ਡਾਇਲੋਗ ਦੀ ਗੱਲ ਕਰਦੇ ਨੇ, ਔਰ ਉਹ ਸਭ ਤੋਂ ਵਧੀਆ ਡੈਮੋਕ੍ਰੇਸੀ। ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਸੁਣਾ, ਦੋਵੇਂ ਮਿਲ ਜੁਲ ਕੇ ਇੱਕ ਰਸਤੇ ਤੇ, ਇੱਕ ਥਾਂ ਤੇ, ਇੱਕ ਪੋਜੀਸ਼ਨ ਤੇ, ਇੱਕ ਟਾਰਗੇਟ ਤੇ ਪਹੁੰਚੀਏ। ਨਾਟ ਯੋਰ ਵੇ, ਨਾਟ ਮਾਈ ਵੇ, ਬਟ ਦ ਰਾਈਟ ਵੇ। ਔਰ ਰਾਈਟ ਵੇ ਦਾ ਉਦੋਂ ਪਤਾ ਲੱਗੇਗੀ ਨਾ ਜਦੋਂ ਡਿਸਕਸ਼ਨਸ ਹੋਣਗੀਆਂ। ਤੁਸੀਂ ਡਿਸਕਸ਼ਨਸ ਵਾਸਤੇ ਕੋਈ ਗੁੰਜਾਇਸ਼ ਹੀ ਨਹੀਂ ਛੱਡਦੇ, ਜੋ ਮੈਂ ਕਹਿੰਦਾ ਉਹੀ ਉਹ ਸਹੀ ਹੈ। ਵਾਟ ਇਜ਼ ਦਿਸ? ਦੁਨੀਆ ਵਿੱਚ 1.5 ਅਕਲ, ਇੱਕ ਮੇਰੇ ਕੋਲ ਅੱਧੀ ਦੇ ਵਿੱਚ ਸਾਰੀ ਦੁਨੀਆ। ਜੇ ਇਹ ਆਪਾਂ ਮੰਨ ਕੇ ਚੱਲਦੇ ਹਾਂ, ਫਿਰ ਤਾਂ ਕਦੇ ਵੀ ਕੁਝ ਨਹੀਂ ਹੋ ਸਕਦਾ, ਫਿਰ ਤਾਂ ਡੈਮੋਕ੍ਰੇਸੀ ਹੋ ਹੀ ਨਹੀਂ ਸਕਦੀ। ਇਹਦੇ 'ਚ ਪਤਾ ਕੀ ਹੈਗਾ, ਇਹ 'ਚ ਕੋਈ ਗੁੱਸੇ ਤੇ ਗਿਲੇ ਵਾਲੀ ਕੋਈ ਗੱਲ ਨਹੀਂ ਹੁੰਦੀ। ਗੱਲ ਇਹ ਹੈਗਾ ਕਿ ਜਿਹੜੇ ਅਸੀਂ ਨੁਮਾਇੰਦੇ ਭੇਜੇ ਆ, ਜੋ ਅਸੀਂ ਉਹ ਜਿਹੜੇ ਕਰ ਰਹੇ ਆ, ਉਹ ਕਿਹਨਾਂ ਨੇ ਚੁਣੇ ਤਾਂ ਲੋਕਾਂ ਨੇ, ਜਿਸ 'ਚ ਆਪਾਂ ਸੰਘੀ ਢਾਂਚਾ ਆਉਂਦੇ ਹਾਂ, ਲੋਕਤੰਤਰ ਆਉਂਦੇ ਹਾਂ, ਵੋਟ ਸਿਸਟਮ ਆਉਂਦੇ ਹਾਂ, ਇਹਨਾਂ ਨੇ ਭੇਜਿਆ। ਹੁਣ ਉਹ ਉਹਨਾਂ ਦੀ ਆਦਤ ਹੈ ਕਿਸ ਤਰ੍ਹਾਂ ਦੀ ਉਹ ਕੀ ਕਰ ਰਹੇ ਆ, ਪਰ ਉਹਨਾਂ ਨੂੰ ਨਿਭਾਉਣ ਵਾਲਾ ਜਾਂ ਉੱਤੇ ਜਦੋਂ ਆਉਂਦੇ ਉੱਤੋਂ ਗੜੇ ਡਿੱਗਦੇ ਆ ਜਾਂ ਸਿਰ ਗੰਜੇ ਦੇ ਵਿੱਚ ਵੱਜਦੇ ਆ ਕੇ ਤੇ ਕਰਨਾ ਪਊਗਾ। ਇਹ ਤਾਂ ਹੁਣ ਹੈਗਾ ਕਿ ਅਸੀਂ ਆਪ ਹੀ ਸਾਰਾ ਕੁਝ, ਉਹ ਤਾਂ ਕੁਦਰਤ ਆ, ਇਹ ਅਸੀਂ ਆਪ ਸਿਹੜੀ ਸਾਰੀ ਕੁਝ, ਇਹ ਕੁਦਰਤ ਆਪ ਸਿਹੜੀ ਹੈ। ਇਹ ਤਾਂ ਤੁਹਾਨੂੰ 5 ਸਾਲ ਕੱਟਣਾ ਪਊਗਾ। ਅੱਗੇ ਦੇਖੋ ਅਗਲਾ ਜਿਹੜਾ ਫਿਊਚਰ ਆ, ਅਗਲਾ ਆਉਣ ਵਾਲਾ ਸਮਾਂ, ਉਹਦੇ ਵਿੱਚ ਕੀ ਲੋਕ ਕਰਨਗੇ। ਇਹਦੇ ਵਿੱਚ ਹੁਣ ਕੀ ਕਿ ਡੈਮੋਕ੍ਰੇਸੀ ਆ, ਨਾ ਡੈਮੋਕ੍ਰੇਸੀ ਆਂਦੇ ਵੀ ਲੋਕਾਂ ਦੀ ਸਰਕਾਰ ਹੈ, ਲੋਕਾਂ ਦੇ ਲਈ ਆ, ਲੋਕਾਂ ਦੁਆਰਾ ਸਰਕਾਰ ਹੈਗਾ। ਤੇ ਹੁਣ ਦੁਬਾਰਾ ਕੀ ਹੈਗਾ, ਬਾਈ ਦਾ ਪੀਪਲ, ਆਫ ਦਾ ਪੀਪਲ, ਫॉर ਦਾ ਪੀਪਲ। ਅਸੀਂ ਆਪ ਹੀ ਚੁਣੀ ਸਾਰੀ ਡੈਮੋਕ੍ਰੇਸੀ ਹੈਗੀ। ਹੁਣ ਜਦੋਂ ਗੜੇ ਪੈ ਰਹੇ ਸਿਰ ਤੇ ਚੱਲੋ। ਹੁਣ ਜੋ ਕੁਝ ਹੋ ਰਿਹਾ, ਹੁਣ ਜੇ ਮੋਰੀਆਂ ਹੋ ਰਹੀਆਂ, ਜਿੱਥੇ ਵੀ ਹੋ ਰਹੀਆਂ, ਤਾਂ ਇਹ ਸਾਰਾ ਕੁਝ ਸਹਾਰਨਾ ਪੈਣਾ। ਜੇ ਕੁਝ ਲੋਕ ਇਹ ਕਹਿੰਦੇ ਬੱਲੇ ਬੱਲੇ ਬੜਾ ਕੁਝ ਹੈਗਾ, ਜਿਹੜੇ ਭਗਤ ਨੇ ਜਾਂ ਕੁਝ ਉਹਦੀ ਸਾਧਨਾ ਕਰ ਰਹੇ ਆ, ਬੜਾ ਕੁਝ ਕਰ ਰਹੇ। ਕੁਝ ਲੋਕ ਇਹ ਕਰ ਰਹੇ ਆ ਕਿਉਂਕਿ ਇਹ ਜਿਹੜੀ ਹਿੰਦੁਸਤਾਨ ਦੀ ਜਨਤਾ, ਇਹਦੇ ਕਈ ਰਾਹ ਹੈਗੇ। ਇਹ ਇੱਧਰੋਂ 3 ਬੰਦੇ ਖੁਸ਼ ਆ, 4 ਬੰਦੇ ਨਹੀਂ ਖੁਸ਼ ਹੈਗੇ। ਇਹਦੇ ਵਿੱਚ ਮੀਡੀਆ ਆਪਣਾ ਰੋਲ ਅਦਾ ਕਰ ਰਿਹਾ, ਬੜਾ ਕੁਝ ਕਰ ਰਿਹਾ। ਹੁਣ ਦੇਖੋ ਰਾਸ਼ਟਰਪਤੀ ਦੀ ਚੋਣ ਆ ਰਹੀ ਹੈ ਨਾ, ਅੱਜ 18 ਤਰੀਕ, ਉਪ ਰਾਸ਼ਟਰਪਤੀ ਦੀ ਚੋਣ ਵੀ ਆ ਰਹੀ ਹੈ, ਦੋਨੇ ਚੋਣਾਂ ਆ ਰਹੀਆਂ। ਉਹਦੇ ਵਿੱਚ ਵੇਖੋ ਕੀ ਨਿਕਲੂਗਾ। ਉਹ 'ਚ ਫਿਰ ਜੋ ਤੁਸੀਂ ਕਿਹਾ ਉਹ ਭਿੱਖ ਬਣੀ ਉਹੀ ਹੋ ਜਾਣੀ ਪੂਰੀ ਦੀ ਪੂਰੀ। ਮੀਡੀਆ ਬੋਲਦਾ, ਅਸੀਂ ਬੋਲ ਰਹੇ ਹਾਂ ਫਰੋਮ ਮੀਡੀਆ, ਅਸੀਂ ਗੱਲ ਕਰ ਰਹੇ ਹਾਂ ਤੇ ਲੋਕਾਂ ਨੂੰ ਕਹਿੰਦੇ ਕਿ ਥੋੜ੍ਹੇ ਜਿਹੇ ਤਰੀਕੇ ਨਾਲ ਗੱਲ ਕਰੋ। ਸਾਰਾ ਕੁਝ ਇਹ ਜਨਤਾ ਨਹੀਂ ਜਿਹੜੀ ਬਣਨੇ ਆ ਰਾਸ਼ਟਰਪਤੀ, ਇਹ ਫਿਰ ਵਿਧਾਇਕ, ਇਹਦੇ 'ਚ ਫਿਰ ਸੰਸਦ ਪਾਰਲੀਮੈਂਟ ਦੇ MP, ਉਹਨਾਂ ਨੇ ਗੱਲ ਕਰਨੀ ਹੈ। ਉਹ ਬਣ ਕੇ ਫਿਰ ਕੁਰਸੀਆਂ 'ਤੇ ਆ ਜਾਣਗੇ, ਉਹਨਾਂ ਨੂੰ ਫਿਰ ਵਰਤਣਗੇ। ਕੌਣ ਵਰਤੂਗਾ? NDA ਰੂਲਿੰਗ ਪਾਰਟੀ ਜੀ। ਤੇ ਉਪ ਰਾਸ਼ਟਰਪਤੀ ਦੀ ਆਪਾਂ ਗੱਲ ਕੀਤੀ ਹੈ, ਸ਼੍ਰੀਮਤੀ ਮਾਰਗਰੇਟ ਐਲਵਾ ਜੀ, ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ ਉਪ ਰਾਸ਼ਟਰਪਤੀ ਵਾਸਤੇ। ਹਜੇ ਕਿ 6 ਅਗਸਤ ਨੂੰ ਚੋਣਾਂ ਹੋਣੀਆਂ ਨੇ, ਪਰ ਉਹਦੀ ਤਿਆਰੀ ਤੇ ਗਹਿਮਾ ਗਹਿਮੀ ਤਾਂ ਸ਼ੁਰੂ ਹੋ ਗਈ ਆ। ਔਰ ਹੋ ਸਕਦਾ ਇਹ ਹੋਵੇ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਸ਼੍ਰੀਮਤੀ ਦ੍ਰੋਪਦੀ, ਉਪ ਰਾਸ਼ਟਰਪਤੀ ਸ਼੍ਰੀਮਤੀ ਮਾਰਗਰੇਟ ਐਲਵਾ, ਉਹ ਦੋਵੇਂ ਹੀ ਲੇਡੀਜ਼ ਹੋਣ। ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਬਹੁਤ ਵਧੀਆ ਗੱਲ ਹੈ। ਬਿਲਕੁਲ ਤੁਹਾਡੀ ਬੜੀ ਸੋਚ ਵਧੀਆ।
ਕਿਉਂਕਿ ਇਹ ਵੀ ਬੜੀ, ਉਹ ਤਾਂ ਜੇ ਇੰਨੀ ਏਜ ਦੇ ਨਹੀਂਗੇ, ਅਬਾਊਟ 80 80 ਦੇ ਨੀਅਰ ਹੈਗੇ ਆ, ਕਿਉਂਕਿ ਤੇ 5 ਸਾਲ ਦੀ ਇਹਨਾਂ ਦੀ ਹੁੰਦੀ ਹੈ ਟਰਮਸ, ਇਹਦੇ ਵਿੱਚ 5 ਸਾਲ ਤਾਂ ਇਹਨਾਂ ਨੇ ਨਿਭਾਉਣੇ ਆ। ਤਾਂ ਔਰ ਠੀਕ ਹੈ ਕਿ ਸਿਹਤ ਵੀ ਅੱਛੀ ਹੈ। ਰਾਜਸਥਾਨ ਤੋਂ ਨੇ ਸਾਬਕਾ ਗਵਰਨਰ, ਉਹਦੇ ਨਾਲ ਹੀ ਹੈ। ਤੇ NDA ਦੇ ਵੀ ਹੈਗੇ ਨੇ ਜਗਦੀਪ ਜੀ, ਹੈ ਨਾ, ਉਹ ਵੀ ਆ ਰਹੇ ਆ। ਔਰ ਉਹਦੇ 'ਚ ਦੇਖੋ NDA ਦੇ ਤਾਂ ਨਹੀਂ ਪਾਰਟੀਆਂ ਦੂਜੀਆਂ ਦੇ, ਜਿਹੜੇ ਅਲਵਾ ਜੀ ਨੇ ਇਹ NDA ਦੇ ਆ। ਹਾਂਜੀ, NDA ਦੇ ਨੇ, NDA ਦੇ। ਤੇ ਜਿਹੜੇ ਹੈਗੇ ਜਗਦੀਪ ਜੀ, ਉਹ ਹੈਗੇ ਪਾਰਟੀਆਂ ਦੂਜੀਆਂ ਆਪੋਜੀਸ਼ਨ ਤੋਂ। ਹਾਂਜੀ। ਔਰ ਦੇਖੋ ਉਹ ਪਾ ਲਾ ਕੇ ਸਾਰਾ ਕੁਝ ਫਿਰ ਉੱਥੇ ਆ ਜਾਣਾ। ਉਪ ਰਾਸ਼ਟਰਪਤੀ ਦਾ ਵੀ ਇਹ ਹੈਗਾ ਕਿ ਤੁਸੀਂ ਜੋ ਕਿਹਾ ਭਿੱਖਬਾਣੀ ਤੇ ਸਹੀ ਹੈ ਕਿ 2 ਲੇਡੀ ਹੋ ਜਾਣਗੀਆਂ, ਤੇ ਅੱਗੇ ਵਧੀਆ ਰਹੇਗਾ। ਵੂਮਨ ਇੰਪਾਵਰਮੈਂਟ ਜਿਹੜੀ ਹੈ, ਵੂਮਨ ਇੰਪਾਵਰਮੈਂਟ ਹੋਏਗੀ। ਅੱਗੇ ਔਰ ਉਹਦੇ ਨਾਲ ਔਰਤਾਂ ਨੂੰ ਤਾਂ ਅੱਗੇ ਪੰਜਾਬ ਗੌਰਮੈਂਟ ਨੇ ਵੀ ਕਿਹਾ ਕਿ ਅਸੀਂ 1000 ਰੁਪਏ ਦੇਣਾ ਜੇ ਤਾਂ ਮਾਮਲਾ ਲਟਕ ਰਿਹਾ। ਉਹ ਬੀਬੀਆਂ ਨੂੰ 1000 ਰੁਪਏ ਜਿਹੜਾ ਮਿਲਣਾ ਚਾਹੀਦਾ ਹੈਗਾ। ਜੇ ਰਾਸ਼ਟਰਪਤੀ ਆ ਜਾਂਦੇ ਤੇ ਹੋਰ ਇੱਕ ਵਾਰੀ ਪਹਿਲਾਂ ਵੀ ਤਾਂ ਆਏ ਸੀ ਨਾ ਸਾਡੇ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ, ਪਾਟਿਲ ਜੀ ਸਾਡੇ ਰਹਿ ਚੁੱਕੇ ਨੇ। ਚਾਹੀਦਾ, ਅੱਛੀ ਗੱਲ ਹੈ। ਸੋ ਇਹ ਵਧੀਆ ਨੇ ਦੋਵੇਂ ਲੇਡੀਜ਼ ਹੋਣ ਤਾਂ ਬਹੁਤ ਵਧੀਆ। ਉਹ ਬੜਾ ਸਿਆਣਪ ਹੁੰਦੀ ਆ, ਵਧੀਆ ਤਰੀਕੇ ਨਾਲ ਮੈਨੇਜਮੈਂਟ ਹੁੰਦੀ ਆ, ਤਰੀਕੇ ਦੀ ਨਾਲ ਸਰਕਾਰ ਨੂੰ ਚਲਾਉਂਦੇ ਆ। ਇਹ ਸਿਆਣਪ ਨਾਲ ਹੀ ਹੁੰਦੀ ਗੱਲ, ਮਾੜੀ ਗੱਲ ਨਹੀਂ ਹੈਗੀ। ਜਿਵੇਂ ਘਰ ਪਰਿਵਾਰ ਨੂੰ ਸੰਭਾਲਦੇ ਨੇ, ਇਹ ਕੁਦਰਤੀ ਗੁਣ ਨੇ, ਉਸੇ ਤਰ੍ਹਾਂ ਹੀ ਭਾਰਤ ਵੀ ਘਰ ਪਰਿਵਾਰ ਹੈ, ਉਹਨਾਂ ਨੂੰ ਸੰਭਾਲਣਾ। ਦੇਖੋ ਰੂਲਿੰਗ ਪਾਰਟੀ ਕਿੰਨਾ ਵਧੀਆ ਸੋਚਦੀ ਹੈ। ਤੇ ਉੱਪਰ ਵੀ ਜਿਹੜੇ TC ਦੇ ਨੇਤਾ ਨੇ ਉਹ ਵੀ ਔਰਤ, ਹੈ ਨਾ। ਤੇ ਦੂਸਰੇ ਜਿਹੜੇ ਉਪ ਰਾਸ਼ਟਰਪਤੀ ਜਿਹੜੇ ਉਹਨਾਂ ਤੋਂ ਥੱਲੇ ਸਟੈਪ ਵਾਲੇ, ਇੱਕ ਸਟੈਪ ਹੀ ਥੱਲੇ ਆ, ਹੈ ਨਾ, ਪੌੜੀ ਹੈ ਨਾ ਲੰਬੀ ਜਾਰੀ, ਅਰਸ਼ ਵਾਲੀ ਪੌੜੀ ਤੇ ਵੀ ਔਰਤ, ਥੱਲੇ ਵਾਲੀ ਪੌੜੀ ਤੇ ਵੀ ਔਰਤ। ਪਰ ਜੇ ਸਾਡੀ ਭਿੱਖਬਾਣੀ ਸੱਚੀ ਹੋ ਜੇ ਤਾਂ ਵਧੀਆ। ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਗੱਲ ਸਿੱਧੀ ਕਰਨੀ ਚਾਹੀਦੀ ਉਹ ਗੱਲ ਘੁਮਾ ਕੇ ਕਿਉਂ ਕਰਦੇ ਨੇ? ਸਿੱਧੀ ਤਰ੍ਹਾਂ ਗੱਲ ਕਰੋ ਨਾ, ਦੋਵੇਂ ਥਾਂ ਤੇ ਲੇਡੀਜ਼ ਬਹੁਤ ਵਧੀਆ ਰਹਿਣਗੇ। ਹਾਂਜੀ, ਗੱਲ ਮੰਨ ਲਈ, ਪਰ ਗੱਲ ਘੁਮਾ ਕੇ ਕਰਨੀ, ਉਹਦੇ 'ਚ ਇਹ ਜਿਹੜੀ ਗੱਲ ਹੈ ਨਾ, ਇਹ ਬੜੀ ਅਜੀਬ ਲੱਗਦੀ ਹੈ। ਔਰ ਇਹਨੂੰ ਕੋਈ ਕਿੰਤੂ ਪਰੰਤੂ ਨਹੀਂ ਕਰੂਗਾ। ਜਿੰਨੇ ਵੀ MP ਆ, ਜਿੰਨੇ ਵੀ ਵਿਧਾਇਕ ਆ, ਉਹ ਬਿਲਕੁਲ ਆਰਾਮ ਨਾਲ ਵੋਟ ਪਾਉਣਗੇ। ਲੇਡੀ ਆ, ਪਾਓ ਜੀ, ਕੋਈ ਗੱਲ ਨਹੀਂ। ਤੁਸੀਂ ਵੀ ਬੈਠੇ ਉੱਥੇ, ਤੁਸੀਂ ਪਾ ਦੇਣੀ, ਕੋਈ ਗੱਲ ਨਹੀਂ ਯਾਰ। ਇੰਨੀ ਅੱਛੀ ਉਮਰ ਹੈਗੀ ਆ, ਸਿਆਣਪ ਹੈਗੀ ਆ, 80 ਸਾਲ ਦੇ ਹੈਗੇ ਆ, ਵਧੀਆ ਨਿਭਾਉਣਗੇ ਕੰਮ ਨੂੰ। ਇਹ ਵੀ ਗੱਲ ਹੈਗੀ ਹੈ। ਬਸ ਗੱਲ ਇਹ ਹੈ ਕਿ ਜਿਹੜੇ ਚੁਣੇ ਉਹਨਾਂ ਨੇ, ਚੁਣਦੇ ਤੇ ਵੀ ਬੜੇ ਪ੍ਰੋਪਰ। ਬਿਲਕੁਲ। ਇਸ ਕਰਕੇ ਨਾ ਜੋ ਵੀ ਗੱਲ ਹੋਵੇ ਸਟ੍ਰੇਟ ਫਾਰਵਰਡ, ਸਿੱਧੀ ਗੱਲ ਕਰੋ, ਠੀਕ ਹੈ ਨਾ। ਉਹ ਜਲੇਬੀ ਵਕਨ ਘੁਮਾ ਕੇ ਉਹ ਬੰਦਾ ਵੀ ਉਲਝਿਆ ਰਹਿੰਦਾ, ਪਤਾ ਨਹੀਂ ਤੁਸੀਂ ਜੋ ਕਿਹਾ ਉਹਦਾ ਅਸਲੀ ਮਤਲਬ ਕੀ ਸੀ ਤੇ ਤੁਸੀਂ ਜੋ ਕਹਿ ਰਹੇ ਹੋ ਉਹਦਾ ਮਤਲਬ ਕੀ ਹੈ। ਤੇ ਬਾਅਦ ਵਿੱਚ ਗੱਲ ਕੁਝ ਹੋਰ ਨਿਕਲੇ, ਬਾਅਦ 'ਚ ਕੋ ਨਹੀਂ ਮੇਰਾ ਮਤਲਬ ਤਾਂ ਇਹ ਸੀਗਾ ਨਾ, ਤੁਸੀਂ ਇਹ ਸਮਝ ਲਿਆ ਤੇ ਇਹਦੇ 'ਚ ਮੇਰਾ ਕੀ ਕਸੂਰ ਹੈ। ਇਸ ਕਰਕੇ ਜਲੇਬੀ ਬਣਾ ਦਿੰਦੇ ਨੇ ਗੱਲ ਦੀ। ਸੋ ਇਹ ਸਟ੍ਰੇਟ ਫਾਰਵਰਡ ਹੋਣਾ ਜ਼ਿਆਦਾ ਵਧੀਆ ਰਹਿੰਦਾ। ਸੋ ਆਪਾਂ ਸਟ੍ਰੇਟ ਫਾਰਵਰਡ ਗੱਲ ਕਰਦੇ ਹਾਂ ਕਿ ਜੋ ਜਲਿਆਂਵਾਲੇ ਬਾਗ ਅੰਮ੍ਰਿਤਸਰ ਦੇ ਬਾਹਰ ਜੋ ਤੱਥ ਖੋਦੇ ਗਏ ਜਾਂ ਤੱਥ ਲਿਖੇ ਗਏ, ਉਹਦੇ ਜੋ ਸੰਵਾਦ ਨੇ, ਉਹਦੀ ਜੋ ਟਰਾਂਸਲੇਸ਼ਨ ਹੈ, ਉਹ ਨਹੀਂ ਹੈ ਜੋ ਅਸਲ ਵਿੱਚ ਹੈਗੀ ਹੈ। ਆਪਣੇ ਹੀ ਅਰਥ ਦਿੱਤੇ ਗਏ ਨੇ, ਆਪਣੇ ਤਰ੍ਹਾਂ ਨਾਲ ਉਹਨਾਂ ਨੂੰ ਲਿਖ ਦਿੱਤਾ ਗਿਆ ਹੈ। ਇਤਿਹਾਸ ਤੋਂ ਦੂਰ ਕਰਨ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼, ਮੂੰਹ ਮੁਹਾਂਦਰਾ ਤੇ ਪਹਿਲਾਂ ਹੀ ਬਦਲ ਦਿੱਤਾ ਸੀ ਜਲਿਆਂਵਾਲੇ ਬਾਗ ਦਾ, ਤੇ ਹੁਣ ਇੱਕ ਨਵੀਂ ਕੋਸ਼ਿਸ਼ ਹੋ ਰਹੀ ਹੈ। ਮੈਂ ਇਹ ਗੱਲ ਕਰੂੰਗਾ ਕਿ ਦੇਖੋ ਜਿਹੜੇ ਸੂਝਵਾਨ ਲੋਕ ਨੇ ਪੰਜਾਬ ਦੇ, ਪੰਜਾਬੀ ਨੂੰ ਜਾਣਨ ਵਾਲੇ, ਇਤਿਹਾਸ ਨੂੰ ਪੜ੍ਹਨ ਵਾਲੇ, ਜਿਨ੍ਹਾਂ ਕੋ ਪਤਾ ਹੈ ਕਿ ਹਿਸਟਰੀ ਕੀ ਹੈ ਪੰਜਾਬ ਦੀ, ਔਰ ਇਹ ਕੋਈ ਬਹੁਤਾ ਪੁਰਾਣੀ ਗੱਲ ਨਹੀਂ, 1919 ਤੇ ਜੋ ਹੋਇਆ 100 ਸਾਲ ਪੁਰਾਣੀ ਗੱਲ ਹੈ। ਤਾਂ ਹਾਂ, ਜਿਸ 'ਚ ਡਾਇਰ ਨੇ, ਜਨਰਲ ਡਾਇਰ ਨੇ ਗੋਲੀਆਂ ਚਲਾਈਆਂ, ਉਹਦੇ 'ਚ ਬੱਚੇ ਵੀ ਪੜ੍ਹਦੇ ਆ, ਸਿਲੇਬਸ 'ਚ ਵੀ ਹੈਗਾ, ਸਾਰਾ ਕੁਝ ਹੈਗਾ। ਇਹ ਜਿਹੜੀ ਹਿਸਟਰੀ ਦੇ ਪੁਆਇੰਟ ਨੇ, ਇਹਨਾਂ ਨੂੰ ਜੇ ਪੂਰੀ ਤਰ੍ਹਾਂ ਕੋਕ ਕੇ ਲਿਖਿਆ ਜਾਵੇ ਤੇ ਮਾੜੀ ਗੱਲ ਨਹੀਂ। ਪਰ ਰਹੀ ਗੱਲ ਜਿਹੜੇ ਪਿੱਛੇ ਬੈਠੇ ਨੇ, ਜਿਸ ਤਰ੍ਹਾਂ ਹੁਣ ਐਡਵਾਈਜ਼ਰੀ ਕਮੇਟੀ 'ਚ ਜਿਹੜੀ ਪੰਜਾਬ ਦੀ ਹੈਗੀ, ਮੈਂ ਕਿੰਤੂ ਪਰੰਤੂ ਨਹੀਂ ਕਰਦਾ, ਜਿਹਦੇ 'ਚ ਬਾਹਰੋਂ ਆ ਕੇ ਲੋਕ ਬਹਿ ਗਏ, ਇਹਨਾਂ ਨੂੰ ਕੀ ਪਤਾ ਕਿ ਇਹਦੇ 'ਚ ਪੰਜਾਬ ਦੀ ਹਿਸਟਰੀ ਕੀ ਹੈ ਨਾ। ਅੰਮ੍ਰਿਤਸਰ ਕਦ ਲਈ ਮਸ਼ਹੂਰ ਹੈ, ਉੱਥੇ ਕੌਣ ਲੋਕ ਬੈਠੇ ਨੇ, ਜਲੰਧਰ ਦਾ ਨਾਂ ਕਿਉਂ ਰੱਖਿਆ ਗਿਆ, ਜਲੰਧਰ ਦੀ ਹਿਸਟਰੀ ਕੀ ਹੈਗੀ ਹੈ ਨਾ। ਮੋਹਾਲੀ ਦਾ ਪਹਿਲਾ ਨਾਂ ਕੀ ਹੈਗਾ, ਉਹਨਾਂ ਨੂੰ ਕੀ ਪਤਾ ਹੈਗਾ। ਮੋਹਾਲੀ ਦਾ ਨਾਂ ਅਜੀਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਹੈਗਾ, ਰੋਪੜ ਦਾ ਨਾਂ ਰੂਪਨਗਰ ਵੀ ਹੈਗਾ, ਉਹਨਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਨੇ। ਇਹੀ ਗੱਲ ਉੱਥੇ ਆ ਕੇ ਜਲਿਆਂਵਾਲਾ ਬਾਗ ਦੇ ਵਿੱਚ ਅਨੁਵਾਦ ਦੇ ਵਿੱਚ ਗਲਤੀ ਹੋ ਗਈ। ਇਹ ਗਲਤੀ ਇਸ ਤਰ੍ਹਾਂ ਦੀ ਹੋਈ ਕਿ ਜਿਹੜੀ ਕਿ ਗੈਲਰੀ ਹੈ, ਪਹਿਲਾਂ ਤਾਂ ਇਹਨਾਂ ਜਿਹੜੇ ਖੂਹ ਅੱਜ 'ਚ ਸ਼ਹੀਦ ਹੋਏ, ਡਿੱਗੇ ਮਰੇ ਨੇ ਲੋਕ, ਉਹ ਖੂਹ ਦੇ ਵਿੱਚ ਉਹਨਾਂ ਨੂੰ ਪੂਜਣਯੋਗ ਬਣਾ ਕੇ ਮੱਥਾ ਟੇਕਣ ਲਈ ਲਾਤਾ। ਜਿਸ ਤਰ੍ਹਾਂ ਮੁਸਲਿਮ ਪੀਰਾਂ ਨੂੰ ਮੰਨਿਆ ਜਾਂਦਾ, ਉਹਦੇ 'ਚ ਪੈਸੇ ਸੁੱਟਦੇ ਨੇ ਲੋਕ, ਉਹਨੂੰ ਮੱਥਾ ਟੇਕਦੇ ਆ। ਇਹ ਪਹਿਲਾ ਗਲਤ ਹੈ। ਉਹ ਕੋਈ ਖਾਨਗਾਹ ਨਹੀਂ ਹੈਗੀ, ਉਹ ਕੋਈ ਮਸਜਿਦ ਨਹੀਂ ਹੈਗੀ, ਕਿਉਂਕਿ ਹਰ ਧਰਮ ਦਾ ਇੱਕ ਆਪਣਾ ਅਕੀਦਾ ਹੈ ਨਾ। ਆਪਣੇ ਇੱਥੇ ਨਾ ਇਹ ਸਾਡਾ ਸੱਭਿਆਚਾਰ ਹੈ। ਜੇ ਰੇਲ ਗੱਡੀ 'ਚ ਬੈਠੇ ਹੋਵੋਗੇ ਤਾਂ ਪੁਲ ਦੇ ਉੱਤੋਂ ਰੇਲ ਗੱਡੀ ਨਿਕਲੀ, ਥੱਲੇ ਨਹਿਰ ਹੈ, ਉਹ ਪੈਸੇ ਸੁੱਟਣਾ ਸ਼ੁਰੂ ਕਰਕੇ ਮੱਥੇ ਟੇਕਣਗੇ। ਚਲੋ ਖਵਾਦਾ ਕਿ ਤੁਸੀਂ ਕਰਦੇ ਕੀ ਪਏ ਹੋ? ਕਰੰਸੀ ਹੈ ਇੰਡੀਆ ਦੀ, ਤੁਸੀਂ ਉਹਦੇ ਸੁੱਟੀ ਜਾਂਦੇ ਹੋ। ਉਹ ਕਰੰਸੀ ਇਸਤੇਮਾਲ ਕਰਨ ਵਾਸਤੇ, ਇਹ ਥੋੜਾ ਕਿ ਉਹਨੂੰ ਪਾਣੀ ਸੁੱਟੋਗੇ ਤੁਸੀਂ। ਉਹ ਕਰੰਸੀ ਨੂੰ ਬਣਾਉਣ ਦੇ ਉੱਤੇ ਕਿੰਨਾ ਖਰਚਾ ਹੋਇਆ। ਉਹ ਚੀਜ਼ ਵੈਸੇ ਪ੍ਰਣਾਮ ਕਰੋ, ਪੈਸੇ ਸੁੱਟ ਕੇ ਕਿਉਂ ਪ੍ਰਣਾਮ ਕਰਨਾ ਨੇ? ਉਹ ਪੈਸੇ ਕਿਹਦੇ ਕੰਮ ਆਉਣੇ ਨੇ? ਉਹ ਤਾਂ ਰੁੜ ਗਏ।
ਨਦੀ ਦੇ ਵਿੱਚ ਕੌਣ ਕੱਢੂ ਉਹਨੂੰ ਉੱਥੋਂ। ਸੋ ਇਹ ਛੋਟੀਆਂ ਗੱਲਾਂ ਨੇ। ਦੂਜੀ ਗੱਲ ਇਹ ਹੈਗੀ ਕਿ ਜਦੋਂ ਜਲਿਆਂਵਾਲਾ ਬਾਗ ਦਾ ਪਹਿਲੀ ਰੂਪ ਰੇਖਾ ਜਿਹੜਾ ਬਣਤਰ ਸੀ, ਜਿਹੜਾ ਦਾ ਸਟਰਕਚਰ ਸੀਗਾ, ਜਿਹੜਾ ਹਿਸਟੋਰੀਕਲ ਉਹਦਾ ਸਟਰਕਚਰ ਸੀਗਾ, ਉਹਨੂੰ ਤੋੜਿਆ ਮਰੋੜਿਆ, ਕਈ ਕੁਝ ਕਰ ਦਿੱਤਾ। ਜੋ ਮੈਂ ਦੇਖਿਆ ਹੋਗਾ ਪਹਿਲਾਂ ਜਾਂ ਤੁਸੀਂ ਦੇਖਿਆ ਹੋਗਾ, ਹੁਣ ਜਾ ਕੇ ਦੇਖੋ ਉਹ ਨਹੀਂ ਹੋਗਾ। ਇਤਿਹਾਸ ਨਾਲ ਮੈਚ ਹੀ ਨਹੀਂ ਕਰਦਾ। ਜਿਸ 'ਚ ਨਿਸ਼ਾਨੀਆਂ ਸੀ, ਜਿਸ 'ਚ ਗੋਲੀਆਂ ਚੱਲੀਆਂ ਸੀਆਂ, ਨਿਸ਼ਾਨੀਆਂ ਪ੍ਰੀਜ਼ਰਵ ਕੀਤੀਆਂ ਪਈਆਂ ਸੀਆਂ। ਜਦੋਂ ਵੀ ਜਦੋਂ ਡਾਇਰ ਨੇ ਗੋਲੀਆਂ ਚਲਵਾ ਕੇ ਦੇਖਿਆ ਕੀਤਾ ਪਹਿਲਾਂ, ਉਹ ਫਾਇਰਿੰਗ ਜਿਹੜੀ ਹੋਈ ਆ, ਸਾਰਾ ਕੁਝ ਉੱਥੇ ਜਿਹਨੇ ਲੋਕ ਮਰਿਆ, ਖੂਹ 'ਚ ਡਿੱਗੇ ਆ, ਉਹ ਸਾਰਾ ਕੁਝ ਸੀਗਾ। ਉਹ ਖੂਹ ਨੂੰ ਵੀ ਹੋਰ ਬਣਤਰ ਬਣਾਤੀ ਆ, ਉਹਦਾ ਇੰਟਰੀ ਹੋਰ ਤਰ੍ਹਾਂ ਬਣਾਤੀ ਆ, ਜਿਹੜੀਆਂ ਨਾਨਕਸ਼ਾਹੀ ਇੱਟਾਂ ਉਹ ਵੀ ਬਦਲਤੀਆਂ, ਉਹ ਸਾਰਾ ਕੁਝ। ਪਹਿਲੀ ਤੇ ਰੂਪ ਰੇਖਾ ਮੈਂ ਬਿਲਕੁਲ ਸਹੀ ਕਹਿੰਦਾ। ਔਰ ਮੈਂ ਟ੍ਰਾਂਸਲੇਸ਼ਨ ਹੈਗੀ ਆ, ਉਹ ਖੰਨਾ ਜੀ ਜਿਹੜੀ ਟ੍ਰਾਂਸਲੇਸ਼ਨ ਹੈਗੀ ਆ, ਬੱਚੇ ਜਾਣਗੇ, ਮੇਰੇ ਬੱਚੇ ਜਾਣਗੇ, ਤੁਹਾਡੇ ਬੱਚੇ ਜਦੋਂ ਜਾਣਗੇ ਉੱਥੇ ਵੇਖਣ ਲਈ, ਜਾਂ ਜਿਹੜੇ ਪੜ੍ਹਦੇ ਸਟੂਡੈਂਟ ਆ, ਆਮ ਤੌਰ ਤੇ ਸਕੂਲਾਂ ਤੇ ਕਾਲਜਾਂ ਦੇ ਸਟੂਡੈਂਟ ਜਾਂਦੇ ਵੇਖਣ ਲਈ, ਹਿਸਟੋਰੀਕਲ ਜਿਹੜੀ ਸਮਾਰਕ ਵੇਖਣ ਲਈ, ਉਹ ਵੇਖਣਗੇ ਕੀ ਟ੍ਰਾਂਸਲੇਸ਼ਨ ਹੋਈ ਹੈ, ਜਿਹਦੇ 'ਚ ਉਹਨਾਂ ਨੇ ਨਾਮ ਬਦਲ ਕੇ, ਉਹਨਾਂ ਦਾ ਨਾਮ ਹੋਰ ਹੀ ਬਦਲਦਾ। ਇੱਕ ਲੇਡੀ ਆ, ਉਹਦਾ ਨਾਮ ਜਦੋਂ ਅੰਦਰ ਆਈ ਆ, ਵੇਖਿਆ ਉਹਨੇ ਜਦੋਂ ਕਿ ਮੇਰਾ ਬੱਚਾ ਜਾਂ ਮੇਰੇ ਘਰ ਵਾਲਾ ਕਿ ਖੂਹ 'ਚ ਡਿੱਗੀ ਆ, ਉਹਦਾ ਨਾਂ ਹੀ ਗਲਤ ਆ। ਜਿਹੜੀ ਟ੍ਰਾਂਸਲੇਸ਼ਨ ਹੈਗੀ, ਅਨੁਵਾਦ ਹੋਇਆ, ਉਹ ਅੰਗਰੇਜ਼ੀ ਤੋਂ, ਇਹ ਪਤਾ 3 ਭਾਸ਼ਾ 'ਚ ਆ, ਅੰਗਰੇਜ਼ੀ, ਹਿੰਦੀ, ਪੰਜਾਬੀ, ਉਹ ਤਿੰਨਾਂ ਨੂੰ ਟ੍ਰਾਂਸਲੇਟ ਕਰਕੇ ਜਦੋਂ ਟ੍ਰਾਂਸਲੇਸ਼ਨ ਅੰਗਰੇਜ਼ੀ ਤੋਂ ਆਈ ਹੈ, ਸਮਾਰਕ ਦਾ ਕੋਈ ਮੋਨੂਮੈਂਟਸ ਆ, ਉਹਦਾ ਮੋਨੂਮੈਂਟਸ ਦਾ ਜਿਹੜਾ ਸਮਾਰਕ ਦਾ ਨਾਂ ਹੀ ਹੋਰ ਹੈ, ਥੱਲੇ ਨੂੰ ਆ ਰਿਹਾ ਉਹਦਾ ਕੋਈ ਹੋਰ ਹੈਗਾ। ਹਰ ਚੀਜ਼ ਦਾ ਜਿਹੜਾ, ਜਾਂ ਤਾਂ ਉਹਨਾਂ ਊੜਾੜਾ ਨਹੀਂ ਪੜ੍ਹਿਆ, ਜਾਂ ABC ਨਹੀਂ ਪੜ੍ਹੀ, ਜਾਂ ਉਹਨਾਂ ਨੂੰ ਹਿੰਦੀ ਦਾ ਜਿਹੜਾ ਨੌਲੇਜ ਨਹੀਂ ਹੈਗਾ, ਜਿਹੜੇ ਵੀ ਬੰਦੇ ਨੇ ਬਣਾਇਆ। ਹੁਣ ਇਹੀ ਸਾਰਾ ਕੁਝ ਜਦੋਂ ਅਸੀਂ ਜਾਂਦੇ ਹਾਂ, ਸਮਾਰਕ ਦਾ ਜਿਹੜਾ ਨਿਸ਼ਾਨ ਜਲਿਆਂਵਾਲੇ ਬਾਗ ਦਾ, ਉਹ ਤੁਹਾਨੂੰ ਨਜ਼ਰ ਆਉਂਦਾ ਹੈ ਨਾ, ਉਹ ਸਮਾਰਕ ਬਣਿਆ ਪੂਰਾ ਨਜ਼ਰ ਆਉਂਦਾ, ਤੁਹਾਨੂੰ ਪਤਾ ਲੱਗੂਗਾ ਕਿ ਜਲਿਆਂਵਾਲਾ ਬਾਗ ਹੈ। ਉੱਥੇ ਲੋਕ ਸਹੁੰ ਖਾਂਦੇ ਆ, ਸਾਰਾ ਕੁਝ ਕਰਦੇ ਆ। ਭਗਤ ਸਿੰਘ ਜੀ ਜਦੋਂ ਗਏ ਉੱਥੇ, ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਮਿੱਟੀ ਲੈ ਕੇ ਆਏ ਨੇ, ਖੂਨ ਦੀ ਲਿਬੜੀ ਹੋਈ ਮਿੱਟੀ, ਉਹ ਅਜੇ ਵੀ ਸ਼ੀਸ਼ੀ ਜਿਹੜੀ ਆ ਉਹ ਪਈ ਉਹਨਾਂ ਦੇ ਅਜਾਇਬ ਘਰ 'ਚ, ਹੈ ਨਾ। ਉਹ ਸਾਰਾ ਕੁਝ ਇਸੇ ਤਰ੍ਹਾਂ ਦੀ ਚੀਜ਼ਾਂ ਪਈਆਂ ਨੇ ਉੱਥੇ, ਹੈ ਨਾ। ਇਹ ਛੋਟੇ ਦੇ ਬੰਦੂਕਾਂ ਬੀਜ ਕੇ ਵੀ ਦੇਖਦੇ ਰਹੇ, ਬੰਦੂਕ ਵੱਡੀ ਹੋ ਗਈ, ਬੰਦੂਕ ਕਹਿੰਦੇ ਸੀ ਇਹ ਜ਼ਮਾਨਾ। ਔਰ ਬੱਚੇ ਉਹਨਾਂ ਦਾ ਉਹਨਾਂ ਤੋਂ ਸਿੱਖਿਆ ਲੈਂਦੇ ਸੀਗੇ। 23-25 ਸਾਲ ਦੀ ਉਮਰ ਕੀ ਹੁੰਦੀ, ਛੋਟੀ। ਔਰ ਹੁਣ ਜਿਹੜਾ ਇਹਨਾਂ ਨੇ ਆ ਕੇ ਅਧਿਆਏ ਦਾ ਸਾਰਾ ਕੁਝ ਹੋਰ ਹੀ ਵਰਕਾ ਹੀ ਪਾੜ ਦਿੱਤਾ, ਉਸ ਵਰਕੇ 'ਚੋਂ ਕੀ ਬੱਚੇ ਸਿੱਖਣਗੇ? ਜਿਹੜੀ ਤੁਸੀਂ ਗੱਲ ਕੀਤੀ ਹੈ, ਵਧੀਆ ਸੰਸਕਾਰ ਜਿਹੜੇ ਨੇ ਉਹ ਹੀ ਖਤਮ ਕਰ ਦਿਓਗੇ। ਇਹ ਸੰਸਕਾਰ ਖਤਮ ਕਰ ਦਿੱਤੇ ਤੇ ਨਵੀਂ ਪੀੜ੍ਹੀ ਨੂੰ ਅਸੀਂ ਕੀ ਦੇਣਾ? ਦੇਖੋ ਜਿਹੜਾ ਸਟਰਕਚਰ ਹੈ, ਮੈਂ ਆਪ ਆਪਣੇ ਕੈਮਰੇ ਨਾਲ ਫੋਟੋਗ੍ਰਾਫੀ ਕਰਕੇ ਭੇਜਦਾ ਰਹਿੰਦਾ ਸੀ ਆਪਣੇ ਦੋਸਤਾਂ ਨੂੰ ਜੋ ਬਾਹਰ ਵੀ ਰਹਿੰਦੇ ਨੇ, ਕਿ ਇਹ ਸਾਡੇ ਪੰਜਾਬ ਦਾ ਜਲਿਆਂਵਾਲਾ ਬਾਗ, ਆ ਦੇਖੋ ਇਦਾਂ ਮਾਣ ਨਾਲ ਛਾਤੀ ਚੌੜੀ ਹੁੰਦੀ ਤੁਹਾਡੀ, ਠੀਕ ਹੈ, ਇਦਾਂ ਸ਼ਹੀਦੀ ਪ੍ਰਾਪਤ ਕੀਤੀ। ਅੱਜ ਉਹ ਫੋਟੋਗ੍ਰਾਫਸ ਮੇਰੇ ਕੋਲ ਪਈਆਂ ਨੇ, ਉਹਦੇ ਨਾਲ ਮੈਚ ਕਰਦੀਆਂ, ਉੱਥੇ ਚੀਜ਼ਾਂ ਹੀ ਨਹੀਂ ਹੈਗੀਆਂ, ਸਭ ਬਦਲ ਕੇ ਰੱਖ ਦਿੱਤਾ। ਉਹ ਹਿਸਟਰੀ ਚੇਂਜ ਕਰਕੇ ਰੱਖ ਦਿੱਤੀ, ਹੁਣ ਇਹ ਟ੍ਰਾਂਸਲੇਸ਼ਨ ਵਿਗਾੜ ਕੇ ਰੱਖ ਦਿੱਤੀ। ਮਤਲਬ ਜਿਹੜੇ ਪੰਜਾਬ ਦੇ ਸੂਝਵਾਨ ਲੋਕ ਜੋ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਨੇ, ਉਹ ਕਿਤੇ ਵਾਂਡੇ ਚਲੇ ਗਏ ਸੀ ਕਿ ਤੁਸੀਂ ਉਹਨਾਂ ਕੋਲੋਂ ਪੁੱਛਿਆ ਹੀ ਨਹੀਂ। ਵਾਂਡੇ ਵਾਲੀ ਗਲਤੀ, ਆਪਣੀ ਮਰਜ਼ੀ ਕਰਦੇ ਪਏ ਹਰ ਥਾਂ ਦੇ। ਤੱਤ ਵਿਭਾਗ ਹੁੰਦਾ, ਆਰਕੀਓਲੋਜੀ ਡਿਪਾਰਟਮੈਂਟ ਆ, ਦਿੱਲੀ ਹੈੱਡ ਆਫਿਸ ਇਹਨਾਂ ਦਾ, ਇਹ ਵੇਖਣੇ ਹੁੰਦੇ ਆ। ਹੁਣ ਉਹਨਾਂ ਦਾ ਪਤਾ ਕੀ ਹੈ, ਇਹਦੇ ਪਿੱਛੇ ਹੈਗਾ ਕਿ ਪੰਜਾਬ ਦੇ ਕਿਸੇ ਬੰਦੇ ਨੂੰ ਉਹਨਾਂ ਨੇ ਸਲਾਹ ਹੀ ਨਹੀਂ ਕੀਤੀ। ਜਿਹੜੇ ਪੰਜਾਬ ਦੇ ਵਾਈਸ ਚਾਂਸਲਰ ਨੇ ਜਸਪਾਲ ਸਿੰਘ ਸੰਧੂ, ਗੁਰੂ ਨਾਨਕ ਯੂਨੀਵਰਸਿਟੀ ਦੇ ਹੈੱਡ ਨੇ, ਉਹਨਾਂ ਨੇ ਗੱਲ ਕਰ ਲਓ। ਉੱਥੇ ਅੰਮ੍ਰਿਤਸਰ ਬੈਠੇ ਨੇ, ਪੰਜਾਬੀ ਡਿਪਾਰਟਮੈਂਟ ਦੇ ਲੋਕ ਬੈਠੇ ਨੇ ਉੱਥੇ, ਜਿਹੜੇ ਹੈੱਡ ਆਫ ਦੀ ਪੰਜਾਬੀ ਡਿਪਾਰਟਮੈਂਟ, ਉਹਨਾਂ ਨੂੰ ਗੱਲ ਕਰ ਲਓ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੈਠੇ ਨੇ ਵਾਈਸ ਚਾਂਸਲਰ, ਉਹਨਾਂ ਨਾਲ ਗੱਲ ਕਰੋ। ਕਿੰਨੇ ਲੋਕ ਬੈਠੇ ਨੇ, ਜਿਹੜੇ ਪੜ੍ਹਾ ਰਹੇ ਆ, ਜਿਹੜੇ ਪੋਲੀਟੀਕਲ ਸਾਇੰਸ ਪੜ੍ਹਾ ਰਹੇ ਆ, ਹਿਸਟਰੀ ਪੜ੍ਹਾ ਰਹੇ ਆ, ਪ੍ਰੋਫੈਸਰ ਨਾਲ ਗੱਲ ਕਰੋ, ਦੱਸਣਗੇ 2 ਮਿੰਟ 'ਚ। ਮੈਂ ਵੀ ਹਿਸਟਰੀ ਪੜ੍ਹੀ ਆ, ਤੁਹਾਨੂੰ ਇੱਕਦਮ ਪਤਾ ਹੁੰਦਾ ਕਿ ਸਾਰਾ ਕੁਝ ਹੈਗਾ। ਹਿਸਟਰੀ ਆਫ ਪੰਜਾਬ, ਜਿਸ 'ਚ ਸਿੱਖਿਜ਼ਮ, ਜਿੱਥੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਜੋ ਰੈਵੋਲੂਸ਼ਨ ਹੋਈ ਆ, 6ਵੇਂ ਪਾਤਸ਼ਾਹ ਨੇ ਕਦੋਂ ਤਲਵਾਰ ਚੁੱਕੀ ਹੈ, ਪੂਰਾ ਪੰਜਾਬ ਦਾ ਇਤਿਹਾਸ ਹੈ। ਔਰ ਅੰਮ੍ਰਿਤਸਰ ਜਿਹੜਾ ਉੱਥੇ ਸਾਰਾ ਕੁਝ ਹੈ, ਪਾਕਿਸਤਾਨ ਦੇ ਲੋਕ ਜਾਣਦੇ ਆ। ਪਾਕਿਸਤਾਨ ਦਾ ਕੋਈ ਪ੍ਰੋਗਰਾਮ ਦੇਖ ਲਓ, ਪਾਕਿਸਤਾਨ ਦੇ ਲੋਕ ਹਾਲ ਗੇਟ ਤੋਂ ਲੈ ਕੇ 4 ਦਰਵਾਜ਼ੇ ਅੰਮ੍ਰਿਤਸਰ ਦੇ, ਉਹਨਾਂ ਦੀ ਗੱਲ ਕਰਦੇ ਆ। ਉਹਦੇ 'ਚ ਹੈ ਨਾ ਸਾਰਾ ਪੰਜਾਬ ਦੀ ਜਿੱਥੇ ਮੰਡੀਆਂ ਨੇ ਅੰਮ੍ਰਿਤਸਰ ਦੀਆਂ, ਉਹਦੀ ਗੱਲ ਕਰਦੇ ਆ। ਪੰਜਾਬ ਉੱਥੋਂ ਦੇ ਅੰਮ੍ਰਿਤਸਰ ਦੇ ਖਾਣਿਆਂ ਦੀ ਗੱਲ ਕਰਦੇ ਆ, ਉੱਥੋਂ ਦੇ ਇਤਿਹਾਸ ਦੀ ਗੱਲ ਕਰਦੇ ਆ, ਪਰਸਨੈਲਿਟੀ ਦੀ ਗੱਲ ਕਰਦੇ, ਉੱਥੋਂ ਕੌਣ ਵੱਡੇ ਹੋਏ, ਕੌਣ ਜੰਮੇ ਪਲੇ, ਕੀ ਕੁਛ ਹੋਇਆ। ਇਹਨਾਂ ਨੇ ਇਹ ਗੱਲ ਹੀ ਗਲਤ ਕਰਤੀ ਹੈ। ਜਿਹੜਾ ਵੱਡਾ ਸਮਾਰਕ ਆ, ਜਿਹੜਾ ਇਤਿਹਾਸ ਹਿੰਦੁਸਤਾਨ ਦਾ ਇਤਿਹਾਸ ਆ, ਉਹਨੂੰ ਕਰਕੇ ਉਹਨਾਂ ਨੇ ਖੂਹ ਸੁੱਟ ਦਿੱਤਾ ਸਾਰਾ ਕੁਝ। ਇਹ ਗੱਲ ਮਾੜੀ, ਬਿਲਕੁਲ ਮਾੜੀ ਗੱਲ ਹੈ। ਚਲੋ ਹੁਣ ਆਪਾਂ ਅੱਗੇ ਵਧੀਏ, ਕਿਉਂਕਿ ਆਪਾਂ ਤਾਂ ਸਿਰਫ ਕਹਿ ਹੀ ਸਕਦੇ ਹਾਂ ਕਿ ਬਈ ਇਦਾਂ ਨਾ ਕਰੋ। ਇਹ 'ਚ ਗੁੱਸਾ ਵੀ ਆਉਂਦਾ, ਪਰ ਅਸੀਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਬੈਲੈਂਸ ਨਾਲ। ਉਹ ਆਉਂਦਾ ਵੀ ਇਹ ਥੋੜ੍ਹੀ ਜਿਹੀ, ਜੇ ਨਹੀਂ ਉਹਨਾਂ ਨੂੰ ਅਕਲ ਹੈਗੀ ਤਾਂ ਤਰੀਕੇ ਨਾਲ ਗੱਲ ਕਰ ਲਓ, ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦਾ ਜਦੋਂ ਬਦਲਿਆ, ਅਨੁਵਾਦ ਕੀਤਾ, ਅਨੁਵਾਦ ਕਰਕੇ ਨਾ ਜਿਹੜੇ ਬੰਦੇ ਜਿਨ੍ਹਾਂ ਨੇ ਕੂਚ ਕੀਤਾ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਭਜਾਇਆ, ਉਹਨਾਂ ਦੇ ਨਾਂ ਹੀ ਗਲਤ ਕਰ ਦਿੱਤੇ। ਇਹ ਅਜਾਇਬ ਘਰ ਦੇ ਤੌਰ ਤੇ ਬਣਾਈ ਹੈ ਨਾ ਜਿਹੜੀ, ਉਹਦੇ 'ਚ ਉਹ ਦ੍ਰਿਸ਼ਟੀਕੋਣ ਗਲਤ ਦ੍ਰਿਸ਼ਟੀਕੋਣ ਹੈ। ਔਰ ਜਦੋਂ ਦ੍ਰਿਸ਼ਟੀਕੋਣ ਹੀ ਗਲਤ ਹੋ ਗਿਆ, ਨਜ਼ਰੀਆ ਹੀ ਗਲਤ ਹੋ ਗਿਆ, ਤਾਂ ਸਭ ਕੁਝ ਗਲਤ ਹੋ ਗਿਆ, ਨਜ਼ਰੀਆ ਗਲਤ।
ਸੋ ਹੁਣ ਅੱਗੇ ਵਧੀਆ ਆਪਾਂ ਨਜ਼ਰੀਆ ਆਪਾਂ ਹੁਣ ਮਾਨ ਸਾਹਿਬ ਦਾ ਦੇਖਣਾ ਹੈ। ਮਾਨ ਸਾਹਿਬ ਦਾ ਨਜ਼ਰੀਆ ਕੀ ਕਹਿੰਦਾ ਹੈ। ਸਿਮਰਨਜੀਤ ਸਿੰਘ ਮਾਨ ਜੋ ਸੰਗਰੂਰ ਤੋਂ ਜਿੱਤੇ ਨੇ, MP ਨੇ ਸਾਡੇ, ਔਰ ਜ਼ਿਮਨੀ ਚੋਣਾਂ ਦੇ ਵਿੱਚ ਜੇਤੂ ਕਰਾਰ ਦਿੱਤੇ ਗਏ ਨੇ। 80 ਸਾਲਾਂ ਦੇ ਕਰੀਬ ਉਹਨਾਂ ਦੀ ਉਮਰ ਹੈ। ਸਹੁੰ ਚੁੱਕ ਲਈ ਹੈ ਜੀ, ਸਹੁੰ ਚੁੱਕ ਕਹਿੰਦੇ ਸੀ ਮੈਂ, ਔਰ ਤੁਹਾਨੂੰ ਵੀ ਬਿਨਾਂ ਕਿਰਪਾਨ ਤੋਂ ਗਏ ਨੇ। ਮਾਨ ਸਾਹਿਬ ਨੂੰ ਬਿਨਾਂ, ਹਾਂ ਮੈਨੂੰ ਵੀ ਵਧਾਈਏ, ਸਭ ਨੂੰ ਵਧਾਈਏ, ਕਿਉਂਕਿ ਅਸੀਂ ਸੋਚਦੇ ਸੀ ਫਿਰ ਕਿਰਪਾਨ ਕਰਕੇ 1999 ਵਾਲਾ ਸਾਡੇ ਚੈਨਲ ਦੇ CEO ਸਾਹਿਬ ਨੇ ਰੰਧਾਵਾ ਜੀ, ਉਹਨਾਂ ਵੱਲੋਂ ਵੀ ਵੱਡੀ ਵਧਾਈ, ਸਭ ਵੱਲੋਂ ਵਧਾਈਆਂ ਦੇ ਦਿੰਦੇ ਆ, ਕਿਉਂਕਿ ਅਸੀਂ ਸੋਚਦੇ ਸੀ ਕਿ 1999 ਦਾ ਜਿਹੜਾ ਸੀਨ ਹੈ ਕਿਤੇ ਫਿਰ ਤੇ ਨਾ ਦੁਹਰਾਇਆ ਜਾਏ ਕਿ ਮੈਂ ਬਿਨਾਂ ਤਲਵਾਰ ਤੋਂ ਨਹੀਂ ਜਾਣਾ ਅੰਦਰ, ਪਰ ਚਲੇ ਗਏ ਨੇ। ਪਰ ਉਹ ਗੱਲ ਹੋ ਗਈ, ਉਹ ਗੱਲ ਸਹੁੰ ਚੁੱਕ ਲਈ ਹੈ, ਲੋਕਾਂ ਨੂੰ ਇਹ ਵਧੀਆ ਹੋ ਗਿਆ। ਹਾਂ, ਔਰ ਸਾਡੇ ਵੱਲੋਂ ਇਹ ਹੈ ਕਿ ਇੱਕ ਪ੍ਰਤੀਨਿਧੀ ਪੰਜਾਬ ਦਾ ਜਾ ਕੇ ਉੱਥੇ ਪੰਜਾਬ ਦੀ ਗੱਲ ਕਰੂਗਾ ਪਾਰਲੀਮੈਂਟ ਦੇ ਵਿੱਚ। ਇਹ ਤਾਂ ਹੈ, ਇਸ ਚੀਜ਼ ਦੀ ਖੁਸ਼ੀ ਆ ਕਿ ਇੱਕ ਐਕਸਪੀਰੀਅੰਸ ਬੰਦਾ, IPS ਹੈ, ਫਾਰਮਰ, ਰਿਜ਼ਾਈਨ ਕੀਤਾ ਸੀ ਔਰ ਖੂਬ ਸਮਝ ਰੱਖਦੇ ਨੇ। ਚਲੋ ਇੱਕ ਵਧੀਆ ਗੱਲ ਹੋ ਗਈ, ਪਰ ਨਾਲ ਜੋ ਭਗਤ ਸਿੰਘ ਬਾਰੇ ਉਹਨਾਂ ਦੀ ਸਟੇਟਮੈਂਟ ਹੈ ਉਸ ਦੇ ਉੱਤੇ ਕਾਫੀ ਖਲਬਲੀ ਮਚੀ ਹੋਈ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਗਲਤ ਗੱਲ, ਔਰ ਵਾਕਈ ਲੋਕਾਂ ਦੇ ਦਿਲਾਂ ਤੇ ਸੱਟ ਵੱਜੀ ਹੈ ਇਸ ਸਟੇਟਮੈਂਟ ਕਰਕੇ, ਕਿਉਂਕਿ ਲੋਕਾਂ ਨੇ ਤਾਂ ਮਤਲਬ ਆਪਣੇ ਦਿਲਾਂ ਦੇ ਵਿੱਚ ਵਸਾ ਰੱਖਿਆ ਭਗਤ ਸਿੰਘ ਨੂੰ, ਔਰ ਤੁਸੀਂ ਭਗਤ ਸਿੰਘ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਹੋ। ਹਾਂ, ਇਹ ਗੱਲ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਨੇ, ਪੂਰੇ ਹਿੰਦੁਸਤਾਨ ਦੇ ਯੂਥ ਨੇ, ਜਵਾਨ ਨੇ, ਉਹਨਾਂ ਨੂੰ ਬੜਾ ਨਾਰਾਜ਼ਗੀ ਮਹਿਸੂਸ ਹੋਈ ਆ, ਗੁੱਸੇ 'ਚ ਨੇ, ਔਰ ਉਹਨਾਂ ਦੇ ਬਿਆਨ ਵੀ ਆ ਰਹੇ ਆ। ਔਰ ਉਹਦੇ 'ਚ ਆਪ ਸਰਕਾਰ ਨੇ ਵੀ ਇਹਦਾ ਵਿਰੋਧ ਕੀਤਾ, ਜਿਸ 'ਚ ਅਮਰਿੰਦਰ ਸਿੰਘ ਕੰਗ ਨੇ ਸਪੋਕਸਮੈਨ, ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ। ਔਰ ਇਹਦੇ 'ਚ ਸਾਰੀਆਂ ਜਥੇਬੰਦੀਆਂ, ਜਿਹੜੀਆਂ ਧਾਰਮਿਕ ਜਥੇਬੰਦੀਆਂ ਵੀ ਹੈਗੀਆਂ, ਹਰੇਕ ਨੇ ਕੀਤਾ, ਜਿਹੜੀਆਂ ਸਕੂਲਾਂ ਦੇ ਸਟੂਡੈਂਟ ਨੇ, ਸਮਾਜਿਕ ਜਥੇਬੰਦੀਆਂ ਨੇ, ਜਿਹੜੇ ਸਿਲੇਬਸ 'ਚ ਪੜ੍ਹ ਰਹੇ ਨੇ ਭਗਤ ਸਿੰਘ ਦਾ ਨਾਮ, ਪਾਕਿਸਤਾਨ ਤੋਂ ਵੀ ਇਹਦੇ ਤੇ ਨਾਰਾਜ਼ਗੀ ਦੇ ਜਿਹੜੇ ਆਏ ਨੇ ਸੰਦੇਸ਼। ਔਰ ਇਹ ਗੱਲ ਮਾੜੀ ਹੈ, ਔਰ ਮੇਰਾ ਖਿਆਲ ਹੈ ਇਹਨੇ ਸਿਆਣੇ ਬਿਆਣੇ ਆ, ਬੜਾ ਸੂਝਵਾਨ ਨੇ, ਔਰ ਇਹਨਾਂ ਨੇ ਇਹ ਜਿਹੜੀ ਗੱਲ ਕੀਤੀ ਹੈ ਇਹ ਲੋਕਾਂ ਤੱਕ ਜਿਹੜੀ ਆ ਬੜੀ ਗਲਤ ਗਈ ਹੈ। ਲੋਕਾਂ ਨੇ ਇਹਦਾ ਨਾਰਾਜ਼ਗੀ ਮਹਿਸੂਸ ਕੀਤੀ ਹੈ, ਔਰ ਜੋ ਵੀ ਗੱਲ ਕਰਦੇ ਆ ਹਮੇਸ਼ਾ ਪੰਜਾਬ ਦੇ ਲਈ ਗਲਤ ਕਰਦੇ ਆ। ਔਰ ਆਪ ਨੇ ਕਿਹਾ ਕਿ ਇਹਨਾਂ ਨੇ ਆਪਣੇ ਪੁਰਾਣੇ ਇਤਿਹਾਸ ਨੂੰ ਦੁਬਾਰਾ ਉਗੇੜਿਆ, ਉਜਾਗਰ ਕੀਤਾ। ਇਹਦੇ ਨਾਨਾ ਨੇ, ਇਹਦੇ ਨਾਨਾ ਅਰੂੜ ਸਿੰਘ ਸੀਗੇ, ਔਰ ਉਹ ਪੰਜਾਬ 'ਚ ਅੰਮ੍ਰਿਤਸਰ ਰਹੇ ਆ। ਜਦੋਂ ਗੋਲੀ ਚੱਲੀ ਹੈ ਜਲ੍ਹਿਆਂਵਾਲੇ ਬਾਗ 'ਚ, ਤਾਂ ਜਦੋਂ ਉਹਨਾਂ ਨੇ ਕੀਤਾ, ਉਹਨਾਂ ਨੇ ਡਵਾਇਰ ਨੂੰ ਸਰੋਪਾ ਭੇਟ ਕੀਤਾ। ਇਹ ਹਿਸਟਰੀ ਹੈ। ਔਰ ਦੇਖੋ ਇਹ ਜਿਹੜੇ ਆਪ ਇਹ ਗੱਲ ਗਲਤ ਕੀਤੀ ਆ, ਜਿਹਨੇ ਲੋਕਾਂ ਨੂੰ ਇੰਨਾ ਬਲੱਡਸ਼ੈਡ ਕੀਤਾ, ਇੰਨਾ ਖੂਨ ਖਰਾਬਾ ਕੀਤਾ, ਉਹਨੂੰ ਇਹਨਾਂ ਨੇ ਪੂਜਿਆ, ਹੈ ਨਾ। ਜਿਨ੍ਹਾਂ ਨੂੰ ਬਾਅਦ 'ਚ ਗੋਲੀ ਮਾਰੀ ਆ, ਭਗਤ ਸਿੰਘ ਨੇ ਸਾਰਾ ਕੁਝ ਕੀਤਾ। ਔਰ ਉਹਦੇ 'ਚ ਇੱਕ ਦੂਜਾ ਸਿਪਾਹੀ ਵੀ ਮਾਰਿਆ ਗਿਆ, ਹਵਾਲਦਾਰ ਸੀ ਸ਼ਾਇਦ, ਉਹ ਵੀ ਮਾਰਿਆ ਗਿਆ। ਉਹਦੇ 'ਤੇ ਵੀ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਉਹ ਪਗੜੀ ਧਾਰੀ ਸੀ, ਫਲਾਣਾ ਸੀ। ਪਰ ਜਦੋਂ ਕੋਈ ਗੌਰਮੈਂਟ ਦੀ ਨੌਕਰੀ ਕਰ ਰਿਹਾ, ਜਦੋਂ ਰੋਕ ਰਿਹਾ, ਉਹ ਡਿਊਟੀ 'ਤੇ ਆ, ਉਹਨਾਂ ਨੂੰ ਮਾਰਨਾ ਲਾਜ਼ਮੀ ਹੈ, ਜਿਹੜਾ ਇਹਨਾਂ ਦੇ ਅਗੇਂਸਟ ਹੈ। ਕਿਉਂਕਿ ਇਹਨਾਂ ਨੇ ਕਿਹਾ ਸੀ, ਹਾਂ, ਰਾਜਗੁਰੂ ਬਹੁਤ ਵੱਡੇ, ਬਹੁਤ ਵਧੀਆ ਸ਼ੂਟਰ ਸੀਗੇ ਜੀ, ਔਰ ਉਹਨਾਂ ਨੇ ਇਹ ਗੱਲ ਕਹੀ ਸੀ ਉਸ ਸਿਪਾਹੀ ਨੂੰ ਕਿ ਤੂੰ ਚਲਾ ਜਾ, ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਜੋ ਕੰਮ ਕਰਨਾ ਸੀ ਕਰ ਦਿੱਤਾ। ਵਾਰਨਿੰਗ ਦਿੱਤੀ ਸੀ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ। ਜਦੋਂ ਨਹੀਂ ਟਲੇ ਤੇ ਫਿਰ ਕੋਈ ਹਾਲਾਤ ਇਦਾਂ ਦੇ ਬਣ ਗਏ ਕਿ ਉਹਨਾਂ ਨੂੰ ਸ਼ੂਟ ਕਰਨਾ ਪੈ ਗਿਆ। ਫਿਰ ਵੇਖੋ ਇਹ ਲੋਕ ਜਿਹੜੇ ਬੈਠੇ ਨੇ, ਜਿਹੜੇ ਸਾਡੇ ਇਤਿਹਾਸ ਨੂੰ ਖੇਰੂ ਕਰ ਰਹੇ, ਖੇਰੂ ਕਰ ਦਿੱਤਾ, ਖਿਲਾਰ ਦਿੱਤਾ ਸਿਮਰਨਜੀਤ ਮਾਨ ਜੀ ਹੋਰਾਂ ਨੇ, ਜਦੋਂ ਕਿ ਲੋਕਾਂ ਨੇ ਇਹਨਾਂ ਨੂੰ ਸੰਸਦ ਬਣਾ ਕੇ, MP ਬਣਾ ਕੇ ਪਾਰਲੀਮੈਂਟ 'ਚ ਭੇਜ ਦਿੱਤਾ। ਔਰ ਉਹਨਾਂ ਦੀ ਸਟੇਟਮੈਂਟ ਦੇਖੋ ਕਿੰਨੀ ਹਾਸੋਹੀਣੀ ਤਾਂ ਨਹੀਂ, ਬੜੀ ਨਾਰਾਜ਼ਗੀ ਭਰੀ ਹੈਗੀ ਆ ਕਿ ਜਿਹੜੇ ਹਿਸਟਰੀ ਨਹੀਂ ਪੜ੍ਹੀ ਤਾਂ ਇਹਨਾਂ ਨੂੰ ਪਤਾ ਨਹੀਂ ਭਗਤ ਸਿੰਘ ਨੇ ਕੀ ਕੁਝ ਕੀਤਾ। ਜਵਾਨੀ 'ਚ ਤੁਰ ਗਏ, ਕੁਰਬਾਨੀ ਦੇ ਦਿੱਤੀ, 23 ਸਾਲ ਦੀ ਉਮਰ। ਨਹੀਂ ਤਾਂ ਅੱਜ ਸਾਡੀਆਂ ਇੱਦਾਂ ਦੀਆਂ ਰਹਿਵਾਗਾਂ ਨਾ ਹੁੰਦੀਆਂ, ਨਹੀਂ ਤਾਂ ਅਸੀਂ ਅੰਗਰੇਜ਼ਾਂ ਦੀ ਜਿਹੜੀ ਪਾਬੰਦੀ 'ਚ ਬੈਠੇ ਹੁੰਦੇ। ਜੰਜੀਰਾਂ ਕੱਟ ਕੇ ਉਹਨਾਂ ਨੇ ਸਾਰੇ ਜੰਜੀਰਾਂ ਤੋੜ ਦਿੱਤੀਆਂ ਜਿਹੜੀਆਂ ਗੁਲਾਮੀ ਦੀਆਂ। ਉਹ ਭਗਤ ਸਿੰਘ ਸੀਗੇ, ਰਾਜਗੁਰੂ ਸੁਖਦੇਵ ਸੀਗਾ, BK ਦੱਤ ਸੀਗੇ, ਉਹਨਾਂ ਨੇ ਕੀਤਾ। ਪਰ ਇਹ ਹੁਣ ਕੀ ਕਰ ਰਹੇ ਇਹਨਾਂ, ਵੈਸੇ ਕੀ ਕੀਤਾ? ਨੌਕਰੀ ਤੋਂ ਬਗੈਰ ਇੱਕ ਤਾਂ ਇਹਨਾਂ ਨੇ ਕੋਈ ਕੰਮ ਉਦੋਂ ਤੱਕ ਨਹੀਂ ਕੁਝ ਵੀ ਕੀਤਾ। ਪੰਜਾਬ ਲਈ ਕਿੰਨੀ ਕੁ ਕੰਟਰੀਬਿਊਸ਼ਨ ਇਹਨਾਂ ਦੀ ਹੈਗੀ, ਜਿਹਦੇ 'ਚ ਇਸ ਵੇਲੇ ਸਾਰੇ ਜਵਾਨ ਮੁੰਡੇ ਆ, ਗੁੱਸੇ ਭਰੇ ਪੀਤੇ ਨੇ, ਬੈਠੇ ਨੇ। ਪਰ ਇਹ ਗੱਲ ਮੈਂ ਖਾਸ ਤੌਰ 'ਤੇ ਇਸ ਕਰਕੇ ਕਹਿ ਰਿਹਾ ਕਿ ਮੈਨੂੰ ਤਾਂ ਗੁੱਸਾ ਜਿਹੜਾ ਹੈਗਾ ਹੀ ਆ, ਪੂਰੀ ਜਨਤਾ ਨੂੰ ਗੁੱਸਾ ਹੈ, ਆਪ ਨੂੰ ਗੁੱਸਾ ਹੈ, ਕਾਂਗਰਸ ਨੂੰ ਪੂਰੇ ਦਾ ਪੂਰਾ। ਰਾਜਾ ਵੜਿੰਗ ਸਾਹਿਬ ਨੇ ਵੀ ਇਹਦੇ 'ਤੇ ਕਿੰਤੂ ਕੀਤਾ, ਨਵਜੋਤ ਸਿੱਧੂ ਹੋਰਾਂ ਦਾ, ਖਹਿਰਾ ਸਾਹਿਬ ਦਾ, ਸਾਰਿਆਂ ਦਾ ਇਹ ਹੈਗਾ। ਇਹ ਤਾਂ ਚਲੋ ਨੇਤਾ ਨੇ, ਨੇਤਾ ਦੀ ਗੱਲ ਇਹ ਹੈ ਕਿ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਗੁੱਸਾ ਲੱਗਾ। ਸਹੀ ਗੱਲ। ਔਰ ਭਗਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਪੰਜਾਬ ਦੀ ਧਰਤੀ ਤੇ, ਪੂਰੀ ਦੁਨੀਆ ਤੇ। ਇਸ ਧਰਤੀ ਤੇ ਭਗਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਪਰ ਇਹਨਾਂ ਆਪ ਇਹਦੇ ਨਾਨਾ ਨੇ ਕਿੰਨਾ ਕੰਮ ਕਰ ਲਿਆ, ਚੰਗਾ ਕੰਮ ਕੀਤਾ ਸੀਗਾ। ਜਦੋਂ ਲਾਇਰ ਨੂੰ
ਜਨਰਲ ਡਾਇਰ ਨੂੰ ਜਿਹਨੇ ਗੋਲੀਆਂ ਚਲਾਈਆਂ ਉਹਨੂੰ ਸਰੋਪਾ ਦੇ ਕੇ ਉਹਨੂੰ ਇੱਥੇ ਨਵਾਜਿਆ, ਉਹਨੂੰ ਸਾਰਾ ਕੁਝ ਕੀਤਾ ਇਸ ਕਰਕੇ ਬੈਨੀਫਿਟ ਲੈਣ ਲਈ, ਕਿਉਂਕਿ ਉਹ ਇੱਥੋਂ ਦਾ ਸਾਰਾ ਕੁਝ ਹੈਡ ਸੀਗਾ ਕਿ ਪੰਜਾਬ ਦਾ ਜੋ ਕੁਝ ਲੈਣਾ ਲੈ ਲਓ, ਬੈਨੀਫਿਟ ਇਹਦੇ ਕੋਲ ਜੋ ਵੀ ਹੈਗਾ, ਬੰਦੇ ਮਾਰੇ ਤੇ ਮਾਰੇ ਰਹਿਣ, ਕੋਈ ਗੱਲ ਨਹੀਂ, ਸਾਡਾ ਕਿਹੜਾ ਕੋਈ ਮਰਿਆ। ਇਹ ਸੋਚ ਹੈ ਇਹਨਾਂ ਦੀ ਗਲਤ। ਜੀ ਹੁਣ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਹੁਣ ਤੇ ਜਨਤਾ ਨੇ ਫੈਸਲਾ ਕਰਨਾ ਹੈ ਕਿ ਜੋ ਉਹਨਾਂ ਦੇ ਹੀਰੋ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਮਾਨ ਸਾਹਿਬ ਨੇ ਕਿਹਾ ਹੈ ਉਹਦਾ ਕਿੱਦਾਂ ਜਵਾਬ ਦੇਣਾ ਹੈ। ਤੇ ਹੁਣ ਪੰਜਾਬ ਦੇ ਜਵਾਨ ਮੁੰਡਿਆਂ ਨੂੰ ਪਤਾ, ਜਵਾਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਕੀ ਉਹਨਾਂ ਨੂੰ ਸੁਨੇਹਾ ਦੇਣਾ ਹੈ। ਉਹਨਾਂ ਨੇ ਕਿਹਾ, ਉਹਨਾਂ ਨੇ ਇਹਨਾਂ ਨੂੰ ਚੁਣੌਤੀ ਦਿੱਤੀ। ਬਿਲਕੁਲ। ਸੋ ਚੁਣੌਤੀ ਦੀ ਗੱਲ ਜਿਹੜੀ ਹੈ ਕਿ ਹੁਣ ਜਨਤਾ ਵਾਸਤੇ ਫਿਰ ਤੋਂ ਚੁਣੌਤੀ, GST ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ 5% ਵਧਾ ਦਿੱਤਾ ਗਿਆ ਹੈ। ਹੁਣ ਉਹ ਜਿਹੜੇ ਮੈਂ ਤੁਹਾਨੂੰ ਕਹਿੰਦਾ ਸੀ ਨਾ ਲੱਡੂ ਖਵਾਈਓ, ਨਹੀਂ ਮੈਂ ਤੁਹਾਨੂੰ ਕੀ ਕਿਹਾ ਸੀ, ਪੂੜੇ ਖਵਾਈਓ, ਇਹ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਖੀਰ ਖਵਾਈਓ। ਹੁਣ ਉਹ GST ਉੱਤੇ ਵੀ ਲਗਾਓਗੇ ਤੁਸੀਂ ਤੇ ਫਿਰ ਤੁਸੀਂ ਕਹੋਗੇ ਮੈਂ ਨਹੀਂ ਖਵਾਉਣੇ। ਸੈਸ਼ਨ ਸ਼ੁਰੂ ਹੋਇਆ ਅੱਜ, ਹਾਂਜੀ, ਟੈਕਸ ਪਹਿਲੋਂ ਆ ਗਿਆ, ਟੈਕਸ ਪਹਿਲੋਂ ਆ ਗਿਆ। ਪਰ ਦੇਖੋ ਪਤਾ ਕੀ ਹੈਗਾ, ਮੈਂ ਤੁਹਾਨੂੰ ਦੱਸਿਆ ਨਾ ਵੀ ਨੰਗਾ ਸਿਰ ਜਿਹੜਾ ਗੜੇ ਪੈਂਦੇ ਡਿੱਗਦੇ ਆ ਨਾ ਆ ਕੇ, ਤੇ ਉਹ ਚੱਲਦਾ ਉਹੀ, ਉਹ ਕਦੀ ਐਂ ਸਿਰ ਨੂੰ ਕਦੇ ਇਹ ਹੈਗਾ ਤੁਹਾਡਾ ਟੈਕਸ ਵਾਲਾ ਸਾਰਾ ਕੁਝ ਆ ਕੇ ਡਿੱਗ ਰਿਹਾ ਤੁਹਾਡੇ ਤੇ। GST ਪਤਾ ਕੀ ਹੋਊਗਾ, ਜਿਹਦੇ ਹਸਪੀਟਲ ਦੇ ਕਮਰੇ ਆ ਮਹਿੰਗੇ, ਸਾਰੇ ਮਹਿੰਗੇ ਹੋਣਗੇ, ਰੈਸਟੋਰੈਂਟ ਮਹਿੰਗੇ ਹੈ ਨਾ, ਲੂਣ ਮਹਿੰਗਾ, ਤੇਲ ਮਹਿੰਗਾ, ਤੇ ਪਨੀਰ ਉਹ ਵੀ ਮਹਿੰਗਾ ਹੈ ਨਾ, ਜਿਹਦੇ 'ਚ ਬੱਚਿਆਂ ਦੀ ਪੜ੍ਹਨ ਵਾਲੀ ਕਿਤਾਬਾਂ ਹੈ ਨਾ, ਬੂਟ ਪਾਲਿਸ਼ ਸਾਰਾ, ਦੁੱਧ ਮਹਿੰਗਾ, ਦੁੱਧ ਜਿਹੜਾ ਰੋਜ਼ ਆਪਾਂ ਵਰਤਦੇ ਹਾਂ। ਤੇਲ ਤਾਂ ਪਹਿਲਾਂ ਹੀ ਮਹਿੰਗਾ, ਤੇਲ ਤਾਂ ਕਹਿਣ ਵਾਲੀ ਗੱਲ ਹੀ ਨਹੀਂ ਗਾ, ਉਹ 'ਚ ਪੈਟਰੋਲ ਤਾਂ ਡੀਜ਼ਲ ਪਹਿਲਾਂ ਅਸਮਾਨ ਨੂੰ ਚੜਿਆ, ਗੈਸ ਮਹਿੰਗੀ, ਕੀ ਕਰੂਗਾ ਗਰੀਬ? ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ, ਦਿਹਾੜੀਦਾਰ ਕੀ ਕਰੂਗਾ? GST ਹੈ ਨਾ, GST ਦਾ ਕੀ, ਲੱਕੜ ਲੈਣ ਜਾਓਗੇ, ਦਰਵਾਜ਼ੇ ਬਣਾਉਣੇ ਆ ਮਹਿੰਗੇ ਆ ਤੁਹਾਡੇ ਹੈ ਨਾ, ਜੇ ਤੁਸੀਂ ਛੱਤ ਲਈ ਸਰੀਆ ਲਿਆਉਣਾ ਉਹ ਮਹਿੰਗਾ, ਕਿੱਥੇ ਜਾਊਗਾ ਤੇ ਕੀ ਕਰੂਗਾ? ਇਸੇ ਕਰਕੇ ਲੋਕ ਇੱਥੋਂ ਆਉਂਦੇ ਆ ਯਾਰ, ਬਾਹਰਲੇ ਦੇਸ਼ਾਂ ਜਾ ਰਹੇ ਆ, ਅਮਰੀਕਾ, ਉੱਥੇ ਵੀ ਮਹਿੰਗਾਈ ਦਾ ਹੀ ਹਾਲ ਹੈ। ਅਮਰੀਕਨ ਵਾਸੀ ਜਿਹੜੇ ਵਿਚਾਰੇ ਹੈਗੇ ਆ ਉਹ ਵੀ ਉੱਥੇ ਰੋ ਰਹੇ ਆ, ਉੱਥੇ ਵੀ ਉੱਦਾਂ ਸਭ ਜਗ੍ਹਾ ਇਹੋ ਹਾਲ ਹੈ। ਉੱਥੇ ਇੰਗਲੈਂਡ ਦਾ ਵੀ ਇਹੀ ਹਾਲ ਹੈ, ਕੈਨੇਡਾ 'ਚ ਵੀ ਘਰ ਰਹਿਣਾ ਬੜਾ ਔਖਾ, ਪਰ ਉੱਥੇ ਕੰਮ ਤਾਂ ਹੈਗਾ ਨਾ, ਫੈਸਿਲਿਟੀ ਤਾਂ ਹੈਗੀ। ਜੇ ਦੇਖੋ ਖੰਨਾ ਜੀ, ਜੇ GST ਦਾ ਟੈਕਸ ਦੇ ਰਹੇ ਆ, ਉਹ 'ਚ ਮੈਡੀਕਲ ਫ੍ਰੀ ਆ, ਜਿਹੜਾ ਤੁਹਾਡਾ ਬੇਰੁਜ਼ਗਾਰੀ ਦਾ ਭੱਤਾ, ਜੇ ਤੁਸੀਂ ਉੱਥੇ ਬਿਮਾਰ ਜੇ ਤੁਹਾਨੂੰ ਘਰੋਂ ਲੈ ਕੇ ਜਾਣਗੇ, ਦਵਾਈ ਫ੍ਰੀ ਹੈਗੀ ਆ, ਪੈਸਾ ਤਾਂ ਜਾ ਰਿਹਾ ਪਰ ਤੁਹਾਡੀ ਜਾਨ ਉਹ ਖਤਰੇ 'ਚ ਨਹੀਂ ਪਾਉਣਗੇ। ਇੱਥੇ ਮਰ ਗਏ, ਮਿਟ ਗਏ, ਸੌਂ ਗਏ, ਸੁੱਤੇ ਪਏ, ਨਹੀਂ ਉੱਠੇ, ਕਿਸੇ ਨੇ ਪਤਾ ਨਹੀਂ ਕਰਨਾ, ਨਾ ਗੌਰਮੈਂਟ ਨੂੰ ਪਤਾ, ਨਾ ਸਾਡੇ ਕਿਸੇ ਆਂਢੀ ਗੁਆਂਢੀ ਨੂੰ ਪਤਾ। ਇਹ ਹੈਗੀ ਆ ਸਾਡੇ ਪੰਜਾਬ ਦੀ ਜਿਹੜੀ ਸਰਕਾਰੀ ਸਮਰੱਥਾ, ਉਹੀ ਸਮਰੱਥਾ ਜਿਹੜੀ ਹੈਗੀ ਸਾਡੇ ਕੋਲ ਸੈਂਟਰ ਦੀ ਹੈਗੀ ਹੈ। ਤੁਸੀਂ ਹੁਣ ਗੱਲ ਕੀਤੀ ਹੈ GST 5% ਵਧਿਆ, ਪਰ ਤੁਹਾਡੀ ਇਨਕਮ ਕਿੱਥੇ ਵਧੀ? ਇਨਕਮ ਤਾਂ ਨਹੀਂ ਵਧੀ, ਤੁਹਾਡੀ ਗਰੋਥ ਕਿੱਥੇ? ਔਰ ਦੂਜਾ ਇਹ ਹੈ ਕਿ GST ਤਾਂ ਵੱਧ ਗਿਆ, ਜੋ ਇਨਫਲੇਸ਼ਨ ਰੇਟ ਆ ਉਹਦੇ ਮੁਤਾਬਿਕ ਜੋ ਸਾਡਾ ਪੈਸਾ ਹੈ ਉਹਦੀ ਕੀਮਤ ਵੀ ਘਟਦੀ ਪਈ ਹੈ। ਜੇ ਕਿਸੇ ਦੇ ਬੈਂਕਾਂ ਦੇ ਵਿੱਚ ਪੈਸੇ ਪਏ ਨੇ ਤੇ ਰੁਪਈਆ ਥੱਲੇ ਦਾ ਥੱਲੇ, ਉੱਥੇ ਇੱਕ ਰੇਟ ਆਫ ਇੰਟਰਸਟ, ਉਸ ਕਰਕੇ ਵੀ ਤੁਸੀਂ ਦੇਖਦੇ ਪਏ ਹੋ ਪੈਸੇ ਦੀ ਵੈਲਿਊ ਘਟਦੀ ਪਈ ਹੈ, ਮਹਿੰਗਾਈ ਵੱਧਦੀ ਪਈ ਹੈ। ਸੋ ਇਹ ਸਾਰੀ ਸਥਿਤੀ ਤਾਂ ਇਹੀ ਬਣਦੀ ਪਈ ਹੈ ਕਿ ਤੁਸੀਂ ਬਿਲਕੁਲ ਠੀਕ ਕਿਹਾ, ਉਹ ਜਦੋਂ ਟੁੱਟਣ ਦੇ ਉੱਤੇ ਪੈਂਦੇ ਨੇ ਨਾ ਠਾ ਗੜੇ, ਉਦੋਂ ਟੁੱਟਣ ਜਾਂਦੀ ਹੈ। ਕੀ ਕਹਿ ਸਕਦੇ, ਕੀ ਜਾਂਦੀ ਹੈ ਉਹ, ਜਾਂ ਤਾਂ ਉਹਦੇ ਉੱਤੇ ਸੱਟਾਂ ਪੈਂਦੀਆਂ ਨੇ, ਟਿੰਡ ਜਿਹੜੀ ਹੈ ਉਹਤੇ ਜਦੋਂ ਸੱਟਾਂ ਪੈਂਦੀਆਂ ਨੇ, ਖੂਹਾਂ ਨਾਲ ਵੀ ਚੱਲਦੀ ਹੈ, ਟਿੰਡ ਨਾਲ ਪਾਣੀ ਭਰਦੇ ਆ ਨਾ, ਜਿਹੜਾ ਖੂਹ ਚੱਲਦੇ ਟਕ 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 ਟਕ, ਉਹ ਵੀ ਟਿੰਡ, ਤੇ ਆਹ ਟਿੰਡ ਦੂਜੀ ਟਿੰਡ ਦੇ ਉੱਤੇ ਜਦੋਂ ਗੜਿਆਂ ਦੀ ਟਕ ਟਕ ਹੁੰਦੀ ਹੈ ਉਦੋਂ ਪਤਾ ਲੱਗਦਾ ਹੈ ਵੀ ਇਹ GST ਹੈ, ਇਨਕਮ ਟੈਕਸ ਹੈ, ਇਹ ਕਿਹੜੇ ਟੈਕਸ ਪੈਂਦੇ ਪਏ ਨੇ। ਬੁਰਾ ਹਾਲ ਹੈ, ਪੂਰੀ ਦੁਨੀਆ ਦੇ ਵਿੱਚ ਹੀ ਬੁਰਾ ਹਾਲ ਹੈ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ। ਖੈਰ GST ਵੱਧ ਗਈ, ਕਰ ਕੁਝ ਨਹੀਂ ਸਕਦੇ, ਦੇਣਾ ਪੈਣਾ। ਪਰ ਦੇਖੋ ਮੈਂ ਇੱਕ ਗੱਲ ਆਈ ਦਿਮਾਗ 'ਚ, ਦੇਖੋ ਜਦੋਂ ਗੁਰੂ ਮਹਾਰਾਜ ਦਾ ਜਿਹੜਾ ਚੱਲ ਰਿਹਾ ਸੰਦੇਸ਼ ਆ, ਜਦੋਂ 24 ਘੰਟੇ ਅਟੁੱਟ ਗੁਰੂ ਦਾ ਲੰਗਰ ਉਹ ਵਰਤ ਰਿਹਾ, ਉੱਤੇ ਕੋਈ GST ਦਾ ਮਤਲਬ ਨਹੀਂ, ਕੁਝ ਨਹੀਂ, ਉਹਦੇ ਲਈ ਇਹਨਾਂ ਦਾ ਕੋਈ ਸਰਕਾਰ ਦਾ ਨਹੀਂ ਹੁੰਦਾ ਵੀ ਇਹ 'ਚ ਗੈਸ ਸਿਲੰਡਰ ਥੋੜ੍ਹੇ ਜਿਹੇ ਫ੍ਰੀ ਦੇ ਦਈਏ, ਇਹਦੇ 'ਚ ਜੋ ਭਾਂਡੇ ਬਰਤਨ ਉਹ ਭੇਜ ਦਈਏ, ਇਹ 'ਚ ਕੋਈ ਬੰਦੇ ਕੰਮ ਕਰਨ ਵਾਲੇ ਰਸਦ ਭੇਜ ਦਈਏ, ਉਹ 24 ਆਵਰ ਭੁੱਖਿਆਂ ਦਾ ਢਿੱਡ ਭਰਦਾ, ਉਹਦੇ 'ਚ ਕੋਈ ਟੈਕਸ ਨਹੀਂਗਾ। ਟੈਕਸ ਕਿੱਥੇ ਆ ਜਿਹਦੇ 'ਚ ਅਸੀਂ ਰੋਟੀ ਕਮਾਉਂਦੇ ਹਾਂ, ਕੱਪੜਾ ਲਿਆਉਂਦੇ ਹਾਂ, ਜਿਹ 'ਚ ਤੇਲ ਲਿਆਉਂਦੇ ਹਾਂ, ਜਿਹਦੇ 'ਚ ਸਾਰਾ ਕੁਝ ਹੈਗਾ, ਪਰ ਰੋਜ਼ੀ ਰੋਟੀ ਜਿਹਦੀ ਕਿੱਥੇ ਹੈਗੀ ਆ? ਪੰਜਾਬ ਦਾ ਇਸੇ ਕਰਕੇ ਗੁਰੂਆਂ ਦਾ ਸੰਦੇਸ਼ ਹੈ, ਪੈਗਾਮ ਆ, ਉਹਨਾਂ ਦੀ ਵਡੱਪਣ ਹੈ, ਉਹਨਾਂ ਦਾ ਸਾਰਾ ਕੁਝ ਹੈਗਾ, ਗੁਰਬਾਣੀ ਦਾ ਸੰਦੇਸ਼ ਹੈ। ਤੇ ਗੁਰੂ ਦਾ ਲੰਗਰ ਅਟੁੱਟ ਵਰਦਾ ਰਹਿੰਦਾ, ਦਰਬਾਰ ਸਾਹਿਬ 1 ਲੱਖ ਬੰਦਾ ਰੋਜ਼ ਆ ਕੇ ਲੰਗਰ ਛਕਦਾ। ਇਹ ਕਮਾਲ ਹੈ, ਇਹ ਤਾਂ ਕਮਾਲ ਹੈ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ। ਸੋ ਇੱਕ ਕਮਾਲ ਹੋਰ ਵੀ ਹੋਣ ਜਾ ਰਹੀ ਹੈ UK ਦੀ ਧਰਤੀ ਦੇ ਉੱਤੇ। ਕਹਿੰਦੇ ਨੇ ਕਿ ਜਿਹੜੇ ਰਿਸ਼ੀ ਸੁਨਕ ਨੇ ਉਹ ਇੱਕ ਵਧੀਆ ਪ੍ਰਾਈਮ ਮਿਨਿਸਟਰ ਸਾਬਿਤ ਹੋਣਗੇ, ਇਹ ਸਰਵੇਖਣ ਕਹਿੰਦਾ ਹੈ। ਪਰ ਫਿਰ ਵੀ ਕਿਹਾ ਜਾਂਦਾ ਕਿ ਉਹ ਭਾਰਤੀ ਮੂਲ ਦੇ ਨੇ, ਉਹ ਇੰਗਲੈਂਡ ਦੇ, ਉਹ ਯੂਨਾਈਟਿਡ ਕਿੰਗਡਮ ਦੇ ਆਪਣੇ ਨਹੀਂ ਹੈਗੇ। ਰੇਸਿਜ਼ਮ ਦੀ ਗੱਲ ਤੇ ਉੱਥੇ ਵੀ ਆ ਜਾਂਦੀ ਹੈ ਫਿਰ, ਠੀਕ ਹੈ ਨਾ, ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਸਪੋਰਟ ਨਾ ਕਰੋ, ਪਰ ਲੋਕ ਕਹਿੰਦੇ ਨੇ ਸਪੋਰਟ ਕਰ ਸਕਦੇ ਨੇ ਕਿਉਂਕਿ ਉਹ ਵਧੀਆ
ਇਨਸਾਨ ਨੇ, ਵਧੀਆ ਪ੍ਰਾਈਮ ਮਿਨਿਸਟਰ ਸਾਬਿਤ ਹੋ ਸਕਦੇ ਨੇ। ਫਾਈਨੈਂਸ ਮਿਨਿਸਟਰ ਦੇ ਤੌਰ ਤੇ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ, ਲੰਡਨ ਸਕੂਲ ਆਫ ਕਾਮਰਸ ਤੋਂ ਪੜ੍ਹੇ ਹੋਏ ਨੇ। ਸੋ ਇਹ ਮਿਕਸ ਪ੍ਰਤੀਕਿਰਿਆ ਆ ਰਹੀ ਹੈ। ਤੁਹਾਡੇ ਕੋਲ ਕੋਈ ਪ੍ਰਤੀਕਿਰਿਆ ਪਹੁੰਚੀ ਤੇ ਸਾਡੇ ਦਰਸ਼ਕਾਂ ਨਾਲ ਤੁਸੀਂ ਵੀ ਸਾਂਝੀ ਕਰ ਦਿਓ। ਮੈਨੂੰ ਵਧੀਆ ਗੱਲ ਲੱਗੀ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਹੁਣ ਤੱਕ। ਮੈਂ ਨਾ ਵੀ ਪੰਜਾਬ ਮੇਲ USA TV ਚੈਨਲ ਵੱਲੋਂ ਵੱਡੀ ਵਧਾਈ ਹੈ। ਤੁਸੀਂ ਪਹਿਲਾਂ ਰਾਸ਼ਟਰਪਤੀ ਬਾਰੇ ਗੱਲ ਕੀਤੀ ਆ, ਉਹ ਬਿਲਕੁਲ ਮੇਰਾ ਖਿਆਲ ਸੱਚ ਹੋ ਜੂਗੀ, ਕਿਉਂਕਿ ਆ ਜਿਨ੍ਹਾਂ ਨੇ ਆਉਣਾ ਉਹ 'ਚ ਜਿਹੜੇ ਆ ਨਾ ਦ੍ਰੋਪਦੀ ਜੀ ਦਾ NDA ਦੇ ਨੇ ਉਹ ਆ ਸਕਦੇ ਆ, ਔਰ ਉਪ ਰਾਸ਼ਟਰਪਤੀ ਜਿਹੜੇ ਆ ਉਹਨਾਂ ਦਾ ਵੀ ਨਾਮ ਆ ਜਾਊਗਾ। ਤੀਜੀ ਗੱਲ ਤੁਸੀਂ ਹੁਣ ਗਏ ਇੰਗਲੈਂਡ 'ਚ, ਬਰਤਾਨੀਆ 'ਚ, ਇਹਨੂੰ ਕਹਿੰਦੇ ਆ ਪੱਤਰਕਾਰੀ ਦਾ ਇਹ ਵਧੀਆ ਨਮੂਨਾ ਜਿਹੜਾ ਤੁਸੀਂ ਗੱਲ ਕੀਤੀ ਹੈ। ਇਸ ਵੇਲੇ ਉਹ ਬਿਲਕੁਲ ਮੋਹਰੀ ਨੇ, ਜਿਸ ਤਰ੍ਹਾਂ ਸਾਡੇ ਇੱਥੇ ਚੱਡਾ ਜੀ ਮੋਹਰੀ ਬਣ ਗਏ ਸੀ ਪੰਜਾਬ 'ਚ ਆ ਕੇ, ਹੁਣ ਉੱਥੇ ਉਹ ਮੋਹਰੀ ਨੇ ਕਿਉਂਕਿ ਉਹ ਮੂਲ ਭਾਰਤੀ ਨੇ, ਔਰ ਉਹਦੋਂ ਬਾਅਦ ਹੁਣ ਕੰਜ਼ਰਵੇਟਿਵ ਪਾਰਟੀ ਦੇ ਉਹ ਬਣ ਰਹੇ ਆ। ਉਹਨਾਂ ਨੂੰ ਬਹੁਤ ਵੱਡਾ ਪਿੱਛੋਂ ਹਲਾਰਾ, ਬਹੁਤ ਵੱਡਾ ਹਲਾਰਾ, ਜਿੱਦਾਂ ਆਪਾਂ ਪੀਂਘ ਦੇ ਕੇ ਨਹੀਂ ਸਾਉਣ ਦਾ ਮਹੀਨਾ ਪੀਂਘ ਦੇ ਕੇ ਹਲਾਰਾ ਦਿੰਦੇ ਤੇ ਜਾ ਕੇ ਪਿੱਪਲ ਦੇ ਪੱਤਿਆਂ ਜਾ ਕੇ ਵੱਜਦਾ, ਹੁਣ ਉਹ ਪਿੱਪਲ ਦੇ ਪੱਤਿਆਂ ਤੱਕ ਸਿਖਰ ਤੇ ਆ। ਔਰ ਉਹਦੇ ਨਾਲ ਦੂਸਰੇ ਜਿਹੜੇ ਕੈਂਡੀਡੇਟ ਆ ਉੱਥੋਂ ਦੇ ਵਿਦੇਸ਼ ਮੰਤਰੀ ਆ ਉਹ ਉਹਨਾਂ ਤੋਂ ਥੱਲੇ ਆ। ਹੁਣ ਦੇਖੋ ਕੀ ਹੈਗਾ ਇਹਦੇ 'ਚ, ਜਿੰਨੇ ਏਸ਼ੀਅਨ ਕੰਟਰੀ ਦੇ ਲੋਕ ਨੇ ਉੱਥੇ ਬੈਠੇ ਕੰਜ਼ਰਵੇਟਿਵ ਪਾਰਟੀ 'ਚ, ਬਾਕਾਇਦਾ ਤੌਰ 'ਤੇ ਮਹਾਰਾਣੀ ਐਲਿਜ਼ਬeth ਤੋਂ ਵੀ ਉਹਨਾਂ ਨੂੰ ਸਹਾਰਾ ਹੈਗਾ, ਔਰ ਇਹ ਸਾਰੀ ਪਾਵਰ ਜਿਹੜੀ ਹੈਗੀ ਆ ਉਹਨਾਂ ਕੋਲ ਇਕੱਠੀ ਹੋ ਗਈ ਆ। ਮੇਰੇ ਖਿਆਲ ਨਾਲ ਜਿਹੜਾ ਤੁਸੀਂ ਕਿਹਾ ਵਾ ਇਹ ਖੁਦ ਬਖੁਦ ਇਹ ਉਹ ਬਣ ਜਾਣਗੇ, ਤੇ ਜੇ ਬਣਨਗੇ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ, ਬਹੁਤ ਵੱਡੀ ਹਿਸਟਰੀ ਹੈ ਕਿ ਮੂਲ ਭਾਰਤੀ ਇੱਕ ਬਰਤਾਨੀਆ ਦਾ, ਜਿਨ੍ਹਾਂ ਦੇ ਅਸੀਂ ਗੁਲਾਮ ਰਹੇ, ਜਿਨ੍ਹਾਂ ਦੇ ਅਸੀਂ ਪਿੱਛੇ ਲੱਗੇ ਰਹੇ ਹਾਂ, ਜਿਨ੍ਹਾਂ ਦਾ ਅਸੀਂ ਹੁਕਮ ਮੰਨਦੇ ਰਹੇ, ਉਹਨਾਂ ਦੇ ਅਸੀਂ ਰਾਜੇ ਬਣ ਗਏ। ਬਹੁਤ ਬਿਲਕੁਲ, ਪਰ ਇੱਕ ਗੱਲ ਮੈਂ ਦੁਰਸਤ ਕਰਾਂਗਾ, ਤੁਸੀਂ ਕਿਹਾ ਜਿਵੇਂ ਚੱਡਾ ਸਾਹਿਬ, ਰਾਘਵ ਚੱਡਾ ਦੀ ਤੁਸੀਂ ਗੱਲ ਕੀਤੀ ਕਿ ਮੋਹਰੀ ਬਣ ਗਏ, ਉਹ ਬਣੇ ਨਹੀਂ, ਉਹਨਾਂ ਨੂੰ ਬਣਾਇਆ ਗਿਆ, ਪਰ ਇਹ ਬਣੇ ਨੇ ਆਪਣੀ ਕਾਬਲੀਅਤ ਦੇ ਬੇਸ ਦੇ ਉੱਤੇ, ਕਿਉਂਕਿ ਪਹਿਲਾਂ ਫਾਈਨੈਂਸ ਮਿਨਿਸਟਰ ਵੀ ਰਹਿ ਗਏ ਨੇ ਔਰ ਆਪਣੀ ਕਾਬਲੀਅਤ ਇਹਨਾਂ ਨੇ ਸਾਬਿਤ ਕੀਤੀ। ਇਹ ਐਲੀਜੀਬਿਲਿਟੀ ਇਹਨਾਂ ਕੋਲ ਹੈਗੀ, ਯੋਗਤਾ, ਬਿਲਕੁਲ ਯੋਗਤਾ ਹੈ, ਔਰ ਯੋਗਤਾ ਹੀ ਪ੍ਰਦਾਨ ਹੈ, ਹਮੇਸ਼ਾ ਅਸੀਂ ਜਾਣਦੇ ਹਾਂ। ਤਾਂ ਬਲਕਾਰ ਜੀ ਚੱਲਿਆ ਜਾਵੇ। ਬਿਲਕੁਲ, ਅੱਜ ਗੱਲਾਂ ਵਧੀਆ ਹੋਈਆਂ, ਅੱਜ ਵਧੀਆ ਗੱਲਾਂ ਹੋ ਗਈਆਂ, ਮਜ਼ਾਜ ਦੀਆਂ ਗੱਲਾਂ ਹੋਈਆਂ, ਔਰ ਇਹਦੇ ਵਿੱਚ ਮੈਨੂੰ ਲੱਗਦਾ ਸਾਡੇ ਦਰਸ਼ਕ ਖਾਸ ਤੌਰ ਤੇ ਇੰਟਰਸਟ ਨਾਲ ਸੁਣਨਗੇ ਵਧੀਆ ਤਰੀਕੇ ਨਾਲ, ਕਿਉਂਕਿ ਇਹ ਗੱਲਾਂ ਉਹਨਾਂ ਦੇ ਵੀ ਮਨ 'ਚ ਸੀਗੀਆਂ, ਸਾਡੇ ਵੀ ਮਨ ਸੀਗਾ, ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਦਿਲ ਦੀਆਂ ਗੱਲਾਂ। ਬਿਲਕੁਲ ਜੀ, ਤੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਨੂੰ ਇਨਬਾਕਸ ਕਰੋ ਜ਼ਰੂਰ। ਹੋਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਸਾਨੂੰ ਜ਼ਰੂਰ ਲਿਖੋ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਜੀ ਫਿਰ। ਬਿਲਕੁਲ ਜੀ, ਹਮੇਸ਼ਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।